ਸਤਨਾਮ ਸ਼੍ਰੀ ਵਾਹਿਗੁਰੂ ਜੀ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ, ਦੀਨ ਦਰਦ ਦੁਖ ਭੰਜਨਾ। ਘਟ ਘਟ ਨਾਥ ਅਨਾਥ, ਸ਼ਰਨ ਤੁਮਾਰੀ ਆਇਓ। ਨਾਨਕ ਕੇ ਪ੍ਰਭ ਸਾਥ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਮਾਝ ਮਹੱਲਾ ਪੰਜਵਾ। ਪਾਰ ਬ੍ਰਹਮ ਪ੍ਰਭ ਮੇਘ ਪਠਾਇਆ, ਜਲ ਥਲ ਮਹੀਲ ਦਹਿ ਦਿਸ ਵਰਸਾਇਆ। ਪਾਰ ਬ੍ਰਹਮ ਪ੍ਰਭ ਮੇਘ ਪਠਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਦਸਾਂ ਪਾਤਸ਼ਾਹੀਆਂ ਦੇ ਹਿਰਦਾ ਸਰੂਪ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਜੀ ਨਵਾਜੀ ਪਰਮ ਸਨਮਾਨਯੋਗ ਗੁਰੂ ਕਾ ਰੂਪ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਦੀ ਪਰਮ ਕਿਰਪਾਲਤਾ ਦਾ ਸਦਕਾ ਹਜ਼ੂਰ ਦੀ ਮੁੱਖ ਵਾਕ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਜੋ ਵਿਚਾਰ ਆਰੰਭ ਹੈ, ਗੁਰੂ ਕਿਰਪਾ ਸਦਕਾ ਹਜ਼ੂਰ ਦੇ ਮੁਬਾਰਕ ਬਚਨਾਂ ਨੂੰ ਵਿਚਾਰ ਕੇ ਸੁਣ ਕੇ ਲਾਹਾ ਪ੍ਰਾਪਤ ਕਰੀਏ। ਮਾਝ ਰਾਗ ਅੰਦਰ ਗੁਰਦੇਵ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਬਚਨ ਫਰਮਾ ਰਹੇ ਨੇ। ਪਾਰ ਬ੍ਰਹਮ ਪ੍ਰਭ ਮੇਘ ਪਠਾਇਆ। ਪਾਰ ਬ੍ਰਹਮ ਪਰੇ ਹੈ ਜੋ ਸਾਰੇ ਸੰਸਾਰ ਤੋਂ, ਪਾਰ ਹੈ ਪਾਪਾਂ ਪੁੰਨਾਂ ਤੋਂ। ਬ੍ਰਹਮ ਜੋ ਸ਼ੁੱਧ ਸਰੂਪ ਹੈ ਵਾਹਿਗੁਰੂ। ਪ੍ਰਭੂ ਰੱਖਿਅਕ ਸਰੂਪ, ਪ੍ਰਭੂ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ। ਅਨੇਕਾਂ ਨਾਮ ਹਨ ਪਰਮੇਸ਼ਵਰ ਅਕਾਲ ਪੁਰਖ ਜੀ ਦੇ। ਕਿਰਤਮ ਨਾਮ ਕਥੇ ਤੇਰੇ ਜਿਹਬਾ, ਤੈ ਸਰਬ ਨਾਮ ਕਥੈ ਕਵਨ। ਕਰਮ ਨਾਮ ਵਰਣਤ ਸੁਮਤ। ਇਹ ਕਰਮ ਨਾਮ ਹਨ ਵਾਹਿਗੁਰੂ ਜੀ ਦੇ। ਜਿਵੇਂ ਦਮੋਦਰ, ਦਇਆਲ, ਗੋਪਾਲ, ਗੋਬਿੰਦ, ਨਾਰਾਇਣ, ਕਰੀਮ, ਰਹੀਮ, ਅੱਲਾ, ਖੁਦਾ ਸਭ ਇੱਕੋ ਹੀ ਵਾਹਿਗੁਰੂ ਦੇ ਨਾਮ ਹਨ। ਉਸ ਪਾਰ ਬ੍ਰਹਮ ਪਰਮੇਸ਼ਵਰ ਪ੍ਰਭੂ ਨੇ ਮੇਘ ਪਠਾਇਆ। ਪਠਾਇਆ ਮਤਲਬ ਭੇਜਿਆ। ਮੇਘ ਬੱਦਲ ਭੇਜਿਆ। ਸੋ ਇੱਥੇ ਬਾਹਰੀ ਤੌਰ 'ਤੇ ਜਿਹੜੇ ਬੱਦਲ ਚੜ੍ਹ ਕੇ ਆਉਂਦੇ ਨੇ, ਧਰਤੀ ਨੂੰ ਸਰ ਸਬਜ਼ ਕਰ ਦਿੰਦੇ ਨੇ ਮੀਂਹ ਵਰਾ ਕੇ। ਇਹ ਕੇਵਲ ਦ੍ਰਿਸ਼ਟਾਂਤ ਮਾਤਰ ਐਸਾ ਬਚਨ ਗਿਆ। ਜਿਵੇਂ ਬਾਹਰੀ ਤੌਰ 'ਤੇ ਬੱਦਲ ਜਲ ਦੀ ਵਰਖਾ ਕਰਕੇ ਧਰਤੀ ਸਰਸਬਜ਼ ਕਰਦੇ ਨੇ, ਬਿਰਛ ਬੂਟਿਆਂ ਨੂੰ, ਘਾਹ ਪੱਠਿਆਂ ਸਾਰਿਆਂ ਨੂੰ ਉਹ ਹਰਿਆਲੀ ਪ੍ਰਦਾਨ ਕਰਦਾ ਬੱਦਲ। ਇੱਥੇ ਕਿਹਾ ਹੈ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਨੇ ਮੇਘ ਰੂਪ ਭਾਵ ਸਤਿਗੁਰੂ ਨਾਨਕ ਦੇਵ ਜੀ ਸਤਿਗੁਰੂ ਸਰੂਪ ਬੱਦਲ ਬਿਠਾਇਆ, ਭੇਜਿਆ ਮਾਤ ਲੋਕ ਤੇ। ਜਲ ਥਲ ਮਹੀਲ ਦਹਿ ਦਿਸ ਵਰਸਾਇਆ। ਜਲ ਸਮੁੰਦਰ ਦਰਿਆ ਆਦਿਕ, ਥਲ ਖੁਸ਼ਕ ਧਰਤੀ ਮੈਦਾਨੀ ਇਲਾਕਾ ਆਦਿਕ, ਮਹੀਲ ਮਹੀ ਧਰਤੀ ਤੋਂ ਅਲ ਆਕਾਸ਼ ਦੇ ਵਿੱਚ ਜੋ ਪੁਲਾੜ ਹੈ। ਮਤਲਬ ਹੈ ਕਿ ਜਲ ਦੀ ਨਿਆਈ ਜਿਹੜੇ ਨਿਰਮਲ ਨੇ, ਥਲ ਦੀ ਨਿਆਈ ਜੋ ਸਮਾਨ ਅੰਤਰ ਜੀਵਨ ਹੈ ਆਮ ਮਨੁੱਖ ਵਾਲਾ। ਮਹੀਲ ਉੱਚੇ ਹਨ ਜਿਹੜੇ ਸੰਸਾਰ ਨਾਲੋਂ ਸਤੋ ਗੁਣੀ ਜਾਂ ਚੌਥੇ ਪਦ ਵਾਲੇ ਵੀ ਹਨ। 10 ਦਿਸ਼ਾ ਵੈਸੇ 4 ਦਿਸ਼ਾ ਮੰਨੀਆਂ ਗਈਆਂ ਹਨ, ਉੱਤਰ, ਦੱਖਣ, ਪੂਰਬ ਅਤੇ ਪੱਛਮ। 4 ਇਹਨਾਂ ਦਿਸ਼ਾ ਦੇ ਕੋਨੇ ਹਨ। ਵਾਇਵੀ ਕੋਣ ਹੈ, ਨਾਇਕ ਹੈ, ਅਗਨ ਹੈ ਆਦਿਕ। ਇਹ 4 ਕੋਨੇ ਤੇ 9ਵੀਂ ਧਰਤੀ, 10ਵਾਂ ਆਕਾਸ਼। ਇੰਝ 10 ਦਿਸ਼ਾ ਗਿਣੀਆਂ ਜਾਂਦੀਆਂ ਨੇ। ਮਤਲਬ ਸਾਰੇ ਸੰਸਾਰ ਵਿੱਚ ਹੀ ਵਰਸਾਇਆ, ਮੀਂਹ ਵਰਿਆ। ਉਪਦੇਸ਼ ਰੂਪੀ ਮੀਂਹ ਵਰਾਇਆ ਸਤਿਗੁਰੂ ਨਾਨਕ ਦੇਵ ਜੀ ਨੇ। ਅਕਾਲ ਪੁਰਖ ਨੇ ਸਤਿਗੁਰੂ ਰੂਪ ਬੱਦਲ ਭੇਜਿਆ ਤਾਂ ਸਤਿਗੁਰਾਂ ਨੇ 10 ਦਿਸ਼ਾ ਵਿੱਚ ਜਲ ਥਲ ਮਹੀਲ ਸਭ ਪਾਸੇ ਉਪਦੇਸ਼ ਦੀ ਵਰਖਾ ਕੀਤੀ। ਸ਼ਾਂਤ ਭਈ ਬੁਝੀ ਸਭ ਤ੍ਰਿਸ਼ਨਾ। ਜਿਸ ਤਰ੍ਹਾਂ ਮੀਂਹ ਪੈਣ ਦੇ ਨਾਲ ਧਰਤੀ ਦੀ ਤਪਸ਼ ਮਿਟਦੀ ਹੈ, ਇਸੇ ਤਰ੍ਹਾਂ ਸਤਿਗੁਰੂ ਰੂਪ ਬੱਦਲ ਦੇ ਨਾਮ ਰੂਪੀ ਉਪਦੇਸ਼ ਦੀ ਵਰਖਾ ਹੋਣ ਨਾਲ ਜੋ ਉਸ ਉਪਦੇਸ਼ ਨਾਲ ਜੁੜੇ
ਉਹਨਾਂ ਦੇ ਹਿਰਦਿਆਂ ਅੰਦਰ ਸ਼ਾਂਤੀ ਹੋਈ। ਭਾਵ ਉੱਥੇ ਕ੍ਰੋਧ ਵਿਕਾਰਾਂ ਦੀ ਅੱਗ ਦੂਰ ਹੋਈ ਤੇ ਸ਼ਾਂਤੀ ਸਥਾਪਿਤ ਹੋਈ ਹਿਰਦਿਆਂ 'ਚ। ਬੁਝੀ ਸਭ ਤ੍ਰਿਸ਼ਨਾ, ਤ੍ਰਿਸ਼ਨਾ ਬੁਝੇ ਤੇ ਬੰਦੇ ਨੂੰ ਬਹੁਤ ਜ਼ਿਆਦਾ ਸੁੱਖ ਸਕੂਨ ਪ੍ਰਾਪਤ ਹੁੰਦਾ, ਕਿਉਂਕਿ ਸਮ ਸੰਤੋਖ ਨ ਔਰ ਸੁਖ ਤਪ ਨ ਖਿਮਾ ਸਮ ਜਾਨ, ਬ੍ਰਹਮ ਗਿਆਨ ਸਮ ਦਾਨ ਨਹਿ ਧਰਮ ਨ ਦਇਆ ਸਮਾਨ। ਸੰਤੋਖ ਦੇ ਬਰਾਬਰ ਹੋਰ ਸੁਖ ਹੀ ਨਹੀਂ। ਤ੍ਰਿਸ਼ਨਾ ਬੁਝੇ ਤਾਂ ਹੀ ਸੰਤੋਖ ਹੈ, ਜੇ ਤ੍ਰਿਸ਼ਨਾ ਹੈ ਤੇ ਸੰਤੋਖ ਨਹੀਂ, ਜੇ ਸੰਤੋਖ ਹੈ ਤੇ ਤ੍ਰਿਸ਼ਨਾ ਨਹੀਂ। ਸੋ ਇਸ ਪ੍ਰਕਾਰ ਤ੍ਰਿਸ਼ਨਾ ਬੁਝ ਗਈ, ਉੱਥੇ ਸੰਤੋਖ ਹੋਇਆ ਹਿਰਦਿਆਂ ਦੇ ਅੰਦਰ। ਜਿਹੜੇ ਹਿਰਦੇ ਉਪਦੇਸ਼ ਨਾਲ ਜੁੜੇ, ਗੁਰੂ ਕੀ ਬਾਣੀ ਨਾਲ ਜੁੜੇ, ਵਾਹਿਗੁਰੂ ਜੀ ਦੇ ਨਾਮ ਨਾਲ ਜੁੜੇ, ਉਹਨਾਂ ਦੇ ਅੰਦਰ ਐਸਾ ਗਿਆਨ ਪ੍ਰਗਟ ਹੋਇਆ ਕਿ ਇਹ ਸੰਸਾਰ ਮਿਥਿਆ ਹੈ, ਨਾਸਵੰਤ ਹੈ, ਤੇ ਜੋ ਕੁਛ ਵੀ ਸਾਨੂੰ ਪ੍ਰਾਪਤ ਹੋਇਆ ਜਾਂ ਹੋਵੇਗਾ ਵਾਹਿਗੁਰੂ ਦੀ ਰਜ਼ਾ ਵਿੱਚ ਹੀ ਹੋਏਗਾ। ਛਾਲਾਂ ਜਿੰਨੀਆਂ ਮਰਜ਼ੀ ਮਾਰੀਏ, ਜੋ ਕੁਝ ਪ੍ਰਮਾਤਮਾ ਨੇ ਬਖਸ਼ਣਾ ਉਹ ਹੀ ਸਾਨੂੰ ਮਿਲਣਾ। ਤੇ ਧਰਮ ਦੇ ਦਾਇਰੇ 'ਚ ਰਹਿ ਕੇ ਆਪਣੀ ਕਿਰਤ ਵਿਹਾਰ ਕਰੀਏ, ਜੋ ਕੁਛ ਪ੍ਰਮਾਤਮਾ ਬਖਸ਼ਦਾ ਉਸ ਨੂੰ ਉਨਾ ਕੁ ਭੋਗੀਏ। ਤ੍ਰਿਸ਼ਨਾ, ਲਾਲਸਾ, ਲਾਲਚ ਨਹੀਂ ਵਧਾਉਣਾ ਚਾਹੀਦਾ। ਇਹ ਅੰਦਰ ਗਿਆਨ ਪ੍ਰਗਟ ਹੋ ਗਿਆ ਤੇ ਇਸ ਕਰਕੇ ਤ੍ਰਿਸ਼ਨਾ ਮਰ ਗਈ, ਸੰਤੋਖ ਹੋ ਗਿਆ, ਸੁਖੀ ਹੋ ਗਿਆ। ਆਨੰਦ ਭਇਆ ਸਭ ਠਾਈ ਜੀਓ, ਠਾਈ ਠਾਵਾਂ ਥਾਵਾਂ ਤੇ, ਸਾਰਿਆਂ ਥਾਵਾਂ ਤੇ ਆਨੰਦ ਹੋ ਗਿਆ ਹੈ। ਭਾਵ ਸਾਰਿਆਂ ਹਿਰਦਿਆਂ ਰੂਪੀ ਜਗ੍ਹਾ ਵਿੱਚ, ਥਾਵਾਂ ਤੇ ਆਨੰਦ ਪ੍ਰਾਪਤ ਹੋ ਗਿਆ ਜੀਆਂ ਨੂੰ। ਸੁਖ ਦਾਤਾ ਦੁੱਖ ਭੰਜਨਹਾਰਾ, ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਆਪ ਹੀ ਆਪਣੇ ਜੀਆਂ ਤੇ ਦਇਆ ਮਾਇਆ ਕਰਕੇ ਸੁਖ ਪ੍ਰਦਾਨ ਕਰਨ ਵਾਲਾ ਤੇ ਦੁੱਖਾਂ ਨੂੰ ਭੰਨਣ ਵਾਲਾ ਹੈ, ਦੁੱਖਾਂ ਨੂੰ ਨਾਸ਼ ਕਰਨ ਵਾਲਾ ਹੈ। ਆਪੇ ਬਖਸ਼ ਕਰੇ ਜੀ ਸਾਰਾ, ਆਪ ਹੀ ਪਰਮਾਤਮਾ ਟੁੱਟ ਕੇ ਜੀਆਂ ਦੇ ਗੁਨਾਹਾਂ ਨੂੰ ਬਖਸ਼ ਦਿੰਦਾ ਹੈ। ਬਖਸ਼ ਦੇ ਸੱਸੇ ਨੂੰ ਸਿਹਾਰੀ ਭਾਵ ਆਪੇ ਬਖਸ਼ੇ ਅਰਥ ਵਜੋਂ, ਆਪੇ ਬਖਸ਼, ਆਪ ਹੀ ਬਖਸ਼ ਲੈਂਦਾ ਤੇ ਕਰੇ ਜੀ ਸਾਰਾ, ਜੀਆਂ ਦੀ ਸਾਰ ਖਬਰ ਲੈਂਦਾ, ਜੀਆਂ ਦੀ ਸਾਰ ਸੰਭਾਲ ਕਰਦਾ ਹੈ। ਆਪਣੇ ਕੀਤੇ ਨੂੰ ਆਪ ਪ੍ਰਤਪਾਲੇ, ਆਪਣਾ ਕੌਣ ਕੀਤਾ ਹੋਇਆ ਸੰਸਾਰ ਸਮੁੱਚਾ, ਸਾਰੇ ਜੀ ਜੰਤ ਉਸ ਵਾਹਿਗੁਰੂ ਦੇ ਆਪਣੇ ਪੈਦਾ ਕੀਤੇ ਹੋਏ ਨੇ ਤੇ ਆਪਣੇ ਕੀਤੇ ਹੋਏ ਇਸ ਜਗਤ ਨੂੰ, ਪੈਦਾ ਕੀਤੇ ਰਚੇ ਹੋਏ ਜਗਤ ਨੂੰ ਆਪ ਖੁਦ ਹੀ ਜੀ ਜੀ ਪ੍ਰਤੀ ਪਾਲਾ ਕਰ ਰਿਹਾ। ਸਾਰਿਆਂ ਦੀ ਪਾਲਣਾ ਵੀ ਆਪ ਹੀ ਵਾਹਿਗੁਰੂ ਕਰ ਰਿਹਾ। ਪਾਏ ਪੈਰੀ ਤਿਸਹਿ ਮਨਾਈ ਜੀਓ, ਇਸ ਕਰਕੇ ਉਹ ਜਿਹੜਾ ਵਾਹਿਗੁਰੂ ਹੈ ਨਾ, ਜਗਤ ਨੂੰ ਰਚ ਕੇ ਦੀ ਪਾਲਣਾ ਕਰਨ ਵਾਲਾ, ਮੈਂ ਤਾਂ ਉਸ ਦੇ ਚਰਨੀ ਪੈ ਕੇ, ਪੈਰੀ ਮਤਲਬ ਚਰਨੀ ਪੈ ਕੇ, ਨਾਮ ਰੂਪ ਚਰਨਾਂ 'ਚ ਪੈ ਕੇ, ਸ਼ਬਦ ਰੂਪ ਚਰਨਾਂ 'ਚ ਪੈ ਕੇ ਉਸ ਨੂੰ ਪ੍ਰਸੰਨ ਕਰਨ ਦਾ ਯਤਨ ਕਰਦਾ ਹਾਂ। ਜਾ ਕੀ ਸ਼ਰਨ ਪਿਆ ਗਤ ਪਾਈ ਹੈ, ਜਿਸ ਵਾਹਿਗੁਰੂ ਦੀ ਸ਼ਰਨ ਪੈਣ ਦੇ ਨਾਲ ਗਤ ਮੁਕਤੀ ਪ੍ਰਾਪਤ ਕੀਤੀ ਜਾਂਦੀ ਹੈ। ਗਤ ਉੱਚੀ ਆਤਮਿਕ ਅਵਸਥਾ, ਪਰਮ ਗਤੀ ਪ੍ਰਾਪਤ ਕੀਤੀ ਜਾਂਦੀ ਹੈ, ਪਾ ਲਈਦੀ ਹੈ, ਪ੍ਰਾਪਤ ਕਰ ਲਈਦੀ ਹੈ ਗਤੀ ਉੱਚੀ। ਸਾਸ ਸਾਸ ਹਰ ਨਾਮ ਧਿਆਈਐ, ਐਸੇ ਵਾਹਿਗੁਰੂ ਜੀ ਦਾ ਜੋ ਨਾਮ ਹੈ, ਐਸੇ ਹਰੀ ਦਾ ਨਾਮ ਜਿਸ ਦੀ ਸ਼ਰਨ ਪਿਆ ਉੱਚੀ ਆਤਮਿਕ ਅਵਸਥਾ ਪਾਈ ਦੀ ਹੈ, ਐਸੇ ਹਰੀ ਦਾ ਨਾਮ ਸਾਹ ਸਾਹ ਨਾਲ ਧਿਆਉਣਾ ਚਾਹੀਦਾ। ਤਿਸ ਬਿਨ ਹੋਰ ਨਾ ਦੂਜਾ ਠਾਕੁਰ, ਤਿਸ ਵਾਹਿਗੁਰੂ ਪਰਮਾਤਮਾ ਤੋਂ ਬਗੈਰ ਹੋਰ ਕੋਈ ਵੀ ਦੂਜਾ ਠਾਕੁਰ ਮਾਲਕ ਉਸ ਵਰਗਾ ਨਹੀਂ ਹੈ। ਸਭ ਤਿਸੈ ਕੀਆ ਜਾਈ ਜੀਓ, ਜਾਈ ਦਾ ਅਰਥ ਹੈ ਜਗ੍ਹਾ। ਸਭ ਤਿਸੇ ਦੀਆਂ, ਉਸ ਪਰਮਾਤਮਾ ਦੀਆਂ ਸਾਰੀਆਂ ਜਗ੍ਹਾ ਹਨ ਜੀ, ਸਾਰੀਆਂ ਥਾਵਾਂ ਉਸ ਪਰਮਾਤਮਾ ਦੀਆਂ ਹੀ ਹਨ, ਕੁਛ ਵੀ ਹੋਰ ਕਿਸੇ ਦਾ ਨਹੀਂ ਹੈ। ਸਾਰੀ ਭਾਵ ਜਗ੍ਹਾ, ਜਿਵੇਂ ਯੂਪੀ 'ਚ ਕੁਛ ਜ਼ਮੀਨ ਦੇ ਮਾਲਕ ਜਿਹੜੇ ਲੋਕ ਨੇ ਨਾ, ਜ਼ਮੀਨਦਾਰ, ਉਹਨਾਂ ਨੂੰ ਠਾਕੁਰ ਕਿਹਾ ਜਾਂਦਾ ਤੇ ਬਾਕੀ ਕੰਮ ਕਰਨ ਵਾਲੇ ਉਹਨਾਂ ਦੇ ਮੁਜ਼ਾਹਰੇ। ਸੋ ਇਸ ਪ੍ਰਕਾਰ ਮਤਲਬ ਹਜ਼ੂਰ ਕਹਿੰਦੇ ਕੋਈ ਠਾਕੁਰ ਨਹੀਂ, ਕੋਈ ਕਿਸੇ ਦੀ ਜਗ੍ਹਾ ਨਹੀਂ, ਸਾਰੀਆਂ ਜਗ੍ਹਾ ਉਸ ਪਰਮਾਤਮਾ ਦੀਆਂ ਹੀ ਹਨ ਤੇ ਉਹੀ ਠਾਕੁਰ ਹੈ। ਤੇਰਾ ਮਾਣ ਤਾਣ ਪ੍ਰਭ ਤੇਰਾ, ਹੇ ਵਾਹਿਗੁਰੂ ਮੈਨੂੰ ਤਾਂ ਤੇਰੇ ਤੇ ਹੀ ਮਾਣ ਹੈ। ਭਾਵ ਮੈਨੂੰ ਹੋਰ ਕਿਸੇ ਤੇ ਮਾਣ ਨਹੀਂ, ਆਪਣੇ ਆਪ ਤੇ ਨਹੀਂ, ਕਿਸੇ ਪਦਾਰਥ ਤੇ ਨਹੀਂ, ਤੇਰਾ ਹੀ ਮਾਣ ਮਨ ਵਿੱਚ ਧਾਰਨ ਕੀਤਾ। ਤਾਣ ਪ੍ਰਭ ਤੇਰਾ, ਤਾਣ ਬਲ ਵੀ ਪ੍ਰਭੂ ਜੀ ਤੁਹਾਡਾ ਹੀ ਹੈ ਸਾਡੇ ਪਾਸ, ਜਿੰਨਾ ਕੁ ਤੁਸੀਂ ਬਖਸ਼ਿਆ, ਜਾਂ ਸਾਡਾ ਬਲ ਰੂਪ ਤੁਸੀਂ ਹੋ, ਅਸੀਂ ਨਿਤਾਣੇ ਹਾਂ। ਤੂੰ ਸੱਚਾ ਸਾਹਿਬ ਗੁਣੀ ਗਹਿਰਾ, ਹੇ ਵਾਹਿਗੁਰੂ ਜੀ
ਇੱਕੋ ਇੱਕ ਤੁਸੀਂ ਹੋ ਜੋ ਸੱਚ ਸਰੂਪ ਹੋ। ਸਾਹਿਬ ਸਦਾ ਰਹਿਣ ਵਾਲੇ, ਸੱਚਾ ਸਾਹਿਬ ਸਦੀਵੀ ਰਹਿਣ ਵਾਲਾ ਜੋ ਮਾਲਕ ਹੈ ਉਹ ਤੁਸੀਂ ਹੋ ਕੇਵਲ। ਗੁਣੀ ਗਹਿਰਾ, ਗੁਣਾਂ ਦੇ ਗਹਿਰਾ ਖਜ਼ਾਨਾ ਰੂਪ ਹੋ, ਗੁਣਾਂ ਦੇ ਸਮੁੰਦਰ ਰੂਪ ਹੋ। ਸਾਰੇ ਗੁਣ ਤੁਹਾਡੇ ਪਾਸ ਨੇ, ਤੁਹਾਡੇ ਪਾਸੋਂ ਹੀ ਸਾਰੇ ਜੀਆਂ ਨੂੰ ਗੁਣ ਮਿਲਦੇ ਹਨ, ਔਰ ਤੁਹਾਡੇ 'ਚ ਇੱਕ ਵੀ ਔਗਣ ਨਹੀਂ। ਤੁਸੀਂ ਗੁਣਾਂ ਨਾਲ ਭਰਪੂਰ ਖਜ਼ਾਨਾ ਰੂਪ ਹੋ। ਨਾਨਕ ਦਾਸ ਕਹਿ ਬੇਨੰਤੀ, ਆਠ ਪਹਿਰ ਤੁਧ ਧਿਆਈ ਜੀਓ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਮੈਂ ਦਾਸ ਇੱਕ ਬੇਨਤੀ ਕਹਿੰਦਾ ਹਾਂ, ਬੇਨਤੀ ਕਰਦਾ ਹਾਂ, ਆਠ ਪਹਿਰ ਤੁਧ ਧਿਆਈ ਜੀਓ। ਅੱਠੇ ਪਹਿਰ ਮਹਾਰਾਜ ਸੱਚੇ ਪਾਤਸ਼ਾਹ ਤੁਹਾਨੂੰ ਹੀ ਧਿਆਉਂਦਾ ਰਵਾਂ, ਤੁਸੀਂ ਇਹ ਦਇਆ ਮਿਆ ਕਰੋ। ਅੱਠੇ ਪਹਿਰ ਮੈਂ ਤੁਹਾਡਾ ਹੀ ਸਿਮਰਨ ਕਰਾਂ, ਤੁਹਾਡਾ ਹੀ ਧਿਆਨ ਧਰਾਂ, ਤੁਹਾਡੇ ਵੱਲ ਹੀ ਮੇਰੀ ਸੁਰਤ ਜੁੜੀ ਰਹੇ। ਮਾਝ ਮਹੱਲਾ ਪੰਜਵਾਂ। ਅਗਲਾ ਸ਼ਬਦ ਗੁਰਦੇਵ ਪੰਚਮ ਪਾਤਸ਼ਾਹ ਉਚਾਰਨ ਕਰਦੇ ਹਨ। ਸਭੇ ਸੁਖ ਭਏ ਪ੍ਰਭ ਤੁਠੇ। ਤੁਠਣਾ ਹੁੰਦਾ ਪ੍ਰਸੰਨ ਹੋਣਾ। ਪ੍ਰਭੂ ਅਕਾਲ ਪੁਰਖ ਜੀ ਜਦੋਂ ਤੁਠ ਪੈਂਦੇ ਨੇ ਤਾਂ ਜੀਵ ਨੂੰ ਸਾਰੇ ਸੁਖ ਪ੍ਰਾਪਤ ਹੋ ਜਾਂਦੇ। ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਜੀ ਤੁਠੇ ਪ੍ਰਸੰਨ ਹੋਏ ਤਾਂ ਸਭੇ ਸੁਖ ਪਏ, ਸਾਰੇ ਸੁਖ ਹੋ ਗਏ, ਭਾਵ ਪ੍ਰਾਪਤ ਹੋ ਗਏ। ਸਭ ਪਾਸੇ ਸੁਖ ਹੀ ਸੁਖ ਹੈ। ਗੁਰ ਪੂਰੇ ਕੇ ਚਰਨ ਮਨ ਉੱਠੇ। ਪ੍ਰਭੂ ਕਿਉਂ ਪ੍ਰਸੰਨ ਹੋਏ? ਪਹਿਲਾਂ ਪੂਰੇ ਗੁਰੂ ਦਾ ਮਿਲਾਪ ਹੋਇਆ, ਜਾਂ ਪਰਮੇਸ਼ਰ ਦੀ ਬਖਸ਼ਿਸ਼ ਨਾਲ ਹੀ ਗੁਰੂ ਦਾ ਮਿਲਾਪ ਹੁੰਦਾ, ਤੇ ਗੁਰੂ ਪ੍ਰਮਾਤਮਾ ਦਾ ਸਿਮਰਨ ਕਰਾਉਂਦਾ, ਗਿਆਨ ਬਖਸ਼ਦਾ, ਵਾਹਿਗੁਰੂ ਨਾਲ ਅਭੇਦਤਾ, ਫਿਰ ਪੂਰਨ ਸੁਖ ਹੁੰਦਾ। ਪੂਰੇ ਗੁਰੂ ਦੇ ਜੋ ਚਰਨ ਹਨ, ਉਪਦੇਸ਼ ਰੂਪੀ ਚਰਨ, ਨਾਮ ਰੂਪੀ ਚਰਨ, ਸ਼ਰਧਾ ਵਿਸ਼ਵਾਸ ਭਾਵਨਾ ਸਤਿਗੁਰੂ ਦੇ ਪ੍ਰਤੀ ਹੋਣੀ, ਇਹ ਹਨ ਗੁਰੂ ਦੇ ਚਰਨ ਮਨ 'ਚ ਵਸਣੇ। ਪੂਰੇ ਗੁਰੂ ਦੇ ਚਰਨ ਭਾਵ ਗੁਰੂ ਦੇ ਪ੍ਰਤੀ ਭਾਵਨਾ ਮਨ ਉੱਠੇ, ਇਹ ਚਰਨ ਮਨ ਵਿੱਚ ਉੱਠੇ ਵਸ ਗਏ। ਸਹਿਜ ਸਮਾਧ ਲੱਗੀ ਲਿਵ ਅੰਤਰ, ਸੋ ਰਸ ਸੋਈ ਜਾਣਾ ਜੀ। ਹਜ਼ੂਰ ਕਹਿੰਦੇ ਨੇ ਕਿ ਉਹ ਜਿਹੜਾ ਰਸ ਹੈ ਨਾ ਵਾਹਿਗੁਰੂ ਦੀ ਪ੍ਰਾਪਤੀ ਦਾ, ਸਾਰੇ ਸੁੱਖ ਜਿਹੜੇ ਪ੍ਰਾਪਤ ਹੋਣੇ ਨੇ, ਉਸ ਸੁੱਖ ਨੂੰ ਉਹੀ ਜਾਣਦਾ ਹੈ ਜੀ। ਕੌਣ? ਜਿਹਦੀ ਅੰਤਰਾਤਮੇ ਲਿਵ ਲੱਗੀ ਹੋਈ ਹੈ, ਸੁਰਤ ਜਿਸ ਦੀ ਵਾਹਿਗੁਰੂ ਨਾਲ ਜੁੜੀ ਹੋਈ ਹੈ, ਤੇ ਸਹਿਜ ਸਮਾਧੀ ਵਿੱਚ ਜੋ ਚਲਾ ਗਿਆ। ਸਹਿਜ ਅਡੋਲਤਾ ਵਾਲੀ ਅਵਸਥਾ 'ਚ ਸਮਾਧੀ ਚਿੱਤ ਜਿਹੜਾ ਮਨ ਹੈ ਉਹ ਡਿੱਗਦਾ ਡੋਲਦਾ ਭਰਮਦਾ ਭਟਕਦਾ ਨਹੀਂ। ਮਨ ਦਾ ਟਿਕਾ ਜਿਹੜਾ ਇਹਦਾ ਨਹੀਂ ਸਮਾਧੀ ਹੈ। ਭਾਵੇਂ ਲੋਕਾਂ ਸਮਝਿਆ ਵੀ ਸ਼ਾਇਦ ਜੋ ਸਰੀਰਕ ਤੌਰ 'ਤੇ ਨੇਤਰ ਬੰਦ ਕਰਕੇ ਗੋਡਿਆਂ 'ਤੇ ਬਾਹਾਂ ਰੱਖ ਕੇ ਨਿਰਹਲ ਬੈਠਾ ਉਹ ਸਮਾਧੀ ਵਿੱਚ ਨਹੀਂ। ਮਹਾਰਾਜ ਕਹਿੰਦੇ ਨੇ ਮਨ ਕੀਨੋ ਦਹਿ ਦਿਸ ਵਿਸਰਾਮ, ਆਗਿਆ ਰਾਖਿਓ ਸਾਲਗ੍ਰਾਮ। ਅੱਗੇ ਸਾਲਗ੍ਰਾਮ ਗੰਡਕਾ ਨਾਮੇ ਨਦੀ 'ਚੋਂ ਲਾਲ ਰੰਗ ਦੇ ਪੱਥਰ ਨਿਕਲਦੇ, ਉਹਨੂੰ ਵਿਸ਼ਨੂੰ ਦਾ ਰੂਪ ਜਾਣ ਕੇ ਸਾਲਗ੍ਰਾਮ ਕਹਿ ਕੇ ਅੱਗੇ ਰੱਖ ਕੇ ਪੂਜਦੇ ਨੇ ਅਤੇ ਨੇਤਰ ਬੰਦ ਕਰਕੇ ਬੈਠਦੇ ਨੇ। ਤਾਂ ਹਜ਼ੂਰ ਕਹਿੰਦੇ ਅੱਗੇ ਤਾਂ ਸਾਲਗ੍ਰਾਮ ਰੱਖਿਆ ਹੋਇਆ, ਪਰ ਮਨ ਕੀਨੋ ਦਹਿ ਦਿਸ ਵਿਸਰਾਮ। ਮਨ ਦਸਾਂ ਦਿਸ਼ਾਂ 'ਚ ਹੀ ਵਿਸ਼ਰਾਮ ਕਰਦਾ ਪਿਆ, ਇੱਕ ਥਾਂ 'ਤੇ ਟਿਕਿਆ ਹੋਇਆ ਨਹੀਂ। ਫਿਰ ਬਨਾਵਟੀ ਸਮਾਧੀ ਦਾ ਕੀ ਲਾਭ? ਹੋ ਸਕਦਾ ਹੈ ਕਿ ਕੋਈ ਗੁਰਮੁਖ ਪਿਆਰਾ ਕਿਰਤ ਵਿਹਾਰ ਕਰ ਰਿਹਾ, ਕੰਮ ਕਰਦਾ, ਸਰੀਰ ਹਿਲਦਾ ਜੁਲਦਾ, ਪਰ ਅੰਦਰ ਉਹਦੇ ਸਮਾਧੀ ਹੋਵੇ। ਹੋ ਸਕਦਾ ਇੱਕ ਨੇਤਰ ਬੰਦ ਕਰਕੇ ਬੈਠਾ ਹੋਇਆ ਅਤੇ ਉਹਨੂੰ ਭਾਈ ਗੁਰਦਾਸ ਨੇ ਬਗਲ ਸਮਾਧੀ ਮੀਨ ਆਹਾਰਾ ਵੀ ਕਿਹਾ। ਜਿਵੇਂ ਬਗਲਾ ਬੈਠਦਾ ਕਿਸੇ ਸਰੋਵਰ ਦੇ ਕੰਢੇ, ਟੋਭੇ ਛੱਪੜ ਦੇ ਕੰਢੇ, ਅਤੇ ਉਹਦੇ ਨੇਤਰ ਬੰਦ ਦਿਖਾਈ ਦਿੰਦੇ ਨੇ, ਪਰ ਥੋੜ੍ਹੀ ਜਿਹੀ ਅੱਖ ਖੁੱਲ੍ਹੀ ਰੱਖਦਾ ਡੱਡੀ ਮੱਛੀ ਪਕੜਨ ਵਾਸਤੇ। ਸੋ ਇਸ ਪ੍ਰਕਾਰ ਸਮਾਧੀ ਦਾ ਅਰਥ ਹੈ ਮਨ ਦੇ ਫੁਰਨਿਆਂ ਤੋਂ ਰਹਿਤ ਅਵਸਥਾ, ਜਿੱਥੇ ਫੁਰਨਾ ਹੀ ਨਹੀਂ ਫੁਰਦਾ। ਸੋ ਇਸ ਪ੍ਰਕਾਰ ਸੰਸਾਰੀ ਖਿਆਲ ਨਾ ਫੁਰਨੇ, ਮਾਨਸਿਕ ਡੋਲਤਾ, ਖੁਸ਼ੀ ਗਮੀ ਦਾ ਪ੍ਰਭਾਵ ਨਹੀਂ, ਦੁੱਖ ਸੁੱਖ ਦਾ ਪ੍ਰਭਾਵ ਨਹੀਂ, ਗਰਮੀ ਸਰਦੀ ਦਾ ਪ੍ਰਭਾਵ ਨਹੀਂ ਮਨ 'ਤੇ ਪੈਂਦਾ। ਅਗਮ ਅਗੋਚਰ ਸਾਹਿਬ ਮੇਰਾ। ਹਜ਼ੂਰ ਕਹਿੰਦੇ ਨੇ ਮਨ ਦੀ ਪਹੁੰਚ ਜਿਹਦੇ ਤੱਕ ਨਹੀਂ ਹੋ ਸਕਦੀ। ਅਗੋਚਰ, ਅਗੋਚਰ ਜਿਹੜੇ ਸਾਡੇ ਇੰਦਰੇ ਨੇ ਨਾ, ਗੋ ਨਾਮ ਇੰਦਰਿਆਂ ਦਾ, ਚਰ ਵਿਚਰਨਾ, ਜਿਹਦੇ ਤੱਕ ਇੰਦਰੇ ਨਾ ਪਹੁੰਚ ਸਕਣ, ਉਹ ਹੈ ਅਗੋਚਰ। ਇੰਦਰੇ ਅੱਖਾਂ ਕਰਕੇ ਨਾ ਵੇਖ ਸਕਦੇ ਹਾਂ ਪੂਰਨ ਤੌਰ 'ਤੇ ਪ੍ਰਮਾਤਮਾ ਨੂੰ, ਨਾ ਕੰਨਾਂ ਨਾਲ ਸੁਣ ਕੇ ਅੰਤ ਪਾਇਆ ਜਾਂਦਾ, ਨਾ ਜੀਭ ਨਾਲ ਬੋਲ ਕੇ। ਸੋ ਜਿਹੜਾ ਅਗੋਚਰ ਹੈ ਪ੍ਰਮਾਤਮਾ, ਉਹ ਮੇਰਾ ਸਾਹਿਬ ਮਾਲਕ ਹੈ। ਮੇਰਾ ਜੋ ਸਾਹਿਬ ਹੈ ਨਾ, ਉਹ ਮਨ ਦੀ ਪਹੁੰਚ ਤੋਂ ਪਰੇ ਹੈ, ਇੰਦਰੀਆਂ ਦਾ ਵਿਸ਼ਾ ਵੀ ਨਹੀਂ, ਇੰਦਰੀਆਂ ਗੋਚਰ ਨਹੀਂ ਹੈ।
ਘਟ ਘਟ ਅੰਤਰ ਵਰਤੈ ਨੇਰਾ, ਬਹੁਤ ਨੇੜੇ ਵਰਤ ਰਿਹਾ ਹੈ। ਕਿੱਥੇ ਜੀ? ਘਟ ਘਟ ਅੰਤਰ, ਹਰੇਕ ਹਿਰਦੇ ਹਿਰਦੇ ਦੇ ਅੰਦਰ ਹੈ ਵਾਹਿਗੁਰੂ। ਸਾਰੇ ਸੰਸਾਰ ਵਿੱਚ ਵਰਤ ਰਿਹਾ ਹੈ, ਬਿਲਕੁਲ ਜੀਆਂ ਦਾ ਨੇੜੇ, ਸਭ ਦਾ ਨੇੜੇ ਹੈ। ਸਭ ਤੇ ਨੇੜਾ ਸਭ ਤੇ ਦੂਰ, ਸੋ ਇਸ ਪ੍ਰਕਾਰ ਹੈ ਨਿਕਟੇ ਅਰ ਭੇਦ ਨਾ ਪਾਇਆ। ਹੈ ਤਾਂ ਵਾਹਿਗੁਰੂ ਜੀ ਬਿਲਕੁਲ ਨਜ਼ਦੀਕ, ਪਰ ਮਨ ਵਾਹਿਗੁਰੂ ਦੇ ਨਜ਼ਦੀਕ ਨਹੀਂ। ਮਨ ਦੌੜਾ ਫਿਰਦਾ, ਟਿਕਦਾ ਨਹੀਂ, ਪ੍ਰਮਾਤਮਾ ਤੇ ਵਿਸ਼ਵਾਸ ਨਹੀਂ ਕਰਦਾ ਕਿ ਵਾਹਿਗੁਰੂ ਹਰ ਥਾਂ ਮੌਜੂਦ ਹੈ। ਤੂੰ ਸਭਨੇ ਥਾਈ ਜਿੱਥੈ ਹਉ ਜਾਈ, ਸਾਚਾ ਸਿਰਜਣਹਾਰ ਜੀਓ। ਸੋ ਇਸ ਪ੍ਰਕਾਰ ਤੂੰ ਹਿਰਦੈ ਗੁਪਤ ਵਸਹਿ, ਦਿਨ ਰਾਤੀ ਤੇਰਾ ਭਾਵ ਨਾ ਬੁਝੈ ਗਵਾਰੀ। ਰਵਿਦਾਸ ਜੀ ਕਹਿੰਦੇ ਤਹੋ ਕਹੋ ਰਵਿਦਾਸ, ਹਾਥ ਪੈ ਨੇਰੈ ਸਹਿਜੇ ਹੋਏ ਸੋ ਹੋਈ। ਰਵਿਦਾਸ ਜੀ ਕਹਿੰਦੇ ਨੇ ਹੱਥਾਂ ਪੈਰਾਂ ਨਾਲੋਂ ਵੀ ਨੇੜੇ ਹੈ। ਹੱਥ ਪੈਰ ਸਰੀਰ ਨੂੰ ਲੱਗੇ ਨੇ, ਪਰ ਵਾਹਿਗੁਰੂ ਤਾਂ ਸਾਡੇ ਹਿਰਦੇ 'ਚ, ਜਿੱਥੇ ਸਾਡੀ ਜੀਵ ਜੋਤ ਦਾ ਟਿਕਾਣਾ ਹਿਰਦੇ 'ਚ, ਉੱਥੇ ਪ੍ਰਮਾਤਮਾ ਹੈ। ਸੋ ਇਸ ਪ੍ਰਕਾਰ ਸਦਾ ਅਲਿਪਤ ਜੀਆਂ ਕਾ ਦਾਤਾ, ਕੋ ਵਿਰਲਾ ਆਪ ਪਛਾਣੈ ਜੀ। ਸਵਾਲ ਉੱਠਦਾ ਹੈ ਵੀ ਜੇ ਪ੍ਰਮਾਤਮਾ ਹਰ ਇੱਕ ਹਿਰਦੇ ਹਿਰਦੇ 'ਚ ਵੱਸਦਾ, ਫਿਰ ਚੋਰਾਂ 'ਚ ਚੋਰ, ਸਾਧਾਂ 'ਚ ਸਾਧ, ਵਿਕਾਰੀਆਂ 'ਚ ਵਿਕਾਰੀ, ਸ਼ਰਾਬੀਆਂ 'ਚ ਸ਼ਰਾਬੀ ਨਹੀਂ, ਇੰਝ ਨਹੀਂ ਹੈ। ਉਹ ਨਿਰਲੇਪ ਸਰੂਪ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ, ਸਭਨਾਂ 'ਚ ਨਿਵਾਸ ਰੱਖਦਾ। ਤੇ ਅਗਲਾ ਪ੍ਰਸ਼ਨ ਜਿਹੜਾ ਉੱਠਣਾ ਸੀ ਸੁਣਨ ਵਾਲੇ ਦੇ, ਉਹਦਾ ਜਵਾਬ ਦੇ ਰਹੇ ਨੇ। ਸਦਾ ਅਲੇਪਾ, ਸਦਾ ਨਿਰਲੇਪ ਹੈ। ਪਾਪੀਆਂ 'ਚ ਪਾਪੀ ਨਹੀਂ, ਪੁੰਨੀਆਂ 'ਚ ਪੁੰਨੀ ਨਹੀਂ, ਚੋਰਾਂ 'ਚ ਚੋਰ ਨਹੀਂ। ਸਦਾ ਅਲਿਪਤ, ਲਿਬੜਨ ਤੋਂ ਰਹਿਤ, ਲਿਪਾਏਮਾਨ ਨਹੀਂ ਹੁੰਦਾ। ਸਾਰਿਆਂ ਜੀਆਂ ਦਾ ਦਾਤਾ, ਕੋ ਵਿਰਲਾ ਆਪ ਪਛਾਣਿਆ ਜੀ। ਕੋਈ ਵਿਰਲਾ ਵਿਅਕਤੀ ਹੈ ਜੋ ਉਸ ਪ੍ਰਮਾਤਮਾ ਨੂੰ ਆਪਣਾ ਆਪਾ ਜਾਣ ਕੇ ਕਿ ਮੇਰਾ ਆਤਮਾ ਰੂਪ ਪ੍ਰਮਾਤਮਾ ਹੀ ਹੈ, ਆਪਣਾ ਸਰੂਪ ਜਾਣ ਕੇ ਉਹਨੂੰ ਪਛਾਣਦਾ ਹੈ। ਕੋਈ ਵਿਰਲਾ ਹੈ ਜਿਹੜਾ ਪਹਿਲਾਂ ਆਪੇ ਨੂੰ, ਆਤਮਾ ਨੂੰ ਪਛਾਣਦਾ ਹੈ। ਤੇ ਇਹ ਆਪਾ ਆਤਮਾ ਹੀ ਪ੍ਰਮਾਤਮਾ ਦੀ ਅੰਸ਼ ਹੈ। ਆਤਮ ਮੈਂ ਰਾਮ, ਰਾਮ ਮੈਂ ਆਤਮ, ਚੀਨਸ ਗੁਰ ਵਿਚਾਰਾ। ਬੰਦਗੀ ਕਰਕੇ ਪਹਿਲਾਂ ਵਿਕਾਰ ਖਤਮ ਹੁੰਦੇ, ਫੁਰਨੇ ਖਤਮ ਹੋ ਕੇ ਆਪਾ ਲਿਸ਼ਕਦਾ, ਆਤਮਾ ਦਾ ਗਿਆਨ ਹੁੰਦਾ। ਤੇ ਫਿਰ ਵੀ ਬੰਦਗੀ ਕਰਦੇ ਰਹਿਣਾ, ਤੇ ਆਤਮਾ ਸ਼ੁੱਧ ਰਹਿ ਕੇ ਫਿਰ ਪ੍ਰਮਾਤਮਾ 'ਚ ਲੀਨ ਹੁੰਦੀ ਹੈ। ਜਦੋਂ ਕੇਵਲ ਸ਼ੁੱਧ ਆਤਮਾ ਹੀ ਰਹਿ ਜੇ, ਬਾਕੀ ਸਾਰਾ ਕੁਝ ਦੁਆਲਿਓਂ ਲੱਥ ਜਾਏ, ਫਿਰ ਇਹ ਆਤਮਾ ਪਰਮਾਤਮਾ ਦੀ ਅੰਸ਼ ਹੈ। ਇੰਨਾ ਅੰਤਰ ਜ਼ਰੂਰ ਹੈ ਕਿ ਆਤਮਾ ਅਲਪੱਗ ਹੈ, ਪਰਮਾਤਮਾ ਸਰਬੱਗ ਹੈ। ਇਹ ਸਰਬੱਗ ਨਾਲ ਜੁੜ ਕੇ ਫਿਰ ਸ਼ਕਤੀਵਾਨ ਹੋ ਜਾਂਦਾ ਜੀ। ਅਲਪਗਤਾ ਤੇ ਸਰਬੱਗਤਾ ਦਾ ਫਰਕ ਹੈ। ਜੀਵ ਅਲਪੱਗ ਹੈ, ਈਸ਼ ਸਰਬੱਗ ਹੈ। ਸਰੂਪ ਦੋਵਾਂ ਦਾ ਇੱਕੋ ਹੀ ਹੈ। ਜਿਵੇਂ ਇੱਕ ਪਾਣੀ ਦੀ ਕੌਲੀ, ਇੱਕ ਸਮੁੰਦਰ। ਪਾਣੀ ਦੀ ਕੌਲੀ ਸਮੁੰਦਰ ਨਹੀਂ ਕਹਾ ਸਕਦੀ, ਪਰ ਸਮੁੰਦਰ 'ਚ ਪੈ ਕੇ ਤਾਂ ਸਮੁੰਦਰ ਰੂਪ ਹੈ ਨਾ। ਇਸ ਤਰ੍ਹਾਂ ਕੋਈ ਵਿਰਲਾ ਹੀ ਹੈ ਜੋ ਆਪਣੇ ਸਰੂਪ ਨੂੰ ਪਛਾਣਦਾ ਹੈ ਤੇ ਫਿਰ ਬ੍ਰਹਮ ਵਿੱਚ ਭੇਦ ਹੁੰਦਾ। ਪ੍ਰਭ ਮਿਲਣਾ ਕਿ ਇਹ ਨਿਸ਼ਾਨੀ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਦੇ ਮਿਲ ਪੈਣ ਦੀ, ਪ੍ਰਭੂ ਦੇ ਮਿਲਾਪ ਦੀ ਇਹ ਨਿਸ਼ਾਨੀ ਹੈ। ਕਿਹਾ ਜੀ, ਮਨ ਇੱਕੋ ਸੱਚਾ ਹੁਕਮ ਪਛਾਣੀ। ਮਨ ਵਿੱਚ ਇੱਕੋ ਅਕਾਲ ਪੁਰਖ ਵਸਿਆ ਹੋਇਆ, ਤੇ ਉਹਦੇ ਹੁਕਮ ਦੇ ਅੰਦਰ ਜੋ ਕੁਛ ਵਰਤ ਰਿਹਾ, ਉਹਦੇ ਹੁਕਮ ਦੀ ਪਛਾਣ ਕਰਨੀ ਤੇ ਹੁਕਮ ਨੂੰ ਮੰਨਣਾ। ਉਜਰ ਨਾ ਕਰਨਾ, ਤਰਕ ਨਾ ਕਰਨੀ, ਵਿਰੋਧ ਨਾ ਕਰਨਾ ਵੀ ਇੰਝ ਕਿਉਂ ਹੋਇਆ, ਇੰਝ ਕਿਉਂ, ਇੰਝ ਕਿਉਂ ਕੀਤਾ। ਮਨ ਦੇ ਅੰਦਰ ਇੱਕੋ ਅਕਾਲ ਪੁਰਖ ਸੱਚੇ ਪ੍ਰਮਾਤਮਾ ਦੇ ਹੁਕਮ ਨੂੰ ਪਛਾਣ ਕੇ ਤੇ ਉਸ ਹੁਕਮ ਦੀ ਰਜਾ ਵਿੱਚ ਪ੍ਰਮਾਤਮਾ ਦੇ ਹੁਕਮ ਅੰਦਰ ਪ੍ਰਸੰਨ ਚਿਤ ਰਹਿਣਾ। ਜਿਹੜਾ ਇੰਝ ਕਰਦਾ, ਮਤਲਬ ਵੀ ਉਹ ਪ੍ਰਭੂ ਨੂੰ ਮਿਲ ਪਿਆ ਹੈ। ਸਹਿਜ ਸੰਤੋਖ ਸਦਾ ਤ੍ਰਿਪਤਾਸੇ, ਆਨੰਦ ਖਸਮ ਕਹਿ ਭਾਣਾ ਜੀਓ। ਖਸਮ ਅਕਾਲ ਪੁਰਖ ਦੇ ਭਾਣੇ 'ਚ ਪ੍ਰਸੰਨ ਰਹਿੰਦੇ ਹਨ ਗੁਰਮੁਖ ਪਿਆਰੇ। ਤੇ ਹਿਰਦੇ ਦੇ ਅੰਦਰ ਅਡੋਲਤਾ ਹੈ, ਨਾਲ ਸੰਤੋਖ ਹੈ। ਸੰਤੋਖ ਆਇਆ ਮਨ ਪੂਰਾ ਪਾਏ, ਸਤ ਸੰਤੋਖ ਹੋਵੈ ਅਰਦਾਸ, ਤਾਂ ਸੁਣ ਸਦ ਬਹਾਲੇ ਪਾਸ। ਤੇ ਸਦਾ ਵਾਸਤੇ ਉਹ ਤ੍ਰਿਪਤਾਸੇ, ਤ੍ਰਿਪਤ ਹੋਏ ਹੋਏ ਨੇ। ਆਸਾ ਤੋਂ ਤ੍ਰਿਪਤ ਹਨ, ਕੋਈ ਆਸਾ ਨਹੀਂ, ਵਾਸ਼ਨਾ ਨਹੀਂ। ਤੇ ਇੱਦਾਂ ਪ੍ਰਮਾਤਮਾ ਦੇ ਭਾਣੇ ਅੰਦਰ ਪ੍ਰਸੰਨ ਰਹਿੰਦੇ ਆ। ਆਨੰਦ ਹੈ ਉਹਨਾਂ ਦੇ ਹਿਰਦੇ 'ਚ ਸਦਾ ਵਾਸਤੇ। ਹੱਥੀ ਦਿੱਤੀ ਪ੍ਰਭ ਦੇਵਨ ਹਾਰੈ। ਹੁਣ ਵੇਖੋ, ਅਰਥ ਨਾ ਆਉਂਦੇ ਹੋਣ ਤੇ ਕਈ ਵਾਰੀ
ਜਿਹੜੇ ਬਿੰਦੀਆਂ ਲਾਉਣ ਦੀ ਆਦਤ ਹੈ, ਇੱਥੇ ਵੀ ਵਿਅਕਤੀ ਬਿੰਦੀ ਲਾਵੇਗਾ, ਹੱਥੀਂ ਦਿੱਤੀ ਪ੍ਰਭ ਦੇਵਨਹਾਰਾ, ਸਮਝੇਗਾ ਵੀ ਹੱਥਾਂ ਦਾ ਵਾਚਕ ਸ਼ਬਦ ਹੈ। ਨਹੀਂ, ਕਿਉਂਕਿ ਅਗਲੀ ਪੰਕਤੀ ਤੋਂ ਇਹ ਸਿੱਧ ਹੋ ਰਿਹਾ ਵੀ ਇਹ ਹੱਥੀਂ ਬਿੰਦੀ ਲਾ ਕੇ ਪਾਠ ਬਿਲਕੁਲ ਨਹੀਂ ਕਰਨਾ, ਅਰਥ ਦਾ ਅਨਰਥ ਹੋ ਜਾਏਗਾ। ਹੱਥੀਂ ਦਿੱਤੀ ਪ੍ਰਭ ਦੇਵਨਹਾਰਾ, ਪ੍ਰਭੂ ਜੋ ਦਾਤਾਂ ਦੇਣ ਵਾਲਾ ਵਾਹਿਗੁਰੂ ਹੈ, ਉਸ ਨੇ ਸਾਨੂੰ ਇੱਕ ਹੱਥੀ ਦਿੱਤੀ ਹੈ। ਹੱਥੀ ਕਿਆ ਹੈ? ਉਂਝ ਕੋਈ ਸਮਝ ਲਵੇਗਾ ਵੀ ਜਿਵੇਂ ਟੋਕੇ ਦੀ ਹੱਥੀ ਜਾਂ ਚਰਖੇ ਦੀ ਹੱਥੀ, ਇਹਦਾ ਨਹੀਂ। ਹੁਣ ਵੀ ਸ਼ਾਇਦ ਐਸਾ ਹੋਵੇ, ਤੇ ਪੁਰਾਣੇ ਸਮੇਂ 'ਚ ਵੀ ਮਾਈਆਂ ਨੇ ਘਰਾਂ 'ਚ ਸੁੰਡ, ਅਜਵੈਣ ਆਦਿਕ ਚੀਜ਼ਾਂ, ਜਾਫਲ ਆਦਿਕ ਪਾ ਕੇ ਤੇ ਉਹ ਕੁੱਟ ਕੱਟ ਕੇ ਤੇ ਪੁੜੀਆਂ ਬਣਾ ਕੇ ਰੱਖੀਆਂ ਹੋਈਆਂ, ਜਾਂ ਭਾਂਡੇ 'ਚ ਪਾ ਕੇ ਰੱਖੀ ਹੋਈ ਚੀਜ਼ ਵਸਤੂ ਕਿਸੇ ਨੂੰ ਅਪਾਚਾ ਹੋ ਜਾਏ, ਅਫਰੇਵਾ ਹੋ ਜਾਏ, ਪੇਟ ਖਰਾਬ ਹੋ ਜਾਏ, ਤੇ ਉਹ ਫੱਕੀ ਦਿੰਦੇ। ਸਾਡੇ ਮਾਝੇ 'ਚ ਉਹਨੂੰ ਫੱਕੀ ਕਹਿੰਦੇ ਨੇ, ਵੀ ਆਹ ਫੱਕੀ ਪਾਣੀ ਨਾਲ ਮਾਰ ਲਾ, ਫੱਕੀ ਇਹ ਫੱਕੀ ਖਾ ਲੈ, ਮਤਲਬ ਪਾਣੀ ਨਾਲ ਤੇਰਾ ਜਿਹੜਾ ਪੇਟ ਖਰਾਬ ਆ ਉਹ ਠੀਕ ਹੋ ਜਾਏਗਾ। ਸੋ ਇਸ ਪ੍ਰਕਾਰ ਗੁਰੂ ਮਹਾਰਾਜ ਉਹ ਕਹਿ ਰਹੇ ਨੇ ਦਵਾਈ। ਪ੍ਰਭੂ ਦੇਣਹਾਰ ਪ੍ਰਮਾਤਮਾ ਨੇ ਐਸੀ ਹੱਥੀ ਇਹ ਦਵਾਈ ਦੀ ਫੱਕੀ ਸਾਨੂੰ ਦਿੱਤੀ, ਜਨਮ ਮਰਨ ਰੋਗ ਸਭ ਨਿਵਾਰੇ। ਜੰਮਣ ਮਰਨ ਤੇ ਹੋਰ ਵੀ ਸਾਰੇ ਰੋਗ, ਜੰਮਣ ਮਰਨ ਵੀ ਰੋਗ ਹੀ ਚੰਬੜਿਆ ਆ। ਇਹ ਕਿਉਂ ਹੈ? ਕਿਉਂਕਿ ਹੰਗਤਾ ਹੈ, ਮਨਮੁਖਤਾਈ ਹੈ, ਵਿਕਾਰ ਸਾਰੇ ਰੋਗ ਨੇ। ਇਹ ਸਾਰੇ ਰੋਗ ਪਰਮਾਤਮਾ ਨੇ ਨਿਵਾਰ ਦਿੱਤੇ, ਦੂਰ ਕਰ ਦਿੱਤੇ, ਮੇਟ ਦਿੱਤੇ ਇਸ ਦਵਾਈ ਨਾਲ। ਉਪਦੇਸ਼ ਰੂਪੀ ਦਵਾਈ ਦਿੱਤੀ, ਸਾਡੀ ਬਿਰਤੀ ਨੂੰ ਵਾਹਿਗੁਰੂ ਦੇ ਨਾਮ ਨਾਲ ਜੋੜ ਦਿੱਤਾ, ਬਖਸ਼ਿਸ਼ ਕਰ ਦਿੱਤੀ। ਨਾ ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਿਆਈ। ਗੁਰੂ ਸਾਹਿਬ ਨੂੰ ਕੇਵਲ ਉਪਦੇਸ਼ ਕਰਤਾ ਨਾ ਸਮਝਣਾ। ਉਪਦੇਸ਼ ਦੇਣ ਵਾਲੇ ਬਹੁਤ ਮਿਲਣਗੇ, ਪਰ ਬਖਸ਼ਿਸ਼ ਕਰਨ ਵਾਲਾ ਜਿਹਦੇ ਕੋਲ ਤਾਕਤ ਹੈ ਕਿ ਕਿਸੇ ਦੇ ਮਨ ਨੂੰ ਪਰਮਾਤਮਾ ਨਾਲ ਜੋੜ ਦੇ, ਕਿਸੇ ਮਨਮੁਖ ਨੂੰ ਗੁਰਮੁਖ ਬਣਾ ਦੇ, ਇਹ ਬਖਸ਼ਿਸ਼ ਸਤਿਗੁਰੂ ਦੇ ਪਾਸ ਹੈ। ਸਤਿਗੁਰੂ ਕੇਵਲ ਉਪਦੇਸ਼ ਨਹੀਂ ਦਿੰਦੇ। ਜਿਹੜਾ ਗੁਰੂ ਦੇ ਉਪਦੇਸ਼ ਵੱਲ ਨੂੰ ਤੁਰਨਾ ਚਾਹੁੰਦਾ ਨਾ, ਗੁਰੂ ਦੇ ਦੱਸੇ ਮਾਰਗ ਤੇ, ਉਹਦੇ ਤੇ ਨਾਲ ਸਤਿਗੁਰੂ ਰਹਿਮਤਾਂ ਵੀ ਕਰਦਾ। ਚਰਨ ਸਰਨ ਗੁਰ ਏਕ ਪੈਂਡਾ ਜਾਏ, ਚੱਲ ਸਤਿਗੁਰ ਕੋਟ ਪੈਂਡਾ ਆਗੈ ਹੋਏ ਲੇਤ ਹੈ। ਇਸ ਤਰ੍ਹਾਂ ਇਉਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਰੇ ਰੋਗ ਮੇੜ ਦਿੰਦੇ। ਨਾਨਕ ਦਾਸ ਕੀਏ ਪ੍ਰਭ ਆਪਣੇ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਪ੍ਰਭੂ ਪਰਮਾਤਮਾ ਨੇ ਜਿਹੜੇ ਦਾਸ ਆਪਣੇ ਬਣਾ ਲਏ, ਜਿਹੜੇ ਸੇਵਕ, ਜਿਹੜੇ ਭਗਤ ਆਪਣੇ ਬਣਾ ਲਏ, ਜਿਨ੍ਹਾਂ ਨੂੰ ਅੰਗੀਕਾਰ ਕਰ ਲਿਆ। ਹਰ ਕੀਰਤਨ ਰੰਗ ਮਾਣੇ ਜੀਓ। ਉਹ ਹਰੀ ਪਰਮਾਤਮਾ ਦੇ ਕੀਰਤਨ ਦੁਆਰਾ ਰੰਗ ਵਿੱਚ ਪਹੁੰਚ ਜਾਂਦੇ ਨੇ। ਰੰਗ ਆਨੰਦ ਪ੍ਰੇਮ, ਪਰਮਾਤਮਾ ਦੇ ਕੀਰਤਨ ਦੁਆਰਾ ਰੰਗ ਆਨੰਦ ਨੂੰ, ਵਾਹਿਗੁਰੂ ਦੇ ਪ੍ਰੇਮ ਨੂੰ ਮਾਣਦੇ ਹਨ ਜੀ। ਮਾਝ ਮਹੱਲਾ ਪੰਜਵਾਂ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਅਗਲਾ ਉਚਾਰਨ ਕੀਤਾ ਹੋਇਆ ਸ਼ਬਦ ਹੈ। ਹਜ਼ੂਰ ਕਹਿੰਦੇ ਨੇ, ਕੀਨੀ ਦਇਆ ਗੋਪਾਲ ਗੁਸਾਈ। ਜੋ ਸ੍ਰਿਸ਼ਟੀ ਨੂੰ ਪਾਲਣ ਵਾਲਾ ਹੈ, ਗੁਸਾਈ ਸ੍ਰਿਸ਼ਟੀ ਧਰਤੀ ਦਾ ਸਾਈਂ ਮਾਲਕ ਹੈ। ਉਸ ਵਾਹਿਗੁਰੂ ਪਰਮਾਤਮਾ ਨੇ ਜਦੋਂ ਦਇਆ ਕੀਤੀ ਤਾਂ ਗੁਰ ਕੇ ਚਰਨ ਵਸੇ ਮਨ ਮਾਹੀ, ਤਾਂ ਪੂਰੇ ਸਤਿਗੁਰੂ ਨਾਲ ਮਿਲਾਪ ਹੋਇਆ। ਐਸੀ ਉਹਨੇ ਸੋਝੀ ਸਮੱਤ ਬਖਸ਼ ਦਿੱਤੀ ਵਾਹਿਗੁਰੂ ਨੇ ਦਇਆ ਕਰਕੇ, ਭਈ ਗੁਰੂ ਮਹਾਰਾਜ ਦੇ ਚਰਨਾਂ ਦੀ ਅਹਿਮੀਅਤ ਦਾ ਪਤਾ ਲੱਗਾ। ਭਾਵਨਾ ਬਣੀ ਸਤਿਗੁਰੂ ਦੇ ਪ੍ਰਤੀ, ਤੇ ਗੁਰੂ ਦੇ ਚਰਨ ਮਨ ਵਿੱਚ ਵਸ ਗਏ। ਜਿਵੇਂ ਭਾਈ ਗੋਇੰਦਾ ਸੀ ਨਾ, ਗੁਰੂ ਹਰਿਰਾਏ ਸਾਹਿਬ ਮਹਾਰਾਜ ਦਾ ਸਿੱਖ ਸੀ, ਪ੍ਰਚਾਰਕ, ਤੇ ਭਾਈ ਗੋਇੰਦਾ ਗਿਆ ਕਾਬਲ। ਤੇ ਇੱਧਰ ਸਤਿਗੁਰੂ ਹਰਿਰਾਏ ਸਾਹਿਬ ਜੀ ਜਦੋਂ ਦੀਵਾਨ ਦੀ ਸੰਪੂਰਨਤਾ ਹੋਈ ਤੇ ਸਿੱਖ ਸੰਗਤਾਂ ਲੰਗਰ ਵਿੱਚ ਚਲੀਆਂ ਗਈਆਂ ਹਾਜ਼ਰੀ ਛਕਣ ਵਾਸਤੇ, ਤੇ ਸਿੱਖ ਡੀਕਦੇ ਸੀ। ਆਖਰ ਲਾਂਗਰੀ ਸਿੱਖ ਆਏ, ਮਹਾਰਾਜ ਆਓ ਲੰਗਰ ਵਿੱਚ ਚਰਨ ਪਾਓ, ਲੰਗਰ ਸਥਾਨ ਤੇ ਤੁਸੀਂ ਭੋਗ ਲਾਓ, ਫਿਰ ਸੰਗਤਾਂ ਛਕਣ। ਹਜ਼ੂਰ ਕਹਿਣ ਲੱਗੇ, ਤੁਸੀਂ ਅਰਦਾਸ ਕਰਕੇ ਵਰਤਾ ਦਿਓ, ਅਸੀਂ ਉੱਠ ਨਹੀਂ ਸਕਦੇ। ਤੇ 4 ਪਹਿਰ ਗੁਰੂ ਹਰਿਰਾਏ ਸਾਹਿਬ ਬੈਠੇ ਰਹੇ। ਸ਼ਾਮਾਂ ਨੂੰ ਚੌਂਕੜਾ ਖੁੱਲ੍ਹਿਆ। ਫਿਰ ਸਿਆਣੇ ਨਿਕਟਵਰਤੀ ਸਿੱਖਾਂ ਨੇ ਪੁੱਛਿਆ ਕਿ ਮਹਾਰਾਜ ਇਹ ਕੀ ਗੱਲ? ਤਾਂ ਦੱਸਿਆ ਕਿ ਭਾਈ ਗੋਇੰਦੇ ਨੇ ਧਿਆਨ ਦੁਆਰਾ ਪ੍ਰੇਮ ਦੇ ਨਾਲ ਸਾਡੇ ਚਰਨ ਫੜੇ ਹੋਏ ਸੀ, ਉਹ ਛੱਡਦਾ ਨਹੀਂ ਸੀ। ਅਗਰ ਜੇ ਅਸੀਂ ਉੱਠ ਪੈਂਦੇ ਤਾਂ ਉਹਦਾ ਨਰਾਦਰ ਹੋਣਾ ਸੀ। ਉਹਦੇ ਧਿਆਨ 'ਚ, ਉਹਦੇ ਪ੍ਰੇਮ 'ਚ ਫਰਕ ਪੈਂਦਾ ਸੀ। ਇਸ ਕਰਕੇ ਅਸੀਂ ਬੈਠੇ ਰਹੇ। ਫਿਰ ਉਹਨੇ ਫੜੇ ਹੋਏ ਸੀ ਸਾਡੇ ਚਰਨ। ਫਿਰ ਸਿੱਖ ਸੰਗਤਾਂ ਪ੍ਰੇਮੀਆਂ ਨੇ ਸਮਾਂ ਨੋਟ ਕਰ ਲਿਆ, ਉਹ ਤਰੀਕ ਦਿਨ। ਅਤੇ ਜਦੋਂ ਭਾਈ ਗੋਇੰਦਾ ਸਿੱਖ ਸੰਗਤ ਸਮੇਤ ਆਏ
ਕੀਰਤਪੁਰ ਸਾਹਿਬ। ਅਤੇ ਫਿਰ ਪੁੱਛਿਆ ਸੀ ਕਿ ਫਲਾਣੀ ਤਰੀਕ ਨੂੰ ਇਸ ਦਿਨ ਭਾਈ ਗੋਇੰਦਾ ਜੀ ਕੀ ਕਰਦੇ ਰਹੇ ਸਾਰਾ ਦਿਨ। ਤਾਂ ਦੱਸਿਆ ਸੀ ਸਾਰਾ ਦਿਨ ਸਮਾਧੀ ਲੱਗੀ ਰਹੀ ਸੀ, ਨੇਤਰ ਬੰਦ ਕਰਕੇ ਬੈਠੇ ਹੀ ਰਹੇ ਸਨ ਅਤੇ ਹਿੱਲੇ ਹੀ ਨਹੀਂ, ਨਿਰਹਲ ਰਹੇ। ਮਤਲਬ ਪ੍ਰੇਮ ਦੇ ਸਹਿਤ ਸਤਿਗੁਰੂ ਦੇ ਚਰਨ ਮਨ ਵਿੱਚ ਵਸੇ ਹੋਏ। ਇਹ ਵੀ ਨਹੀਂ ਉਪਦੇਸ਼ ਇੱਥੋਂ ਮਿਲਦਾ ਵੀ ਤੁਸੀਂ ਉਹ ਗੁਰੂ ਮਹਾਰਾਜ ਦਾ ਧਿਆਨ ਧਰਦੇ ਸਮਾਧੀ ਨੇਤਰ ਬੰਦ ਕਰਕੇ ਬੈਠੇ ਰਹੋ। ਨਹੀਂ, ਕਾਰ ਵਿਹਾਰ ਤੋਂ ਸਤਿਗੁਰਾਂ ਮਨਾ ਨਹੀਂ ਕੀਤਾ। ਪਰ ਸਾਡੇ ਕੋਲ ਬੜੇ ਵੇਲ ਦੇ ਸਮੇਂ ਵੀ ਹੁੰਦੇ ਨੇ ਜਦੋਂ ਕਾਰ ਵਿਹਾਰ ਹੁੰਦਾ ਨਹੀਂ, ਉਦੋਂ ਕਿਹੜਾ ਚਿੱਤ ਸਤਿਗੁਰੂ ਦੇ ਚਰਨਾਂ ਨਾਲ ਜੁੜਦਾ ਜਾਂ ਸ਼ਬਦ ਨਾਲ ਜੁੜਦਾ। ਸਤਿਗੁਰੂ ਦੇ ਚਰਨ ਸ਼ਬਦ ਹੀ ਹਨ, ਸ਼ਬਦ ਨਾਲ ਚਿੱਤ ਜੁੜ ਜੇ ਪਾਰ ਉਤਾਰਾ ਹੈ। ਗੁਰੂ ਦੇ ਸ਼ਬਦ ਰੂਪੀ ਚਰਨ, ਨਾਮ ਰੂਪੀ ਚਰਨ ਮਨ ਵਿੱਚ ਵਸ ਗਏ। ਅੰਗੀਕਾਰ ਕੀਆ ਤਿਨ ਕਰਤਾ, ਤਿਸ ਕਰਤੇ ਅਕਾਲ ਪੁਰਖ ਨੇ ਉਹਨਾਂ ਦਾ ਅੰਗੀਕਾਰ ਕੀਤਾ। ਅੰਗੀਕਾਰ ਮਤਲਬ ਅਪਣਾ ਲਏ, ਆਪਣੇ ਬਣਾ ਲਏ, ਪੱਖ ਕੀਤਾ, ਆਪਣੇ ਬਣਾ ਲਿਆ। ਦੁੱਖ ਕਾ ਡੇਰਾ ਢਾਹਿਆ ਜੀਓ, ਤਾਂ ਦੁੱਖਾਂ ਦਾ ਡੇਰਾ, ਜਿਵੇਂ ਬਚਨ ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਪੰਨਾ। ਦੁੱਖਾਂ ਰੋਗਾਂ ਦਾ ਡੇਰਾ ਕਿਹਾ ਹੈ ਅਗਿਆਨ। ਅਗਿਆਨ ਕਰਕੇ ਹੀ ਸਾਰੇ ਦੁੱਖ ਸਾਨੂੰ ਚੰਬੜੇ ਹੋਏ ਨੇ। ਅਗਿਆਨ ਕਿਹਾ ਸੰਸਾਰ ਨੂੰ ਸੱਚਾ ਮੰਨਿਆ ਹੋਇਆ। ਇਹ ਸੰਸਾਰ ਹੀ ਅਗਿਆਨ ਹੈ, ਦੁੱਖ ਰੂਪ ਹੈ। ਹਜ਼ੂਰ ਕਹਿੰਦੇ ਨੇ ਫਿਰ ਦੁੱਖ ਦਾ ਡੇਰਾ ਜੋ ਅਗਿਆਨ ਹੈ ਉਹ ਢਾਹ ਦਿੱਤਾ ਵਾਹਿਗੁਰੂ ਜੀ ਨੇ ਕਿਰਪਾ ਕਰਕੇ। ਮਨ ਤਨ ਵਸਿਆ ਸੱਚਾ ਸੋਈ, ਮਨ ਦੇ ਅੰਦਰ ਵੀ ਅਤੇ ਤਨ ਇੰਦਰੀਆਂ ਸਰੀਰ ਦੇ ਅੰਦਰ ਵੀ ਸੱਚ ਸਰੂਪ ਪਰਮੇਸ਼ਰ ਜੋ ਉਹੀ ਅਕਾਲ ਪੁਰਖ ਹੈ ਨਾ, ਸ੍ਰਿਸ਼ਟੀ ਰਚਣ ਵਾਲਾ, ਉਹ ਵਸਿਆ ਹੋਇਆ। ਬਿਖੜਾ ਥਾਨ ਨਾ ਦਿਸੈ ਕੋਈ, ਕੋਈ ਅਸਥਾਨ ਬਿਖੜਾ ਕਠਨ, ਜਿੱਥੇ ਜਾਣਾ ਔਖਾ ਹੋਵੇ ਬਿਖੜਾ, ਕੋਈ ਅਸਥਾਨ ਵੀ ਬਿਖੜਾ ਨਹੀਂ ਦਿਸਦਾ, ਕਠਨ ਨਹੀਂ ਦਿਸਦਾ, ਕੋਈ ਭਾਵ ਕੰਮ ਔਖਾ ਨਹੀਂ ਦਿਸਦਾ। ਦੂਤ ਦੁਸ਼ਮਣ ਸਭ ਸੱਜਣ ਹੋਏ, ਦੂਤ ਹੁੰਦੇ ਨੇ ਦੋਖੀ, ਜਿਵੇਂ ਬਚਨਾ ਦੂਤ ਦੁਸ਼ਮਣ ਸਭ ਤੁਝ ਤੇ ਨਿਵਰਹਿ ਪ੍ਰਗਟ ਪ੍ਰਤਾਪ ਤੁਮਾਰਾ। ਔਰ ਬਾਹਰੀ ਤੌਰ 'ਤੇ ਵੀ ਹੁੰਦੇ ਨੇ ਦੋਖੀ ਆਪਣੇ, ਅਤੇ ਅੰਤਰੀਵ ਵੀ ਹੁੰਦੇ ਨੇ ਦੋਖੀ, ਦੁਸ਼ਮਣ ਵੀ ਬਾਹਰੀ ਅਤੇ ਅੰਤਰੀਵ ਵੀ। ਅੰਦਰ ਵੀ ਇਹ ਪੰਚ ਦੂਤ ਮਿਲ ਪਿਰੋਂ ਵਿਛੋੜੀ, ਪੰਜੇ ਦੂਤ ਕਾਮ ਕ੍ਰੋਧ ਮੋਹ ਲੋਭ ਹੰਕਾਰ। ਹੋਰ ਵੀ ਦੁਸ਼ਮਣ ਨੇ, ਈਰਖਾ ਹੈ, ਵੈਰ ਭਾਵਨਾ ਹੈ, ਕਈ ਕੁਛ ਹੈ। ਇਹ ਦੂਤ ਦੁਸ਼ਮਣ ਸਭ ਸੱਜਣ ਹੋਏ, ਜਿਹੜੇ ਇਹ ਸਨ ਕਾਮ ਕ੍ਰੋਧ ਮੋਹ ਲੋਭ ਹੰਕਾਰ, ਆਸਾ ਤ੍ਰਿਸ਼ਨਾ ਵਾਸ਼ਨਾ ਆਦਿ ਕੇ ਸਾਰੇ ਸੱਜਣ ਬਣ ਗਏ। ਜਿਹੜਾ ਕਾਮ ਹੈ, ਕਾਮਨਾ ਤੋਂ ਕਾਮ ਹੈ, ਅਤੇ ਕਾਮਨਾ ਵਾਹਿਗੁਰੂ ਦੇ ਦਰਸ਼ਨਾਂ ਦੀ ਇਕੱਲੀ ਰਹਿ ਗਈ। ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਜੋ ਕ੍ਰੋਧ ਹੈ ਇਹ ਵੀਰ ਰਸ ਹੋ ਗਿਆ, ਔਗਣਾਂ ਦੇ ਖਿਲਾਫ ਵੀਰ ਰਸ ਤਗੜਾ ਹੋ ਕੇ ਵਿਕਾਰਾਂ ਦੇ ਖਿਲਾਫ ਹੋ ਗਿਆ। ਜਾਂ ਕ੍ਰੋਧ ਦੇ ਥਾਂ ਸ਼ਾਂਤੀ ਆ ਗਈ ਅੰਦਰ। ਸੋ ਇਸੇ ਪ੍ਰਕਾਰ ਜਿਹੜਾ ਮੋਹ ਹੈ ਇਹ ਵਿਵੇਕ ਵਿੱਚ ਤਬਦੀਲ ਹੋ ਗਿਆ। ਸਾਰੇ ਸੰਸਾਰ ਨਾਲ ਪਰਮਾਤਮਾ ਦੇ ਅੰਸ਼ ਜਾਣ ਕੇ ਪਿਆਰ ਮੁਹੱਬਤ ਕਰਦੇ ਨੇ ਗੁਰਮੁਖ। ਮੋਹ ਹੋਰ ਚੀਜ਼ ਹੈ, ਪਿਆਰ ਹੋਰ ਆ। ਮੋਹ ਪ੍ਰੇਮ ਵਿੱਚ ਬਦਲ ਗਿਆ, ਜਾਂ ਵਿਵੇਕ ਆ ਗਿਆ ਅੰਦਰ। ਸਾਰਿਆਂ 'ਚ ਪਰਮਾਤਮਾ ਦੀ ਜੋਤ ਹੈ, ਆਪਣੇ ਹੀ ਨੇ ਸਾਰੇ। ਨਾ ਕੋ ਮੇਰਾ ਦੁਸ਼ਮਣ ਰਹਿਆ, ਨਾ ਹਮ ਕਿਸਕੇ ਬਹਿਰਾਈ। ਬ੍ਰਹਮ ਪਸਾਰਿਓ ਭੀਤਰ ਸਤਿਗੁਰ ਤੇ ਸੋਝੀ ਪਾਈ। ਲੋਭ ਸੰਤੋਖ ਆ ਗਿਆ ਪਦਾਰਥਾਂ ਵੱਲੋਂ, ਅਤੇ ਲੋਭ ਰਹਿ ਗਿਆ ਸਿਰਫ ਵਾਹਿਗੁਰੂ ਦੇ ਸਿਮਰਨ ਦਾ। ਅਤੇ ਹੰਕਾਰ ਬਿਲਕੁਲ ਮਿਟ ਗਿਆ, ਅਤੇ ਹੰਕਾਰ ਦੀ ਥਾਂ 'ਤੇ ਜਿਹੜਾ ਸਵੈਮਾਨ, ਅਣਖ, ਗੈਰਤ ਜਾਂ ਗੁਰੂ ਮਹਾਰਾਜ 'ਤੇ ਮਾਣ ਰਹਿ ਗਿਆ। ਸੋ ਇਸ ਪ੍ਰਕਾਰ ਇਹ ਜਿਹੜੇ ਦੂਤ ਦੁਸ਼ਮਣ ਸਨ ਅੰਦਰ, ਇਹ ਸਭ ਸੱਜਣ ਹੋ ਗਏ, ਭਾਵ ਅਧੀਨ ਹੋ ਗਏ ਹਨ। ਏਕੋ ਸੁਆਮੀ ਆਹਿਆ ਜੀਓ, ਇੱਕੋ ਇੱਕ ਸੁਆਮੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਾਰੀ ਸ੍ਰਿਸ਼ਟੀ ਦਾ ਜੋ ਖਸਮ ਹੈ ਉਹ ਆਇਆ, ਮਤਲਬ ਉਹਨੂੰ ਅਸੀਂ ਚਾਹਿਆ ਹੈ, ਉਹੋ ਹੀ ਚੰਗਾ ਲੱਗਾ। ਜੋ ਕਿਛ ਕਰੇ ਸੋ ਆਪੇ ਆਪੈ, ਜੋ ਕੁਛ ਵੀ ਪਰਮਾਤਮਾ ਕਰਦਾ ਹੈ ਆਪਣੇ ਆਪ ਹੀ ਕਰਦਾ ਹੈ। ਉਹ ਪੂਛ ਨਾ ਕਿਸੈ ਕਰੈ ਵਿਚਾਰ, ਬੀਓ ਪੂਛ ਨਾ ਮਸਲਤ ਧਰੈ, ਜੋ ਕਿਛ ਕਰੈ ਸੋ ਆਪੇ ਕਰੈ। ਬੁੱਧ ਸਿਆਣਪ ਕਿਛੂ ਨਾ ਜਾਪੈ, ਜੇ ਕਹੀਏ ਵੀ ਆਪਣੀ ਬੁੱਧੀ ਨਾਲ, ਆਪਣੀਆਂ ਚਤੁਰਾਈਆਂ ਸਿਆਣਪਾਂ ਦੇ ਨਾਲ ਕੁਛ ਜਾਣ ਲਵਾਂਗੇ ਤਾਂ ਮਹਾਰਾਜ ਕਹਿੰਦੇ ਕਿਛੂ ਨਾ ਜਾਪੈ, ਕੁਛ ਨਹੀਂ ਜਾਣਿਆ ਜਾ ਸਕਦਾ ਪਰਮਾਤਮਾ ਬਾਰੇ, ਉਹਦੇ ਕਰਤੱਬਾਂ ਬਾਰੇ। ਆਪਣਿਆਂ ਸੰਤਾਂ ਨੂੰ ਆਪ ਸਹਾਈ, ਜਿਹੜੇ ਉਸ ਪਰਮਾਤਮਾ ਦੇ ਆਪਣੇ ਬਣ ਗਏ ਨਾ ਸੰਤ। ਇੱਕ ਦੁਨੀਆ ਦੇ ਸੰਤ ਹੁੰਦੇ ਨੇ, ਲੋਕ ਵੇਸ਼ ਭੂਸ਼ਾ ਵੇਖ ਕੇ ਅਤੇ ਹੋਰ ਚੜ੍ਹਤ ਵੇਖ ਕੇ, ਫਬਤ ਵੇਖ ਕੇ ਵੀ ਮੱਥੇ ਟੇਕੀ ਜਾਂਦੇ ਨੇ। ਦੁਨੀਆ ਵੀ ਸੰਤ ਬਣਾ ਦਿੰਦੀ ਹੈ ਬੰਦੇ ਨੂੰ।
ਤੇ ਜੋ ਸਿਆਣਾ ਵਿਅਕਤੀ ਹੈ ਉਹ ਦੁਨੀਆ ਦਾ ਬਣਾਇਆ ਸੰਤ ਨਹੀਂ ਬਣਦਾ। ਜਿਵੇਂ ਇੱਕ ਵਾਰੀ ਕਾਸ਼ੀ ਵਿਖੇ ਯਾਨੀ ਸੰਤ ਸਿੰਘ ਮਸਕੀਨ ਜੀ ਨੂੰ ਸੱਦਿਆ ਗਿਆ ਤੇ ਉਹਨਾਂ ਨੇ ਆਪਸ ਵਿੱਚ ਸਲਾਹ ਕੀਤੀ ਭਈ ਅਸੀਂ ਇੱਕ ਤਾਂ ਵੱਡੇ ਪੱਧਰ 'ਤੇ ਸਨਮਾਨਿਤ ਕਰਨਾ ਗਿਆਨੀ ਮਸਕੀਨ ਜੀ ਨੂੰ, ਤੇ ਇੱਕ ਅਸੀਂ ਅੱਜ ਇਹਨਾਂ ਨੂੰ ਇੱਕ ਖਿਤਾਬ ਦੇਣਾ ਰਾਸ਼ਟਰੀ ਸੰਤ। ਤਾਂ ਮਸਕੀਨ ਜੀ ਨੂੰ ਜਦੋਂ ਪੁੱਛਿਆ ਗਿਆ, ਸਲਾਹ ਕੀਤੀ ਗਈ, ਤਾਂ ਉਹ ਕਹਿਣ ਲੱਗੇ ਭਈ ਗੁਰੂ ਦੇ ਸ਼ਬਦ ਦੀ ਕਥਾ ਕਰਨ ਕਰਕੇ ਲੋਕ ਸਨਮਾਨ ਦਿੰਦੇ ਨੇ, ਸਤਿਕਾਰ ਕਰਦੀ ਗੁਰੂ ਕੀ ਸੰਗਤ, ਅਤੇ ਅਸੀਂ ਉਹਦਾ ਆਦਰ ਕਰਦੇ ਸਨਮਾਨ ਦਾ ਲੈ ਲੈਂਦੇ ਹਾਂ। ਪਰ ਜਿਹੜਾ ਰਾਸ਼ਟਰੀ ਸੰਤ ਦਾ ਖਿਤਾਬ ਤੁਸੀਂ ਦੇਣਾ ਚਾਹੁੰਦੇ, ਇਹ ਮੈਂ ਨਹੀਂ ਲੈ ਸਕਦਾ। ਉਹ ਬੜੇ ਹੈਰਾਨ ਹੋਏ ਵੀ ਕਿਸੇ ਨੂੰ ਵਡਿਆਈ ਮਿਲੇ, ਦੁਨੀਆ ਭੱਜੀ ਫਿਰਦੀ ਵਡਿਆਈ ਪਿੱਛੇ ਵੀ ਇਹ ਵੱਡੇ ਨੇ ਜੀ, ਬਹੁਤ ਵੱਡੇ ਨੇ ਜੀ, ਇਹ ਸੰਤ ਨੇ ਜੀ, ਬੜੇ ਵੱਡੇ ਵਿਦਵਾਨ ਨੇ ਜੀ। ਵਡਿਆਈ ਉਸਤਤ ਸੁਣ ਕੇ ਹਰੇਕ ਦਾ ਮਨ ਜਿਹੜਾ ਉਹ ਗਦਗਦ ਹੁੰਦਾ, ਫੁੱਲਦਾ, ਅਤੇ ਆਪਣੀ ਖਿਲਾਫ ਵਰਜੀ ਕੋ ਕਰੇ। ਜਿਹੜਾ ਔਗਣ ਸਾਡੇ ਵਿੱਚ ਆ ਉਹ ਵੀ ਕੋਈ ਦੱਸੇ ਅਤੇ ਅਸੀਂ ਉਹਦੇ ਉਲਟ ਹੁੰਦੇ ਹਾਂ, ਪਰ ਪਰਮਾਰਥ ਬਿਲਕੁਲ ਇਹਦੇ ਉਲਟ ਹੈ। ਜਿਹੜਾ ਸਾਡੇ ਔਗਣ ਗੁਨਾਹ ਗਲਤੀਆਂ ਸੁਣ ਕੇ ਪਤਾ ਕਰਕੇ ਸਾਨੂੰ ਦੱਸੇ, ਅਤੇ ਜੋ ਸੱਚਾਈ ਹੈ ਉਹਨੂੰ ਕਬੂਲ ਕਰੇ, ਬੰਦਾ ਝੁਕੇ, ਉਹਦਾ ਆਦਰ ਕਰੇ। ਨਾ ਵੀ ਉਹ ਆਪਣੇ 'ਚ ਔਗਣ ਹੋਏ ਅਤੇ ਕੋਈ ਸਾਨੂੰ ਕਹੇ ਵੀ ਤੇਰੇ ਜਿਹਾ ਔਗਣ ਆ, ਅੱਛਾ ਭਾਈ ਧੰਨਵਾਦ, ਮੈਂ ਕੋਸ਼ਿਸ਼ ਕਰਾਂਗਾ ਵੀ ਆਪਣਾ ਇਸ ਔਗਣ ਨੂੰ ਦੂਰ ਕਰਨ ਦੀ ਦੂਰ ਕਰਦੇ ਹਾਂ। ਇਹ ਯਤਨ ਹੈ, ਕੋਸ਼ਿਸ਼ ਹੈ, ਇਹੀ ਤਾਂ ਪਰਮਾਰਥ ਹੈ। ਔਰ ਮਸਕੀਨ ਜੀ ਨੂੰ ਇਹ ਕਿਹਾ ਗਿਆ ਅਤੇ ਉਹ ਕਹਿਣ ਲੱਗੇ ਵੀ ਨਹੀਂ, ਰਾਸ਼ਟਰੀ ਸੰਤ ਦਾ ਖਿਤਾਬ ਨਹੀਂ ਲੈਣਾ। ਕਹਿੰਦੇ ਕਿਉਂ? ਮਸਕੀਨ ਜੀ ਕਹਿਣ ਲੱਗੇ ਕੁਛ ਕਾਰਨ ਨੇ, ਮੈਂ ਤੁਹਾਨੂੰ ਦੱਸਦਾ। ਪਹਿਲੀ ਗੱਲ ਤਾਂ ਇਹ, ਹਰ ਬੰਦੇ ਨੂੰ ਆਪਣੀਆਂ ਕਮਜ਼ੋਰੀਆਂ ਦਾ ਪਤਾ ਹੁੰਦਾ ਜੇ ਉਹ ਵਾਚਣਾ ਚਾਹੇ ਤਾਂ। ਪਰਮਾਰਥੀ ਬੰਦੇ ਤੇ ਆਪਣੀਆਂ ਕਮਜ਼ੋਰੀਆਂ ਵਿਚਾਰਦੇ ਨੇ। ਜੋ ਪਰਮਾਰਥ ਦੇ ਰਾਹ 'ਤੇ ਚੱਲਿਆ ਨਾ, ਉਹ ਜ਼ਰੂਰ ਆਪਣੀਆਂ ਕਮਜ਼ੋਰੀਆਂ ਨੂੰ ਵੇਖਦਾ। ਜਿਵੇਂ ਫਰੀਦ ਜੀ ਨੇ ਵੀ ਸਿੱਖਿਆ ਦਿੱਤੀ ਆ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪਨੜੇ ਗਿਰੀਵਾਨ ਮਹਿ ਸਿਰ ਨੀਵਾਂ ਕਰ ਦੇਖ। ਆਪਣੀ ਬੁੱਕਲ ਗਿਰੇਵਾਨ ਵਿੱਚ ਨੀਵਾਂ ਸਿਰ ਕਰਕੇ ਆਪਣੇ ਔਗਣ ਫਰੋਲਿਆ ਕਰ। ਕਾਲੇ ਲੇਖ ਨਾ ਲਿਖ, ਦੂਜਿਆਂ ਦੀ ਨਿੰਦਿਆ ਕਰਨੀ, ਦੂਜਿਆਂ ਦੇ ਔਗਣ ਵੇਖ ਵੇਖ ਕੇ ਆਪਣੇ ਲੇਖ ਕਾਲੇ ਕਰੀ ਜਾਂਦਾ। ਸੋ ਇਸ ਪ੍ਰਕਾਰ ਮੈਨੂੰ ਮੇਰੀਆਂ ਕਮਜ਼ੋਰੀਆਂ ਦਾ ਪਤਾ, ਮੈਨੂੰ ਪਤਾ ਕਿ ਮੈਂ ਸੰਤ ਨਹੀਂ ਹਾਂ। ਸੰਤ ਵਿੱਚ ਉਹ ਊਣਤਾਈਆਂ, ਕਮਜ਼ੋਰੀਆਂ, ਔਗਣ, ਬੁਰੇ ਖਿਆਲ ਨਹੀਂ ਹੁੰਦੇ। ਸੰਤ ਤੇ ਟਿਕਾਣੇ ਪੁੱਜੀ ਹੋਈ ਅਵਸਥਾ ਹੈ। ਮੰਜ਼ਿਲ 'ਤੇ ਪਹੁੰਚਾ ਹੋਇਆ ਵਿਅਕਤੀ ਪਰਮੇਸ਼ਰ ਸਰੂਪ ਹੋ ਚੁੱਕਾ ਜਿਹੜਾ, ਉਹ ਸੰਤ ਹੈ। ਅਤੇ ਮੈਨੂੰ ਮੇਰੀਆਂ ਕਮਜ਼ੋਰੀਆਂ ਦਾ ਪਤਾ, ਇਸ ਕਰਕੇ ਮੈਂ ਸੰਤ ਦਾ ਖਿਤਾਬ ਨਹੀਂ ਲੈਣਾ। ਦੂਸਰਾ ਇਹ, ਉਹ ਕਹਿਣ ਲੱਗੇ ਵੀ ਸੰਤ ਉਹ ਹੁੰਦਾ ਜਿਹਨੂੰ ਪਰਮਾਤਮਾ ਸੰਤ ਬਣਾਏ। ਦੁਨੀਆ 1000, 10,000, 10 ਲੱਖ ਬੰਦੇ ਵੀ ਕਹਿਣ ਇਹ ਸੰਤ ਹੈ, ਜ਼ਰੂਰੀ ਨਹੀਂ ਹੈ ਕਿ ਉਹ ਸੰਤ ਹੋਵੇ। ਜੇ ਪ੍ਰਮਾਤਮਾ ਦੀ ਬਖਸ਼ਿਸ਼ ਨਹੀਂ ਹੋਈ ਉਹਦੇ ਉੱਪਰ, ਉਹਦਾ ਮਨ ਸਾਫ਼ ਨਹੀਂ ਹੋਇਆ, ਵਾਹਿਗੁਰੂ ਦਾ ਗਿਆਨ ਅੰਦਰ ਪ੍ਰਗਟ ਨਹੀਂ ਹੋਇਆ, ਇੱਕ ਰਸ ਅਵਸਥਾ ਨਹੀਂ, ਅਤੇ ਉਹ ਸੰਤ ਨਹੀਂ। ਲੋਕਾਂ ਦੇ ਕਹਿਣ ਨਾਲ ਕੀ ਹੋਵੇਗਾ? ਲੋਕਾਂ ਦੇ ਖਿਤਾਬ ਦਿੱਤਿਆਂ ਕੋਈ ਸੰਤ ਨਹੀਂ ਬਣ ਸਕਦਾ, ਦੁਨੀਆ ਜੋ ਮਰਜ਼ੀ ਕਹੀ ਜਾਏ। ਤੀਸਰਾ ਬਚਨ ਕਹਿਣ ਲੱਗੇ ਤੇ ਜਿਹੜਾ ਸੰਤ ਬਣ ਜਾਏ ਨਾ, ਰੱਬ ਦਾ ਬਣਾਇਆ ਸੰਤ, ਉਹ ਫਿਰ ਇੱਕ ਰਾਸ਼ਟਰ ਦਾ ਸੰਤ ਨਹੀਂ ਹੁੰਦਾ। ਰਾਸ਼ਟਰ ਮਤਲਬ ਇੱਕ ਦੇਸ਼, ਰਾਸ਼ਟਰ ਇੱਕ ਦੇਸ਼ ਨੂੰ ਕਹਿੰਦੇ ਨੇ ਨਾ। ਇਹ ਥੋੜ੍ਹਾ ਵੀ ਪਰਮਾਤਮਾ ਨੇ ਸੰਤ ਬਣਾਤਾ ਅਤੇ ਭਾਰਤ ਦੇਸ਼ ਵਿੱਚ ਤੇ ਸੰਤ ਹੋਵੇ, ਪਾਕਿਸਤਾਨ ਦਾ ਬਾਰਡਰ ਲੰਘ ਜੇ ਅਤੇ ਉੱਥੇ ਸੰਤ ਨਹੀਂ ਰਹੇਗਾ। ਉਹ ਜਹਾਜ਼ ਰਾਹੀਂ ਬੈਠ ਕੇ ਕੈਨੇਡਾ, ਅਮਰੀਕਾ ਜਾਂ ਇੰਗਲੈਂਡ ਚਲਾ ਜਾਏ ਅਤੇ ਉੱਥੇ ਉਹ ਸੰਤ ਨਹੀਂ ਹੋਵੇਗਾ। ਜਿਹਨੂੰ ਰੱਬ ਨੇ ਸੰਤ ਬਣਾਤਾ ਨਾ, ਵਾਹਿਗੁਰੂ ਨੇ ਬਖਸ਼ਿਸ਼ ਕਰਕੇ, ਉਹ ਖੰਡਾਂ ਬ੍ਰਹਿਮੰਡਾਂ 'ਚ ਹੀ ਸੰਤ ਹੈ। ਅਤੇ ਰਾਸ਼ਟਰੀ ਸੰਤ ਹੋਣ ਦਾ ਮਤਲਬ ਕੀ ਹੋਇਆ? ਇਸ ਕਰਕੇ ਪਹਿਲੀ ਗੱਲ, ਮੇਰੀਆਂ ਕਮਜ਼ੋਰੀਆਂ ਹਨ, ਮੈਂ ਸੰਤ ਹੈ ਨਹੀਂ। ਦੂਸਰਾ, ਤੁਹਾਡਾ ਬਣਾਇਆ ਸੰਤ ਬਣ ਨਹੀਂ ਸਕਦਾ। ਤੀਸਰਾ, ਜੇ ਬਣ ਗਿਆ ਤਾਂ ਫਿਰ ਰਾਸ਼ਟਰੀ ਸੰਤ ਨਹੀਂ, ਫਿਰ ਤਾਂ ਰੱਬ ਦਾ ਸੰਤ ਹੋਵਾਂਗਾ। ਅਤੇ ਪਰਮਾਤਮਾ ਹਰ ਥਾਂ ਮੌਜੂਦ ਹੈ। ਜਿੰਨੀ ਵੀ ਸ੍ਰਿਸ਼ਟੀ ਸਾਜੀ ਹੈ, ਉਹ ਸੰਤ ਜਿੱਥੇ ਮਰਜੀ ਜਾਏ, ਉਹ ਸੰਤ ਹੀ ਹੈ। ਸੋ ਇਸ ਪ੍ਰਕਾਰ ਆਪਣਿਆਂ ਸੰਤਾਂ ਨੂੰ ਆਪ ਸਹਾਈ, ਜੋ ਵਾਹਿਗੁਰੂ ਦੇ ਆਪਣੇ ਸੰਤ ਨੇ, ਉਹਨਾਂ ਤਾਈਂ ਪਰਮਾਤਮਾ ਆਪ ਸਹਾਈ ਹੁੰਦਾ। ਪ੍ਰਭ ਭਰਮ ਭੁਲਾਵਾ ਲਾਹਿਆ ਜੀ। ਇੱਕ ਇਹ ਵੀ ਬੇਨਤੀ ਕਰਦੇ ਹਾਂ, ਕਈ ਵਾਰੀ ਲੋਕ ਸਮਝਦੇ ਨੇ ਵੀ ਜਿਹੜੇ ਬੰਦਗੀ ਕਰਨ ਵਾਲੇ ਲੋਕ ਨੇ, ਉਹਨਾਂ ਨੂੰ ਦੁੱਖ ਨਹੀਂ ਆਉਣਾ ਚਾਹੀਦਾ। ਪਰ ਹੁਣ ਸਾਹਮਣੇ ਇਤਿਹਾਸ ਸਾਡੇ ਵੀ ਸ਼੍ਰੀ ਗੁਰੂ ਅਰਜਨ ਦੇਵ ਜੀ ਤੱਤੀ ਤਵੀ 'ਤੇ 16 ਪਹਿਰ ਬੈਠੇ, ਤੱਤਾ ਰੇਤ ਉਹਨਾਂ ਦੇ ਸੀਸ 'ਚ ਪਾਇਆ ਗਿਆ, ਇੰਜ ਉਹਨਾਂ ਦੀ ਸ਼ਹਾਦਤ ਹੋਈ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਕਲਮ ਹੋਇਆ ਦਿੱਲੀ ਦੇ ਚਾਂਦਨੀ ਚੌਂਕ 'ਚ। ਭਾਈ ਮਤੀ ਦਾਸ ਆਰੇ ਨਾਲ ਚੀਰੇ ਗਏ, ਦਿਆਲ ਦਾਸ, ਸਤੀ ਦਾਸ ਨਾਲ ਸ਼ਹੀਦ ਹੋਏ। ਕਿੰਨੇ ਹੋਰ ਗੁਰਮੁਖ ਬੰਦਗੀਆਂ ਵਾਲੇ, ਭਾਈ ਮਨੀ ਸਿੰਘ ਵਰਗਿਆਂ ਦਾ ਬੰਦ ਕੱਟਿਆ ਗਿਆ।
ਤੇ ਕੋਈ ਸਵਾਲ ਖੜਾ ਕਰੇਗਾ ਵੀ ਇਹ ਪੂਰਨ ਸੰਤ ਨਹੀਂ ਸੀ, ਹੋਰ ਤੇ ਕਿਸੇ ਤੇ ਕੋਈ ਸ਼ੰਕਾ ਕੀਤੀ ਜਾ ਸਕਦੀ, ਸਤਿਗੁਰਾਂ ਬਾਰੇ ਤਾਂ ਨਹੀਂ ਨਾ ਸਿੱਖ ਸ਼ੰਕਾ ਕਰ ਸਕਦਾ। ਇਹਦਾ ਮਤਲਬ ਫਿਰ ਇਹ ਹੈ ਵੀ ਸੰਤ ਦੀ ਪਰਿਭਾਸ਼ਾ ਇਹ ਨਹੀਂ ਕਿ ਉਹਦੇ ਤੇ ਦੁੱਖ ਨਹੀਂ ਆਉਂਦਾ, ਵੀ ਰੱਬ ਦੀ ਬੰਦਗੀ ਕਰਨ ਵਾਲਿਆਂ ਨੂੰ ਦੁੱਖ ਨਹੀਂ ਉਹ ਲੱਗਣ ਦਿੰਦਾ, ਨਹੀਂ, ਸਗੋਂ ਕਸਵੱਟੀ ਤੇ ਲਾ ਕੇ ਲੋਕਾਂ ਨੂੰ ਵਿਖਾਉਂਦਾ ਹੈ ਵੀ ਮੇਰਾ ਸੰਤ ਇਹੋ ਜਿਹਾ ਹੁੰਦਾ। ਦੁਨੀਆਦਾਰ ਕੋਈ ਵੀ ਵਿਅਕਤੀ ਜਿਹਨੂੰ ਇਹ ਦੱਸਿਆ ਜੀ ਤੇਰਾ ਸਿਰ ਵੱਢ ਦੇਣਾ, ਉਹ ਲੱਖਾਂ ਯਤਨ ਕਰੇਗਾ ਆਪਣੇ ਆਪ ਨੂੰ ਬਚਾਉਣ ਲਈ, ਜੋ ਵੀ ਉਹਦੇ ਕੋਲੋਂ ਹੋ ਸਕਦਾ ਉਹ ਕੋਸ਼ਿਸ਼ ਕਰਦਾ ਵੀ ਮੈਂ ਆਪਣਾ ਬਚਾ ਲਾਂ, ਪਰ ਸੰਤ ਨਹੀਂ ਐਸਾ ਕਰਦਾ। ਸਰਮਦ ਵੀ ਸ਼ਹੀਦ ਹੋਇਆ ਸੀ, ਬੇਅੰਤ ਸ਼ਕਤੀਆਂ ਦਾ ਮਾਲਕ ਸੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੱਸ ਰਹੇ ਨੇ ਕਿ ਸੰਤ ਦੇ ਅੰਦਰ ਸਬਰ ਕਿੰਨਾ ਕੁ ਹੁੰਦਾ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੱਸ ਰਹੇ ਨੇ ਵੀ ਸੰਤ ਕਿਸ ਸਬਰ ਦਾ ਮਾਲਕ ਹੈ। ਮਹਾਨ ਸ਼ਕਤੀ ਕੋਲ ਹੋਣ ਦੇ ਬਾਵਜੂਦ ਵੀ ਐਨ ਸ਼ਾਂਤ ਹੈ। ਬੰਦ ਵੀ ਕਟਵਾ ਲਿਆ ਭਾਈ ਮਨੀ ਸਿੰਘ ਨੇ, ਕਿਸੇ ਦੇ ਇੱਕ ਪੋਟੇ ਨੂੰ ਮੜਾ ਜਿਹਾ ਚੀਰ ਆ ਜਾਏ ਤੇ ਉਹ ਤੜਫਦਾ ਹੈ। ਸੰਤ ਦੀ ਪਰਿਭਾਸ਼ਾ ਇਹ ਨਹੀਂ ਕਿ ਉਹਨੂੰ ਦੁੱਖ ਨਹੀਂ ਮਿਲਦਾ, ਸੰਤ ਦੀ ਪਰਿਭਾਸ਼ਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ। ਪਰਮਾਤਮਾ ਵੱਲੋਂ ਸਹਾਈ ਹੋਣ ਦਾ ਮਤਲਬ ਇਹ ਨਹੀਂ ਕਿ ਉਹਨਾਂ ਤੇ ਕੋਈ ਕਸ਼ਟ ਤਕਲੀਫ ਤੰਗੀ ਆਉਂਦੀ ਤੇ ਉਦੋਂ ਪਰਮਾਤਮਾ ਸਹਾਇਤਾ ਕਰਕੇ ਉਹਨਾਂ ਨੂੰ ਬਚਾ ਲੈਂਦਾ, ਇਹਦਾ ਮਤਲਬ ਇਹ ਨਾ ਸਮਝਣਾ। ਹਾਂ, ਕਈ ਘਟਨਾਵਾਂ ਐਸੀਆਂ ਹੋਈਆਂ ਜਿਵੇਂ ਨਾਮਦੇਵ ਜੀ ਦੀ ਖਾਤਰ ਆ ਕੇ ਪ੍ਰਗਟ ਹੋ ਕੇ ਮਰੀ ਗਊ ਜਿਉਂਦੀ ਕੀਤੀ ਤੇ ਬਾਦਸ਼ਾਹ ਨੂੰ ਨਾਮਦੇਵ ਦੇ ਚਰਨੀ ਸੁੱਟਿਆ, ਉਹ ਪ੍ਰਮਾਤਮਾ ਦੀ ਰਜ਼ਾ ਸੀ। ਭਗਤ ਨਾਮਦੇਵ ਜੀ ਦਾ ਜੀਵਨ ਅਜੇ ਰੱਖਣਾ ਸੀ, ਲੋਕਾਂ ਦਾ ਭਲਾ ਕਰਾਉਣਾ ਸੀ, ਮੌਜ ਅਕਾਲ ਪੁਰਖ ਦਾ ਹੁਕਮ। ਔਰ ਇਸੇ ਤਰ੍ਹਾਂ ਪ੍ਰਹਲਾਦ ਦੀ ਰੱਖਿਆ ਕੀਤੀ ਸੀ। ਉੱਥੇ ਦੁਨੀਆ ਨਾਸਤਕ ਬਣਾਉਂਦੀ ਸੀ, ਹਰਨਾਕਸ਼ ਨੇ ਸਾਰੇ ਲੋਕ ਉਹਦਾ ਹੀ ਨਾਮ ਜਪੀ ਜਾਂਦੇ, ਰੱਬ ਤੋਂ ਬੇਮੁਖ ਹੋ ਗਏ ਤੇ ਉਹਨਾਂ ਨੂੰ ਦੱਸਣਾ ਸੀ ਕਿ ਇਹ ਮਨੁੱਖ ਹਰਨਾਕਸ਼ ਰੱਬ ਨਹੀਂ ਹੈ, ਇਹਦੇ ਹੱਥ 'ਚ ਨਹੀਂ ਸਾਰਾ ਕੁਛ, ਉਹ ਬਹੁਤ ਵੱਡੀ ਪਰਮ ਸ਼ਕਤੀ ਆ ਪਰਮਾਤਮਾ ਜਿਹਦਾ ਪ੍ਰਹਲਾਦ ਨਾਮ ਜਪਦਾ, ਇਹ ਸਿੱਧ ਕਰਨਾ ਸੀ। ਪਰ ਜ਼ਰੂਰੀ ਨਹੀਂ ਹੈ ਕਿ ਹਰ ਸਮੇਂ ਕੋਈ ਵੀ ਜਿਹੜਾ ਭਗਤ ਆ ਉੱਤੇ ਕਸ਼ਟ ਆਏ ਤੇ ਪਰਮਾਤਮਾ ਨੂੰ ਕਸ਼ਟ ਤੋਂ ਬਚਾ ਲੈ, ਨਹੀਂ। ਆਪਣਿਆਂ ਸੰਤਾਂ ਨੂੰ ਆਪ ਸਹਾਇਤਾ ਇਹ ਹੀ ਹੈ ਉਸ ਵਾਹਿਗੁਰੂ ਦੀ ਕਿ ਉਹ ਸੰਤ ਡੋਲਦਾ ਨਹੀਂ ਹੈ। ਅਸਲ ਜੋ ਸੰਤ ਹੈ ਉਹ ਇਹ ਵੀ ਨਹੀਂ ਕਹਿੰਦਾ ਪਰਮਾਤਮਾ ਨੂੰ ਕਿ ਮਹਾਰਾਜ ਇਹ ਕਸ਼ਟ ਮੇਰੇ 'ਤੇ ਕਿਉਂ ਆਇਆ, ਨਹੀਂ। ਜੋ ਸੰਤ ਅਵਸਥਾ ਹੈ ਉਹਨੂੰ ਕੋਈ ਡਰ ਨਹੀਂ, ਨਾ ਸਰੀਰ ਨਾਲ ਮੋਹ ਹੈ, ਸਰੀਰ ਨੂੰ ਕੋਈ ਨਾਸ ਕਰ ਦੇਗਾ ਫਿਰ ਕੀ ਹੈ। ਉਹ ਰਜਾ ਵਿੱਚ ਪ੍ਰਸੰਨ ਰਹਿੰਦਾ ਹੈ, ਬੜੀ ਸ਼ਕਤੀ ਦੇ ਬਾਵਜੂਦ ਵੀ ਉਹ ਪ੍ਰਸੰਨ ਚਿਤ ਰਹਿ ਕੇ ਆਪਣਾ ਆਪ ਨਿਸ਼ਾਵਰ ਵੀ ਕਰ ਦਿੰਦਾ ਧਰਮ ਤੋਂ। ਆਪਣੇ ਸੰਤਾਂ ਦਾ ਆਪ ਸਹਾਈ ਹੈ ਪ੍ਰਮਾਤਮਾ। ਪ੍ਰਭ ਭਰਮ ਭੁਲਾਵਾ ਲਾਹਿਆ ਜੀਓ। ਪ੍ਰਭੂ ਅਕਾਲ ਪੁਰਖ ਨੇ ਉਸ ਸੰਤ ਤੇ ਉਹਨਾਂ ਭਗਤਾਂ ਦੇ ਐਸੀ ਬਖਸ਼ਿਸ਼ ਕੀਤੀ ਹੈ ਕਿ ਜਿਹੜਾ ਭਰਮ ਸੀ, ਸਰੀਰ ਦਾ ਮੋਹ ਸੀ, ਸੰਸਾਰ ਨੂੰ ਸੱਚਾ ਮੰਨਿਆ ਹੋਇਆ ਸੀ, ਭ੍ਰਾਂਤੀ ਸੀ, ਇਹ ਭਰਮ ਭੁਲਾਵਾ ਭੁਲੇਖਾ, ਜੋ ਹੋਰ ਦਾ ਹੋਰ ਸਮਝਣਾ, ਭਰਮ ਭਟਕਣਾ, ਭੁਲੇਖਾ, ਇਹ ਸਾਰਾ ਲਾਹ ਦਿੱਤਾ, ਮੇੜ ਦਿੱਤਾ ਵਾਹਿਗੁਰੂ ਨੇ। ਚਰਨ ਕਮਲ ਜਨ ਕਾ ਆਧਾਰੋ। ਵਾਹਿਗੁਰੂ ਜੀ ਦੇ ਕਮਲ ਸਰੀਖੇ, ਕਮਲ ਵਰਗੇ ਸੋਹਣੇ ਚਰਨ। ਵੈਸੇ ਤਾਂ ਕਮਲ ਫੁੱਲ ਵਾਹਿਗੁਰੂ ਜਾਂ ਸਤਿਗੁਰੂ ਦੇ ਚਰਨਾਂ ਦੀ ਬਰਾਬਰਤਾ ਨਹੀਂ ਕਰ ਸਕਦਾ, ਕਿਉਂਕਿ ਚਰਨਾਂ ਦੇ ਬਰਾਬਰ ਤਾਂ ਕੁਛ ਹੈ ਹੀ ਨਹੀਂ। ਪਰ ਕਮਲ ਫੁੱਲ ਇੱਕ ਤਾਂ ਸੁੰਦਰ ਹੈ, ਸੋਹਣਾ ਹੈ, ਇੱਕ ਉਹਦੇ ਵਿੱਚ ਖੁਸ਼ਬੂ ਹੈ ਤੇ ਇੱਕ ਉਹ ਪਾਣੀ ਵਿੱਚ ਨਿਰਲੇਪ ਹੈ। ਇਹ ਤਿੰਨ ਗੁਣ ਹਨ ਕਮਲ ਦੇ। ਇਸ ਕਰਕੇ ਸੁੰਦਰਤਾ, ਖੁਸ਼ਬੂ ਤੇ ਨਿਰਲੇਪਤਾ, ਇਹਨਾਂ ਤਿੰਨਾਂ ਗੁਣਾਂ ਕਰਕੇ ਚਰਨਾਂ ਨੂੰ ਚਰਨ ਕਮਲ ਕਿਹਾ ਜਾਂਦਾ। ਇਹ ਕੰਘੀ ਦ੍ਰਿਸ਼ਟਾਂਤ ਸਮਝਣਾ। ਵੈਸੇ ਕਮਲ ਫੁੱਲ ਵਿੱਚ ਦੋਸ਼ ਨੇ, ਪਾਣੀ ਹੋਏ ਤੇ ਉੱਗਦਾ, ਪਾਣੀ ਨਾ ਹੋਏ ਤੇ ਉੱਗਦਾ ਹੀ ਨਹੀਂ। ਜੇ ਪਾਣੀ ਹੈ ਤਾਂ ਜਿਉਂਦਾ ਜਾਗਦਾ, ਪਾਣੀ ਸੁੱਕ ਜਾਏ ਤੇ ਕਮਲ ਫੁੱਲ ਵੀ ਮੁਰਝਾ ਜਾਏਗਾ। ਸੂਰਜ ਚੜ੍ਹਿਆ ਹੋਇਆ ਤੇ ਕਮਲ ਫੁੱਲ ਖਿੜਿਆ ਹੋਇਆ, ਸੂਰਜ ਡੁੱਬ ਜਾਏ ਤੇ ਕਮਲ ਫੁੱਲ ਬੰਦ ਹੋ ਜਾਂਦਾ। ਤੇ ਕੋਲ ਆਉਂਦਾ ਭੌਰਾ ਪ੍ਰੇਮੀ ਬਣ ਕੇ ਉਹਦੇ ਉੱਤੇ ਮੰਡਰਾਉਂਦਾ, ਉੱਪਰ ਬੈਠ ਜਾਂਦਾ, ਮਕਰੰਦ ਰਸ ਚੱਖਦਾ। ਸ਼ਾਮਾਂ ਨੂੰ ਸੂਰਜ ਡੁੱਬਣ ਵੇਲੇ ਕਮਲ ਫੁੱਲ ਬੰਦ ਹੁੰਦਾ ਹੋ ਜਾਂਦਾ ਤੇ ਭੌਰੇ ਨੂੰ ਵਿੱਚੇ ਹੀ ਬੰਦ ਕਰਕੇ ਮਾਰ ਦਿੰਦਾ। ਰਾਤ ਭੌਰਾ ਮਰ ਜਾਂਦਾ। ਸਤਿਗੁਰੂ ਦੇ ਚਰਨਾਂ 'ਚ ਇਹ ਦੋਸ਼ ਨਹੀਂ ਪਈ ਕੋਈ ਪ੍ਰੇਮੀ ਬਣ ਕੇ ਆਏ ਤੇ ਸਤਿਗੁਰੂ ਦੇ ਚਰਨ ਉਹਨੂੰ ਖਤਮ ਕਰ ਦੇਣ, ਨਹੀਂ, ਸਗੋਂ ਅਮਰ ਕਰ ਦਿੰਦੇ ਨੇ। ਸਤਿਗੁਰੂ ਦੇ ਚਰਨ ਅਮਰ ਕਰ ਦਿੰਦੇ। ਨਿਰਲੇਪਤਾ ਵੀ ਹੈ, ਸ਼ੁਭ ਗੁਣਾਂ ਦੀ ਖੁਸ਼ਬੂ ਵੀ ਹੈ। ਸਤਿਗੁਰੂ ਦੇ ਚਰਨ ਮਹਾਨ ਸੁੰਦਰ ਹਨ। ਜਿਹਦੇ ਹਿਰਦੇ 'ਚ ਚਰਨ ਵਸ ਜਾਣ ਉਹ ਅੰਦਰੋਂ ਬਹੁਤ ਜ਼ਿਆਦਾ ਸੁੰਦਰ ਹੋ ਜਾਂਦਾ, ਨਿਰਵਿਕਾਰ ਹੋ ਜਾਂਦਾ ਹੈ। ਇਸ ਕਰਕੇ ਹਜ਼ੂਰ ਕਹਿੰਦੇ ਨੇ ਕਿ ਚਰਨ ਕਮਲ ਜਨ ਕਾ ਆਧਾਰੋ।
ਜਨ ਸੇਵਕ ਭਗਤ ਦਾ ਜੋ ਹਿਰਦੇ 'ਚ ਆਸਰਾ ਹੈ ਉਹ ਵਾਹਿਗੁਰੂ ਦੇ ਚਰਨ ਕਮਲ ਨੇ। ਕਮਲ ਵਰਗੇ ਸੋਹਣੇ ਚਰਨ ਹਨ। 8 ਪਹਿਰ ਰਾਮ ਨਾਮ ਵਪਾਰੋ, ਉਹ ਵਪਾਰ ਕਿਹੜਾ ਕਰਦਾ? 8 ਪਹਿਰ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਉਚਾਰਨ ਕਰਨ ਦਾ ਉਹ ਵਪਾਰ ਕਰਦਾ ਹੈ। ਆਪਣਾ ਮਨ ਆਪਣਾ ਸਮਾਂ ਵਾਹਿਗੁਰੂ ਨੂੰ ਸਮਰਪਣ ਕਰਦਾ ਤੇ ਵਾਹਿਗੁਰੂ ਪਾਸੋਂ ਲੈਂਦਾ ਉਹਦੇ ਨਾਮ ਦਾ ਰਸ। ਸਹਿਜ ਆਨੰਦ ਗਾਵਹਿ ਗੁਣ ਗੋਵਿੰਦ, ਪ੍ਰਭ ਨਾਨਕ ਸਰਬ ਸਮਾਹਿਆ ਜੀਓ। ਉਹ ਜੋ ਗੁਰਮੁਖ ਪਿਆਰੇ ਹਨ, ਗਾਵਹਿ ਬਹੁ ਵਚਨ ਹੈ, ਐਸੇ ਜਿਹੜੇ ਗੁਰਮੁਖ ਨੇ ਨਾ ਜਨ, ਉਹ ਗੋਬਿੰਦ ਪਰਮਾਤਮਾ ਦੇ ਗੁਣਾਨਵਾਦ ਨੂੰ ਹੀ ਗਾਉਂਦੇ ਨੇ। ਤੇ ਗੁਣ ਗਾਉਂਦਿਆਂ ਗਾਉਂਦਿਆਂ ਉਹਨਾਂ ਦੇ ਅੰਦਰ ਸਹਿਜ ਅਵਸਥਾ ਆਤਮ ਗਿਆਨ ਵਾਲੀ ਤੇ ਹਮੇਸ਼ਾ ਦਾ ਆਨੰਦ ਪ੍ਰਾਪਤ ਹੁੰਦਾ ਹੈ। ਤੇ ਫਿਰ ਉਹਨਾਂ ਨੂੰ ਕੀ ਗਿਆਨ ਹੁੰਦਾ? ਨਿਸ਼ਚਾ ਕੀ ਹੁੰਦਾ? ਪ੍ਰਭ ਨਾਨਕ ਸਰਬ ਸਮਾਹਿਆ ਜੀਓ। ਪ੍ਰਭੂ ਪਰਮਾਤਮਾ ਸਰਬ ਸਾਰਿਆਂ ਜੀਆਂ, ਸਰਬ ਸਾਰੀਆਂ ਜਗ੍ਹਾ ਤੇ ਸਭ ਥਾਈਂ ਸਮਾਇਆ ਹੋਇਆ ਹੈ। ਪ੍ਰਭੂ ਦਾ ਹੀ ਸਾਰਿਆਂ ਵਿੱਚ ਆਨੰਦ ਹੈ। ਸਮਾੜਾ ਹੁੰਦਾ ਆਨੰਦ, ਤੇ ਸਮਾਹਿਆ ਦਾ ਅਰਥ ਇੱਥੇ ਮੇਨ ਸਮਾਇਆ ਹੀ ਹੈ। ਤੇ ਵਾਹਿਗੁਰੂ ਪਰਮਾਤਮਾ ਹੀ ਸਾਰਿਆਂ ਜੀਆਂ ਵਿੱਚ ਹੀ ਆਨੰਦ ਭੋਗ ਰਿਹਾ, ਸਮਾੜਾ ਤੇ ਸਮਾਇਆ ਹੋਇਆ ਸਾਰੀ ਸ੍ਰਿਸ਼ਟੀ ਅੰਦਰ। ਮਾਝ ਮਹੱਲਾ 5ਵਾਂ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਅਗਲਾ ਸ਼ਬਦ ਉਚਾਰਦੇ ਹਨ। ਸੋ ਸੱਚ ਮੰਦਰ ਜਿਤ ਸੱਚ ਧਿਆਈਐ। ਆਪ ਉਪਦੇਸ਼ ਦੇ ਰਹੇ ਨੇ ਵੀ ਦੁਨੀਆਦਾਰ ਲੋਕ ਅਸੀਂ ਸੰਸਾਰੀ ਧਾਰਮਿਕ ਜਦੋਂ ਬਣਦੇ ਹਾਂ, ਧਰਮ ਦੇ ਰਾਹ 'ਤੇ ਚੱਲਣਾ ਚਾਹੁੰਦੇ ਤਾਂ ਧਰਮ ਮੰਦਰ ਬਣਾਉਂਦੇ ਹਾਂ। ਕੋਈ ਸਨਾਤਨੀ ਹੈ ਉਹ ਮੰਦਰ ਬਣਾਉਂਦਾ, ਕੋਈ ਇਸਲਾਮ ਵਾਲਾ ਮਸੀਤ ਬਣਾਉਂਦਾ, ਅਸੀਂ ਸਿੱਖਾਂ ਧਰਮਸ਼ਾਲਾ ਗੁਰਦੁਆਰਾ ਸਾਹਿਬ ਬਣਾਉਂਦੇ ਹਾਂ। ਅਤੇ ਜੇ ਉਹਦੇ ਵਿੱਚ ਭਜਨ ਨਾ ਹੋਏ ਪਰਮਾਤਮਾ ਦਾ ਤਾਂ ਉਹ ਮੰਦਰ ਨਹੀਂ, ਫਿਰ ਇੱਟਾਂ ਹੀ ਹਨ, ਇੱਟਾਂ ਦੀ ਇਮਾਰਤ ਹੈ। ਹਜ਼ੂਰ ਕਹਿੰਦੇ ਨੇ ਸੋ ਸੱਚ ਮੰਦਰ ਜਿਤ ਸੱਚ ਧਿਆਈਐ। ਜਿਸ ਮੰਦਰ ਵਿੱਚ ਸੱਚ ਸਰੂਪ ਪਰਮਾਤਮਾ ਵੱਲ ਸੁਰਤ ਜਾਏ, ਪਰਮਾਤਮਾ ਦਾ ਸਿਮਰਨ ਕਰੀਏ, ਪਰਮਾਤਮਾ ਦਾ ਧਿਆਨ ਧਰੀਏ, ਤਾਂ ਉਹ ਸੱਚਾ ਮੰਦਰ ਹੈ। ਉਹ ਸੱਚ ਸਰੂਪ ਵਾਹਿਗੁਰੂ ਦਾ ਮੰਦਰ ਹੈ। ਇਸੇ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਦੁਨੀਆ ਵਿੱਚ ਸਭ ਤੋਂ ਵੱਧ ਮਹਿਮਾ ਹੈ, ਕਿਉਂਕਿ ਉੱਥੇ 8 ਪਹਿਰ ਵਾਹਿਗੁਰੂ ਦੇ ਕੀਰਤਨ ਦੀ ਧੁਨ ਹੈ। ਵਾਹਿਗੁਰੂ ਅਕਾਲ ਪੁਰਖ ਦਾ ਜਸ ਗਾਇਆ ਜਾ ਰਿਹਾ, ਕਿਸੇ ਮਨੁੱਖ ਦਾ ਨਹੀਂ, ਕਿਸੇ ਹੋਰ ਦਾ ਨਹੀਂ, ਇੱਕੋ ਅਕਾਲ ਪੁਰਖ ਦਾ ਜਸ ਗਾਇਆ ਜਾਂਦਾ ਹੈ। ਅਤੇ ਇਸ ਕਰਕੇ ਉਹ ਸੱਚਾ ਮੰਦਰ ਹੈ, ਪਰਮੇਸ਼ਰ ਦਾ ਮੰਦਰ ਹੈ ਅਤੇ ਸਭ ਵਾਸਤੇ ਸਾਂਝਾ ਹੈ। ਸਾਰੇ ਜੀਆਂ 'ਚ ਪਰਮੇਸ਼ਰ ਦੀ ਜੋਤ ਹੈ। ਇਹ ਨਹੀਂ ਵੀ ਮੁਸਲਮਾਨ ਨਹੀਂ ਇੱਥੇ ਆ ਸਕਦਾ, ਹਿੰਦੂ ਨਹੀਂ ਆ ਸਕਦਾ, ਈਸਾਈ ਨਾ ਇੱਥੇ ਬੜੇ, ਔਰਤ ਨਾ ਬੜੇ, ਬਗਾਨਾ ਫਲਾਣਾ ਬੰਦਾ ਨਾ ਬੜੇ। ਅਮੀਰ ਹੋਏ, ਗਰੀਬ ਹੋਏ, ਮਨੁੱਖ ਹੋਏ, ਇਸਤਰੀ ਹੋਏ, ਕਿਸੇ ਮਤ ਮਤਾਂਤਰ ਦਾ ਕੋਈ ਵੀ ਜਿਹੜਾ ਆਉਣਾ ਚਾਹੁੰਦਾ ਆਵੇ, ਪਰਮੇਸ਼ਰ ਦਾ ਜਸ ਸੁਣੇ, ਧਾਰਨ ਕਰੇ। ਸੋ ਇਸ ਪ੍ਰਕਾਰ ਮੰਦਰ ਦਾ ਅਰਥ ਇੱਥੇ ਸਰੀਰ ਵੀ ਹੈ। ਉਹ ਸਰੀਰ ਪਰਮੇਸ਼ਰ ਦਾ ਮੰਦਰ ਹੈ, ਸੱਚ ਦਾ ਮੰਦਰ ਹੈ, ਅਕਾਲ ਪੁਰਖ ਦਾ ਮੰਦਰ ਹੈ, ਜਿੱਥੇ ਸੱਚ ਧਿਆਇਆ ਜਾਂਦਾ। ਸੋ ਹਿਰਦਾ ਸੁਹੇਲਾ ਜਿਤ ਹਰ ਗੁਣ ਗਾਈਐ। ਉਹ ਹਿਰਦਾ ਵੀ ਸੁਹੇਲਾ, ਸੁਖਦਾਈ, ਸੁਖੀ ਹਿਰਦਾ ਹੈ, ਜਿਸ ਹਿਰਦੇ ਵਿੱਚ ਹਰੀ ਪਰਮਾਤਮਾ ਦੇ ਗੁਣ ਗਾਏ ਜਾਂਦੇ ਹਨ। ਸਾ ਧਰਤੁ ਸੁਹਾਵੀ ਜਿਤ ਵਸੈ ਹਰ ਜਨ। ਉਹ ਧਰਤੀ ਵੀ ਬੜੀ ਸ਼ੋਭਨੀਕ ਹੈ, ਜਿਵੇਂ ਬਚਨਾ ਬੈਕੁੰਠ ਨਗਰ ਜਹਾਂ ਸੰਤ ਵਾਸਾ। ਜਿੱਥੇ ਰੱਬ ਦੇ ਸੰਤ ਦਾ ਨਿਵਾਸ ਹੁੰਦਾ ਉਹ ਬੈਕੁੰਠ ਨਗਰ ਹੈ, ਕਿਉਂਕਿ ਉੱਥੇ ਪਰਮਾਤਮਾ ਦੇ ਨਾਮ ਦੀ ਖੇਡ ਹੈ। ਸਭ ਨੂੰ ਉਹ ਨਾਮ ਹੀ ਸੁਣਾਇਆ ਜਾ ਰਿਹਾ, ਵਾਹਿਗੁਰੂ ਨਾਲ ਹੀ ਜੋੜਿਆ ਜਾ ਰਿਹਾ। ਜਿੱਥੇ ਵੱਸਦੇ ਹਨ ਹਰੀ ਦੇ ਜਨ, ਪਰਮਾਤਮਾ ਦੇ ਪਿਆਰੇ, ਉਹ ਧਰਤੀ ਵੀ ਸ਼ੋਭਨੀਕ ਹੈ। ਕਿਹਾ ਨਾ ਸਾ ਧਰਤੀ ਪਈ ਹਰੀ ਆਵਲੇ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਪਏ ਹਰੀ ਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਜਿੱਥੇ ਹਰੀ ਦੇ ਜਨ ਵੱਸਦੇ ਨੇ, ਜਿਵੇਂ ਕਬੀਰ ਜੀ ਨੇ ਕਿਹਾ, ਕਹੇ ਕਬੀਰ ਹਉ ਭਇਆ ਉਦਾਸ, ਤੀਰਥ ਵੱਡਾ ਕਿ ਹਰਿ ਕਾ ਦਾਸ। ਤੀਰਥ ਸਥਾਨ ਵੱਡਾ ਕਿ ਹਰੀ ਦਾ ਦਾਸ। ਹਰੀ ਦਾ ਦਾਸ ਵੱਡਾ ਕਿਉਂਕਿ ਉਹ ਜਿੱਥੇ ਬੈਠ ਕੇ ਬੰਦਗੀ ਕਰਦਾ ਉੱਥੇ ਤੀਰਥ ਬਣ ਜਾਂਦਾ। ਤੀਰਥ ਪਵਿੱਤਰ ਥਾਂ ਦਾ ਨਾਮ ਹੈ। ਪਵਿੱਤਰ ਤੇ ਧਰਤੀ ਤਾਂ ਹੀ ਹੋਈ ਜੀ ਉੱਥੇ ਨਾਮ ਜਪਿਆ ਗਿਆ, ਤਾਂ ਉਹ ਧਰਤੀ ਨੂੰ ਸਜਦੇ ਕੀਤੇ ਜਾਂਦੇ ਨੇ, ਉੱਥੇ ਜਾਣਾ ਲੋਕ ਪਸੰਦ ਕਰਦੇ। ਭਾਈ ਸਾਹਿਬ ਡਾਕਟਰ ਵੀਰ ਸਿੰਘ ਜੀ ਨੇ ਇੱਕ ਬਚਨ ਲਿਖਿਆ ਹੈ ਕਿ ਇੱਕ ਇਸਲਾਮ ਨਾਲ ਸੰਬੰਧਿਤ ਪੀਰ ਜੀ ਪਿਛਲੀ ਉਮਰੇ ਹਰਿਮੰਦਰ ਸਾਹਿਬ ਉਹ ਰਿਹਾ ਕਰਦੇ ਸੀ ਪਰਿਕਰਮਾ 'ਚ, ਅਤੇ ਉਹ ਬੜੇ ਅਵਸਥਾ ਵਾਲੇ ਵੀ ਸੀ। ਭਾਈ ਵੀਰ ਸਿੰਘ ਜੀ ਨਾਲ ਡਾਢਾ ਪਿਆਰ ਕਰਦੇ ਸਨ। ਅਤੇ ਜਵਾਨੀ ਦੀ ਉਮਰ ਵਿੱਚ ਕਈ ਵਾਰੀ ਭਾਈ ਸਾਹਿਬ ਡਾਕਟਰ ਵੀਰ ਸਿੰਘ ਇਸ ਦੁਨੀਆ ਤੋਂ ਉਦਾਸ ਹੋ ਜਾਂਦੇ ਸਨ, ਇਸ ਦੁਨੀਆ 'ਚ ਰਹਿਣਾ ਨਹੀਂ ਸੀ ਚਾਹੁੰਦੇ, ਬਹੁਤ ਜ਼ਿਆਦਾ ਉਦਾਸ ਹੋ ਜਾਂਦੇ ਸਨ।
ਤੇ ਉਹ ਆਪਣੇ ਆਪ ਹੀ ਅੰਤਰਜਾਮਤਾ ਨਾਲ ਜਾਣ ਲੈਂਦਾ ਸੀ ਕਿ ਭਾਈ ਵੀਰ ਸਿੰਘ ਉਦਾਸ ਹੋ ਗਿਆ। ਉਹ ਇਹਨਾਂ ਦੇ ਘਰ ਪਹੁੰਚ ਜਾਂਦਾ ਸੀ ਤੇ ਜਾ ਕੇ ਆਪ ਹੀ ਕਹਿਣਾ ਵੀਰ ਸਿੰਘਾ ਉਦਾਸ ਹੋ ਗਿਆ, ਤਾਂ ਇਹਨਾਂ ਦੇ ਹੱਥ ਫੜ ਕੇ ਹੱਥ ਫੇਰਨੇ ਬਾਹਾਂ ਤੇ ਸਾਰੀ ਉਦਾਸੀ ਦੂਰ ਹੋ ਜਾਣੀ। ਉਹ ਜਿਹੜੇ ਸੀ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਤਾਂ ਇਸਲਾਮ ਦੇ ਪੈਰੋਕਾਰ ਹੋ, ਤੁਸੀਂ ਇੱਥੇ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਕਿਉਂ ਰਹਿੰਦੇ? ਉਹਨਾਂ ਕਿਹਾ ਸੀ ਕਿ ਤੁਹਾਨੂੰ ਵੀ ਪਤਾ ਹੀ ਹੋਵੇਗਾ ਜਾਂ ਤਜਰਬਾ ਕਰਕੇ ਵੇਖ ਲੈਣਾ, ਪਰ ਮੇਰਾ ਇਹ ਨਿੱਜੀ ਤਜਰਬਾ ਹੈ। ਮੈਂ ਮੱਕੇ ਸ਼ਰੀਫ ਵੀ ਕਈ ਮਹੀਨੇ ਰਹਿ ਕੇ ਵੇਖਿਆ, ਹੋਰ ਵੀ ਧਾਰਮਿਕ ਸਥਾਨਾਂ 'ਤੇ ਰਹਿ ਕੇ ਵੇਖਿਆ, ਪਰ ਜਿੰਨਾ ਚਿੱਤ ਇੱਥੇ ਜੁੜਦਾ, ਜਿੰਨਾ ਭਜਨ ਦਾ ਆਨੰਦ ਇੱਥੇ ਹੈ, ਜਿੰਨੀ ਸੁਰਤ ਇੱਥੇ ਜੁੜਦੀ, ਜਿੰਨਾ ਫਲ ਹੈ ਇਸ ਸਥਾਨ 'ਤੇ ਬੈਠ ਕੇ ਭਜਨ ਕਰਨ ਦਾ, ਉਹ ਦੁਨੀਆ ਦੇ ਕਿਸੇ ਕੋਨੇ 'ਚ ਨਹੀਂ। ਮਾਤ ਲੋਕ ਤੇ ਸਭ ਤੋਂ ਵੱਧ ਪਵਿੱਤਰ ਸਥਾਨ ਇਹ ਹਰਿਮੰਦਰ ਸਾਹਿਬ ਮੇਰਾ ਨਿੱਜੀ ਤਜਰਬਾ ਹੈ ਕਹਿੰਦਾ। ਇਸ ਕਰਕੇ ਇੱਥੇ ਭਜਨ ਕਰਨ ਦਾ, ਨਾਮ ਬਾਣੀ ਸੁਣਨ ਦਾ, ਵਾਹਿਗੁਰੂ ਅੱਲਾ ਨਾਲ ਜੁੜਨ ਦਾ ਇਹ ਜਿਹੜਾ ਸਥਾਨ ਹੈ ਸਭ ਤੋਂ ਵਧੀਆ ਹੈ। ਸੋ ਇਸ ਪ੍ਰਕਾਰ ਉਹ ਧਰਤੀ ਵੀ ਸ਼ੋਭਨੀਕ ਹੋ ਗਈ ਜਿੱਥੇ ਹਰੀ ਦੇ ਜਨ ਵਸਦੇ ਨੇ। ਸੱਚੇ ਨਾਮ ਵਿਟੋ ਕੁਰਬਾਨੋ ਜੀਓ। ਇਸ ਕਰਕੇ ਮਹਾਰਾਜ ਕਹਿੰਦੇ ਨੇ ਸੱਚੇ ਨਾਮ ਤੋਂ ਹੀ ਕੁਰਬਾਨ ਜਾਂਦੇ ਹਨ ਸੰਤ ਭਗਤ। ਅਸੀਂ ਵੀ ਸੱਚੇ ਨਾਮ ਤੋਂ ਹੀ ਕੁਰਬਾਨ ਆ, ਜਿਸ ਨਾਮ ਕਰਕੇ ਧਰਤੀ ਸ਼ੋਭਨੀਕ ਹੁੰਦੀ। ਸੱਚ ਵਡਾਈ ਕੀਮ ਨਾ ਪਾਈ। ਸੱਚ ਸਰੂਪ ਜੋ ਵਾਹਿਗੁਰੂ ਹੈ ਤੇ ਉਸ ਦਾ ਸੱਚ ਨਾਮ ਹੈ, ਜੋ ਇਸ ਦੀ ਬਹੁਤ ਵੱਡੀ ਵਡਿਆਈ ਹੈ ਤੇ ਇਸ ਨਾਮ ਦੀ ਕੀਮ ਨਾ ਪਾਈ, ਕਿਸੇ ਨੇ ਕੀਮਤ ਨਹੀਂ ਪਾਈ। ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ। ਜੋ ਸੱਚ ਦੀ ਵਡਿਆਈ ਹੈ ਨਾ, ਸੱਚ ਹੈ ਨਾਮ, ਇਹਦੀ ਕੀਮਤ ਨਹੀਂ ਕੋਈ ਪਾ ਸਕਦਾ। ਕੁਦਰਤ ਕਰਮ ਨਾ ਕਹਿਣਾ ਜਾਈ। ਵਾਹਿਗੁਰੂ ਦੀ ਰਚੀ ਹੋਈ ਜਿਹੜੀ ਕੁਦਰਤ ਹੈ, ਤੇ ਕੁਦਰਤ ਨਾਮ ਸ਼ਕਤੀ ਦਾ, ਤੇ ਕਰਮ ਜੋ ਬਖਸ਼ਿਸ਼ ਹੈ ਵਾਹਿਗੁਰੂ ਦੀ, ਨਾ ਕਹਿਣਾ ਜਾਈ। ਕਿਹੜੀਆਂ ਕੁ ਬਖਸ਼ਿਸ਼ਾਂ ਵਾਹਿਗੁਰੂ ਜੀ ਕਰਦੇ ਨੇ, ਜਾਂ ਨਾਮ ਦੁਆਰਾ ਕਿਹੜੀਆਂ ਕੁ ਬਖਸ਼ਿਸ਼ਾਂ ਹੁੰਦੀਆਂ ਹਨ, ਇਹ ਕਥਨ ਨਹੀਂ ਹੋ ਸਕਦਾ। ਧਿਆਏ ਧਿਆਏ ਜੀਵਹਿ ਜਨ ਤੇਰੇ। ਹੇ ਵਾਹਿਗੁਰੂ, ਤੁਹਾਡਾ ਸਿਮਰਨ ਕਰ ਕਰਕੇ ਤੁਹਾਡੇ ਜਿਹੜੇ ਜਨ ਸੇਵਕ ਨੇ ਨਾ, ਉਹ ਜਿਉਂਦੇ ਨੇ। ਆਖਾਂ ਜੀਵਾਂ ਵਿਸਰੈ ਮਰ ਜਾਓ। ਤੇ ਇਸੇ ਤਰ੍ਹਾਂ ਇਹਦਾ ਅਰਥ ਹੈ ਭਈ ਉਹ ਆਤਮਿਕ ਜੀਵਨ ਵਾਲੇ ਬਣ ਜਾਂਦੇ ਨੇ। ਅਸਲੀ ਜੀਵਨ ਉਹਨਾਂ ਨੂੰ ਪ੍ਰਾਪਤ ਹੁੰਦਾ ਜਿਹੜੇ ਤੁਹਾਨੂੰ ਧਿਆਉਂਦੇ ਸਿਮਰਦੇ ਨੇ। ਸੱਚ ਸ਼ਬਦ ਮਨ ਮਾਣੋ ਜੀਓ। ਜੋ ਗੁਰਾਂ ਦਾ ਉਚਾਰਿਆ ਹੋਇਆ ਸੱਚਾ ਸ਼ਬਦ ਹੈ, ਸੱਚ ਸਰੂਪ ਪਰਮੇਸ਼ਰ ਦਾ ਸ਼ਬਦ, ਵਡਿਆਈ ਵਾਲਾ ਸ਼ਬਦ, ਸਿਫਤ ਸਲਾਹ ਵਾਲਾ ਸ਼ਬਦ, ਗੁਰੂ ਕੀ ਬਾਣੀ, ਇਸ ਸ਼ਬਦ ਨਾਲ ਜੁੜਨਾ ਹੀ ਉਹ ਮਨ ਵਿੱਚ ਮਾਣ ਸਮਝਦੇ ਨੇ। ਉਹਨਾਂ ਦੇ ਮਨ ਅੰਦਰ ਸੱਚੇ ਸ਼ਬਦ ਦਾ, ਬ੍ਰਹਮ ਦਾ ਹੀ ਮਾਣ ਹੈ। ਸੱਚ ਸਲਾਹਣ ਵਡਭਾਗੀ ਪਾਈ ਹੈ। ਸੱਚ ਸਰੂਪ ਪਰਮੇਸ਼ਰ ਨੂੰ ਜਿਹੜਾ ਸਲਾਹੁਣਾ ਹੈ, ਇਹ ਦਾਤ ਵੱਡਿਆਂ ਭਾਗਾਂ ਕਰਕੇ ਪ੍ਰਾਪਤ ਹੁੰਦੀ ਹੈ। ਗੁਰ ਪ੍ਰਸਾਦੀ ਹਰ ਗੁਣ ਗਾਈ ਹੈ। ਗੁਰੂ ਮਹਾਰਾਜ ਜੀ ਦੀ ਪ੍ਰਸਾਦ ਕਿਰਪਾ ਵਰਤੇ ਤਾਂ ਹਰੀ ਦੇ ਗੁਣ ਗਾਏ ਜਾ ਸਕਦੇ ਹਨ। ਰੰਗ ਰੱਤੇ ਤੇਰਾ ਤੁਧ ਭਾਵੈ। ਹੇ ਵਾਹਿਗੁਰੂ ਜੀ, ਜੋ ਤੇਰੇ ਰੰਗ ਵਿੱਚ ਰੱਤੇ, ਪ੍ਰੇਮ ਵਿੱਚ ਰੱਤੇ ਹੋਏ ਨੇ, ਉਹ ਤੁਹਾਨੂੰ ਭਾਉਂਦੇ ਹਨ। ਕਿਉਂਕਿ ਰੰਗ ਵਿੱਚ ਰੱਤਿਆ ਹੋਇਆ ਜੀਵ ਹਉਮੈ ਤੋਂ ਰਹਿਤ ਹੋ ਜਾਂਦਾ ਹੈ, ਤੇ ਹਉਮੈ ਹੰਕਾਰ ਹੀ ਵਾਹਿਗੁਰੂ ਨੂੰ ਪਸੰਦ ਨਹੀਂ। ਹਰ ਜੀਓ ਅਹੰਕਾਰ ਨਾ ਭਾਵੈ, ਵੇਦ ਕੂਕ ਸੁਣਾਵੈ। ਪਰਮਾਤਮਾ ਆਪ ਵੀ ਪ੍ਰੇਮ ਦਾ ਸਰੂਪ ਹੈ, ਹੰਕਾਰ ਤੋਂ ਰਹਿਤ, ਪਰੇ ਮੈਂ। ਤੇ ਜਿਹੜਾ ਪਰਮਾਤਮਾ ਦੇ ਰੰਗ ਵਿੱਚ ਰੱਤਿਆ ਗਿਆ, ਪ੍ਰੇਮ ਦੇ ਸਹਿਤ ਹੋ ਗਿਆ, ਮੈਂ ਮਰ ਗਈ ਜਿਸ ਦੀ, ਉਹ ਪਰਮਾਤਮਾ ਨੂੰ ਪਾਉਂਦੇ ਹਨ ਜੀ। ਸੱਚ ਨਾਮ ਨਿਸ਼ਾਨੋ ਜੀਓ। ਉਹਨਾਂ ਦੇ ਪਾਸ ਸੱਚ ਸਰੂਪ ਵਾਹਿਗੁਰੂ ਦਾ ਜਿਹੜਾ ਨਾਮ ਹੈ ਨਾ, ਇਹ ਨਿਸ਼ਾਨ ਦੇ ਕਈ ਅਰਥ ਨੇ ਵੈਸੇ, ਪਰ ਇੱਥੇ ਕਿਆ ਅਰਥ ਹੈ? ਨਿਸ਼ਾਨ, ਨਿਸ਼ਾਨੀ, ਨਿਸ਼ਾਨ ਸਾਹਿਬ, ਚਿੰਨ੍ਹ, ਰਾਹਦਾਰੀ, ਟੋਂਬੂ, ਪਰਵਾਨਾ, ਨਗਾਰਾ, ਇਹ ਨਿਸ਼ਾਨ ਸ਼ਬਦ ਦੇ ਕਈ ਅਰਥ ਨੇ। ਇੱਥੇ ਮਤਲਬ ਉਹਨਾਂ ਦੇ ਪਾਸ ਰਾਹਦਾਰੀ ਹੈ, ਇਹ ਚਿੰਨ੍ਹ ਹੈ, ਸਿੰਬਲ ਹੈ ਪਰਮਾਤਮਾ ਦੇ ਨਾਮ ਦਾ। ਉਹਨਾਂ ਨੂੰ ਰੋਕ ਟੋਕ ਕੋਈ ਨਹੀਂ। ਸੱਚੇ ਅੰਤ ਨਾ ਜਾਣਾ ਕੋਈ। ਸੱਚੇ ਅਕਾਲ ਪੁਰਖ ਪਰਮਾਤਮਾ ਦਾ ਕੋਈ ਅੰਤ ਨਹੀਂ ਜਾਣਦਾ ਕਿ ਵਾਹਿਗੁਰੂ ਕਿੱਡਾ ਕੁ ਵੱਡਾ। ਥਾਨ ਥਨੰਤਰ ਸੱਚਾ ਸੋਈ। ਸਾਰੇ ਜਿਹੜੇ ਅਸਥਾਨ ਹਨ ਉੱਥੇ ਵੀ, ਤੇ ਅਸਥਾਨਾਂ 'ਤੇ ਰਹਿਣ ਵਾਲੇ ਜਿਹੜੇ ਜੀਵ ਹਨ, ਉਹਨਾਂ ਦੇ ਅੰਦਰ ਵੀ ਸੱਚਾ ਅਕਾਲ ਪੁਰਖ। ਥਾਨਾਂ ਥਾਨਾਂ ਦੇ ਅੰਦਰ, ਸਾਰੇ ਅਸਥਾਨਾਂ ਦੇ ਅੰਦਰ ਸੱਚ ਸਰੂਪ ਉਹੀ ਪਰਮਾਤਮਾ ਵਰਤ ਰਿਹਾ। ਨਾਨਕ ਸੱਚ ਧਿਆਈਐ ਸਦ ਹੀ, ਅੰਤਰਜਾਮੀ ਜਾਣੋ ਜੀਓ।
ਹਜ਼ੂਰ ਕਹਿੰਦੇ ਨੇ ਇਸ ਕਰਕੇ ਉਸ ਸੱਚ ਸਰੂਪ ਪਰਮਾਤਮਾ ਨੂੰ ਸਦਾ ਹੀ ਸਿਮਰਨਾ ਚਾਹੀਦਾ ਹੈ ਤੇ ਵਾਹਿਗੁਰੂ ਅਕਾਲ ਪੁਰਖ ਨੂੰ ਅੰਤਰਜਾਮੀ ਜਾਣੋ। ਅੰਦਰ ਦੀਆਂ ਜਾਣਨ ਵਾਲਾ ਜਾਣਕਾਰ ਜਾਣ ਕੇ ਸਦਾ ਹੀ ਧਿਆਉਣਾ ਚਾਹੀਦਾ। ਉਸ ਤੋਂ ਕੋਈ ਭੁਲੇਖਾ ਨਹੀਂ, ਉਹਨੂੰ ਵਾਹਿਗੁਰੂ ਨੂੰ ਕੋਈ ਭਰਮ ਭੁਲੇਖਾ ਨਹੀਂ ਤੁਹਾਡੇ ਬਾਰੇ। ਅੰਦਰ ਦੀ ਭਾਵਨਾ ਸਭ ਦੀ ਉਹ ਜਾਣਦਾ ਤੇ ਫਲ ਵੀ ਅੰਦਰ ਦੀ ਭਾਵਨਾ ਮੁਤਾਬਕ ਹੀ ਬਖਸ਼ਦਾ, ਕਿਉਂਕਿ ਅੰਦਰ ਦੀ ਭਾਵਨਾ ਜਾਣਦਾ। ਜਿਹੜਾ ਨਹੀਂ ਜਾਣਦਾ ਉਹਨੂੰ ਤਾਂ ਮੂੰਹ ਪੋਚਵੀਆਂ ਗੱਲਾਂ ਕਰਕੇ ਖੁਸ਼ ਅਸੀਂ ਕਰ ਸਕਦੇ ਹਾਂ ਮਨੁੱਖ ਨੂੰ, ਪਰ ਪਰਮਾਤਮਾ ਮੂੰਹ ਪੋਚਵੀਆਂ ਗੱਲਾਂ ਇੰਝ ਖੁਸ਼ਾਮਦਾਂ ਕਰਨ ਕਰਕੇ ਨਹੀਂ ਪ੍ਰਸੰਨ ਹੁੰਦਾ। ਮਾਝ ਮਹੱਲਾ ਪੰਜਵਾਂ। ਮਾਝ ਰਾਗ ਵਿੱਚ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਬਚਨ ਫਰਮਾ ਰਹੇ ਨੇ, ਰੈਣ ਸੁਹਾਵੜੀ ਦਿਨ ਸੁਹੇਲਾ। ਉਸ ਮਨੁੱਖ ਦੀ ਰਾਤ ਵੀ ਸ਼ੋਭਨੀਕ ਹੈ ਤੇ ਉਸ ਦਾ ਬਤੀਤ ਕੀਤਾ ਦਿਨ ਵੀ ਸੁਖ ਸਹਿਤ ਹੈ। ਸੁਹੇਲਾ ਸੁਖੀ ਕਰਨ ਵਾਲਾ ਹੈ, ਸੁਖਮਈ ਹੈ। ਜਪ ਅੰਮ੍ਰਿਤ ਨਾਮ ਸੰਤ ਸੰਗ ਮੇਲਾ। ਕਦੋਂ ਰੈਣ ਸ਼ੋਭਨੀਕ ਹੋਈ, ਕਿਹੜਾ ਦਿਨ ਸੁਖਦਾਈ ਹੋਇਆ? ਜਿਸ ਸਮੇਂ, ਜਿਸ ਦਿਨ ਜਾਂ ਜਿਸ ਰਾਤ ਨੂੰ ਅੰਮ੍ਰਿਤ ਨਾਮ ਜਪੀਏ ਤੇ ਸੰਤ ਸੰਗ ਮੇਲਾ, ਸੰਤ ਜਨਾਂ ਦੀ ਸੰਗਤ ਵਿੱਚ ਮਿਲੀਏ। ਸੰਤ ਸੰਗ ਵਿੱਚ ਮੇਲ ਮਿਲਾਪ ਹੋਣਾ ਤੇ ਜਪਣਾ ਅੰਮ੍ਰਿਤ ਨਾਮ। ਜਿਵੇਂ ਫਰੀਦ ਜੀ ਨੇ ਕਿਹਾ ਭਈ ਜਿਹੜਾ ਰੱਬ ਦੇ ਪਿਆਰਿਆਂ ਦੀ ਸੋਭਤ ਹੈ ਇਹੋ ਹੀ ਸਮਾਂ ਸਫਲਾ ਹੈ। ਫਰੀਦ ਜੀ ਨੇ ਕਿਹਾ ਬਈ ਜਿਹੜਾ ਰੱਬ ਦੇ ਪਿਆਰਿਆਂ ਦੀ ਸੰਗਤ ਹੈ, ਜੋ ਜੋ ਵੰਝਾਂ ਡੀਹੜਾ। ਫਰੀਦਾ ਰੱਬ ਖਜੂਰੀ ਪੱਕੀਆਂ, ਰੱਬ ਦੇ ਸੰਤ ਖਜੂਰਾਂ ਵਰਗੇ ਨੇ, ਪੱਕੀਆਂ ਖਜੂਰਾਂ ਵਰਗੇ। ਮਾਖਿਆ ਨਹੀਂ ਵਹਨ, ਉਹ ਜਦੋਂ ਬੋਲਦੇ ਉਪਦੇਸ਼ ਵਾਹਿਗੁਰੂ ਦੇ ਨਾਮ ਦੇ ਬਚਨ ਬੋਲਦੇ ਨੇ, ਮਾਨੋ ਸ਼ਹਿਦ ਦੀਆਂ ਨਦੀਆਂ ਵਗ ਤੁਰਦੀਆਂ ਹਨ। ਜੋ ਜੋ ਵੰਝਾਂ ਡੀਹੜਾ, ਔਰ ਉਹਨਾਂ ਦੀ ਸੋਭਤ ਵਿੱਚ ਸੰਗਤ ਵਿੱਚ ਜੋ ਜੋ ਡੀਹੜਾ ਦਿਨ ਗੁਜ਼ਰਦਾ ਹੈ, ਸੋ ਉਮਰ ਹੱਥ ਪਵਨ। ਉਸ ਉਮਰ ਨੂੰ ਆਪਣੇ ਹੱਥ ਪੈ ਜਾਂਦੇ ਹਨ, ਭਾਵ ਸਫਲ ਹੀ ਹੋ ਜਾਂਦੀ, ਵਿਅਰਥ ਨਹੀਂ ਜਾਂਦੀ। ਘੜੀ ਮੂਰਤ ਸਿਮਰਤ ਪਲ ਵੰਝਾਂ ਹੈ, ਜੀਵਨ ਸਫਲ ਤਥਾਈ ਜੀਓ। ਇੱਕ ਘੜੀ 24 ਮਿੰਟ ਦੀ, ਮੂਰਤ 2 ਘੜੀਆਂ ਦਾ ਸਮਾਂ, ਪਲ ਜਿਹੜੇ ਵੰਝਾਂ ਬਤੀਤ ਹੁੰਦੇ ਹਨ ਨਾ ਵਾਹਿਗੁਰੂ ਨੂੰ ਸਿਮਰਦਿਆਂ ਹੋਇਆ। ਜੀਵਨ ਸਫਲ ਤਥਾਈ ਜੀਓ, ਤੇ ਇਸ ਥਾਂ 'ਤੇ ਹੀ ਜੀਵਨ ਸਫਲਾ ਹੁੰਦਾ ਜਿੱਥੇ ਸੰਤ ਜਨਾਂ ਦਾ ਮਿਲਾਪ ਜੋੜ ਮੇਲ ਹੋਇਆ ਹੋਵੇ, ਅੰਮ੍ਰਿਤ ਨਾਮ ਜਪਿਆ ਜਾਂਦਾ ਹੋਵੇ। ਉੱਥੇ ਰਾਤ ਵੀ ਦਿਨ ਵੀ ਘੜੀਆਂ ਮਹੂਰਤ ਪਲ ਪਰਮਾਤਮਾ ਨੂੰ ਸਿਮਰਦਿਆਂ ਬਤੀਤ ਹੁੰਦੇ ਨੇ। ਉਸ ਥਾਂ 'ਤੇ ਜਿੰਨਾ ਜੀਵਨ ਬਤੀਤ ਹੋਇਆ ਉਹ ਫਲ ਦੇ ਸਹਿਤ ਹੋ ਗਿਆ, ਸਫਲਾ ਹੋ ਗਿਆ, ਨਹੀਂ ਤਾਂ ਵਿਅਰਥ ਹੀ ਆ। ਸਿਮਰਤ ਨਾਮ ਦੋਖ ਸਭ ਲਾਥੇ। ਵਾਹਿਗੁਰੂ ਜੀ ਦਾ ਸਿਮਰਨ ਕਰਦਿਆਂ ਹੋਇਆਂ ਸਾਰੇ ਜਿਹੜੇ ਦੋਸ਼ ਹਨ ਨਾ ਸਾਨੂੰ ਚੰਬੜੇ ਹੋਏ। ਦੁੱਖ ਦਾ ਅਰਥ ਇੱਥੇ ਦੁੱਖ ਨਹੀਂ, ਦੋਸ਼ਾਂ ਤੋਂ ਦੁੱਖ ਪੈਦਾ ਹੁੰਦੇ ਨੇ। ਜਿਹੜੇ ਸਾਡੇ ਅੰਦਰ ਦੋਖ ਨੇ ਨਾ, ਪਾਪ ਹਨ, ਉਹਨਾਂ ਤੋਂ ਹੀ ਦੁੱਖਾਂ ਦਾ ਜਨਮ ਹੁੰਦਾ। ਤੇ ਉਹ 5 ਦੋਸ਼ ਮੰਨੇ ਗਏ। ਸ਼ਬਦ ਸਪਰਸ਼ ਰੂਪ ਰਸ ਗੰਧ। ਪਰਮਾਤਮਾ ਦਾ ਨਾਮ ਛੱਡ ਕੇ ਹੋਰ ਗੰਧਣ ਵੈਣ ਸੰਸਾਰੀ ਗੱਲਾਂ ਵਿਸ਼ਿਆਂ ਵਕਾਰਾਂ ਦੀਆਂ ਨਿੰਦਿਆ ਚੁਗਲੀ ਦੀਆਂ ਸੁਣਨ 'ਚ ਰੁਚੀ ਰਹਿਣੀ, ਇਹ ਔਰ ਸਪਰਸ਼ ਸਰੀਰਾਂ ਚਮੜੀਆਂ ਦਾ ਸਪਰਸ਼ ਛੂਹਣਾ, ਇਹ ਔਰ ਇਸੇ ਪ੍ਰਕਾਰ ਰੂਪ ਅੱਖਾਂ ਨਾਲ ਵੇਖਣ ਦਾ, ਸੋਹਣੇ ਸੋਹਣੇ ਰੂਪ ਵੇਖਣ ਦੀ ਰੁਚੀ ਹੋਣੀ ਮਨ ਨੂੰ। ਰਸ ਜਿਵੇਂ ਜ਼ਬਾਨ ਦੇ ਰਸ ਨੇ ਵੱਖਰੇ ਵੱਖਰੇ। ਸ਼ਬਦ ਸਪਰਸ਼ ਰੂਪ ਰਸ ਗੰਧ, ਤੇ ਨਾਸਾਂ ਦੁਆਰਾ ਦੁਰਗੰਧੀਆਂ ਸੁਗੰਧੀਆਂ ਸੁਗਣ 'ਚ ਫਸੇ ਰਹਿਣਾ, ਇਹ ਚੰਬੜੇ ਹੋਏ ਨੇ ਦੋਸ਼। ਸੋ ਇਸੇ ਪ੍ਰਕਾਰ 5 ਵਕਾਰ, ਕਾਮ ਕ੍ਰੋਧ ਮੋਹ ਲੋਭ ਹੰਕਾਰ। ਇਹਨਾਂ ਤੋਂ ਅੱਗੇ ਫਿਰ ਪਾਪ ਲੈਂਦੇ ਨੇ ਜਨਮ, ਪਾਪ ਭੈੜੇ ਕਰਮ। ਇਹਨਾਂ ਦੇ ਦੋਸ਼ਾਂ ਤੇ ਵਿਕਾਰਾਂ 'ਚ ਖਚਤ ਹੋਇਆ ਬੰਦਾ ਹੀ ਅਪਰਾਧ ਕਰਦਾ। ਇੱਕ ਮਨ ਦੇ ਪਾਪ ਨੇ, ਇੱਕ ਬਾਣੀ ਦੇ ਪਾਪ, ਇੱਕ ਸਰੀਰਕ ਪਾਪ, ਕਾਇਕ ਪਾਪ, ਸਰੀਰਾਂ ਦੇ ਪਾਪ। ਸਰੀਰਕ ਤੌਰ 'ਤੇ ਜਿਵੇਂ ਕਤਲ ਕਰਤਾ, ਮਨ 'ਚ ਕਿਸੇ ਦਾ ਬੁਰਾ ਕਰਨਾ ਚਿਤਵਿਆ, ਔਰ ਇਸੇ ਤਰ੍ਹਾਂ ਬਚਨ ਬੋਲ ਕੇ ਕਿਸੇ ਦਾ ਦਿਲ ਦੁਖਾਇਆ, ਇਤਿਆਦਿਕ ਇਹ ਕੁਝ ਮਨ ਦੇ, ਕੁਝ ਬਾਣੀ ਦੇ, ਕੁਝ ਕਾਇਕ ਸਰੀਰਕ ਪਾਪ ਅਸੀਂ ਕਰਦੇ ਹਾਂ। ਇੱਥੋਂ ਅੱਗੇ ਜਿਹੜੇ ਦੁੱਖ ਨੇ ਉਹ ਜਨਮ ਲੈਂਦੇ ਨੇ। ਸੋ ਹਜ਼ੂਰ ਕਹਿੰਦੇ ਸਿਮਰਤ ਨਾਮ ਦੋਖ ਸਭ ਲਾਥੇ। ਕੋਈ ਦੋਸ਼ ਵਿਕਾਰ ਔਗਣ ਪਾਪ ਨਾ ਰਹਿ ਗਿਆ, ਸਭ ਲੱਥ ਗਏ। ਅੰਤਰ ਬਾਹਰ ਹਰ ਪ੍ਰਭ ਸਾਥੇ। ਫਿਰ ਉਦੋਂ ਨਿਸ਼ਚਾ ਹੋ ਗਿਆ, ਗਿਆਨ ਹੋ ਗਿਆ ਕਿ ਅੰਦਰ ਤੇ ਬਾਹਰ ਹਰੀ ਪ੍ਰਭੂ ਪਰਮਾਤਮਾ ਸਾਡੇ ਸਾਥ ਹੀ ਵਸਦਾ ਹੈ। ਭੈ ਭਉ ਭਰਮ ਖੋਇਆ ਗੁਰ ਪੂਰੈ।
ਜਦੋਂ ਪੂਰਨ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ, ਸਾਰੇ ਡਰ, ਐਸ ਲੋਕ ਦਾ ਭੈ, ਅਗਲੇ ਜਹਾਨ ਦਾ ਵੀ ਭਉ ਜਮਾਂ ਦਾ, ਤੇ ਭਰਮ ਭ੍ਰਾਂਤੀ, ਵਸਤੂ ਹੋਰ ਹੈ ਉਹਨੂੰ ਹੋਰ ਸਮਝਣਾ, ਇਹਨੂੰ ਕਹਿੰਦੇ ਨੇ ਭਰਮ, ਤੇ ਭਟਕਣਾ ਮਨ ਦੀ। ਇਹ ਪੂਰੇ ਗੁਰੂ ਨੇ ਸਭ ਕੁਝ ਖੋਇਆ, ਨਾਸ ਕਰ ਦਿੱਤਾ। ਦੇਖਾ ਸਭ ਨੇ ਜਾਈ ਜੀ, ਸਭਨਾ ਥਾਵਾਂ ਤੇ ਹੁਣ ਪਰਮਾਤਮਾ ਨੂੰ ਹੀ ਵੇਖ ਲਿਆ। ਪਰਮਾਤਮਾ ਨੂੰ ਹੀ ਵੇਖਦੇ ਹਾਂ ਜਿੱਧਰ ਕਿੱਧਰ ਵੀ ਨਜ਼ਰ ਜਾਂਦੀ ਹੈ। ਜਹ ਤਹ ਕਹਿ ਭਰਪੂਰ, ਔਰ ਇਸ ਪ੍ਰਕਾਰ ਜਹ ਜਹ ਪੇਖੋਂ ਤੈ ਹਜੂਰ, ਦੂਰ ਕਤਹੁ ਨਾ ਜਾਈ, ਰਵ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ। ਪ੍ਰਭ ਸਮਰੱਥ ਵੱਡ ਊਚ ਅਪਾਰਾ, ਪ੍ਰਭੂ ਅਕਾਲ ਪੁਰਖ ਜੀ ਸਾਰੀਆਂ ਸ਼ਕਤੀਆਂ ਕਰਕੇ ਸਮਰੱਥ ਨੇ। ਪ੍ਰਭ ਸਭਨਾ ਗੱਲਾਂ ਜੋਗਾ ਜੀ, ਸਭ ਕੁਝ ਕਰਨ ਦੀ ਸਮਰੱਥਾ ਜਿਸ ਦੇ ਪਾਸ ਹੈ, ਵੱਡਾ ਹੈ ਤੇ ਸਭ ਤੋਂ ਉੱਚਾ ਹੈ, ਸਭ ਤੋਂ ਵੱਡਾ, ਸਭ ਤੋਂ ਉੱਚਾ ਤੇ ਅਪਾਰਾ ਬੇਅੰਤ ਹੈ, ਜਿਹਦਾ ਪਾਰ ਨਹੀਂ ਪਾਇਆ ਜਾਂਦਾ। ਨੌ ਨਿਧ ਨਾਮ ਭਰੇ ਭੰਡਾਰਾ, ਵਾਹਿਗੁਰੂ ਜੀ ਦਾ ਨਾਮ ਹੀ 9 ਖਜ਼ਾਨੇ ਨੇ। ਪਰਮਾਤਮਾ ਦੇ ਨਾਮ ਦੇ ਅਧੀਨ ਹਨ 9 ਦੇ 9 ਖਜ਼ਾਨੇ। ਸੋਨਾ ਚਾਂਦੀ ਹੀਰੇ ਗੁੱਲੀਆਂ ਮਣੀਆਂ ਪੰਨੇ ਜਵਾਹਰਾਤ ਪੈਸਾ ਧੇਲਾ ਜੋ ਕੁਛ ਵੀ ਹੈ, ਇਹ ਦੁਨੀਆ ਦੇ 9 ਖਜ਼ਾਨੇ ਪਰਮਾਤਮਾ ਦਾ ਨਾਮ ਹੀ ਹੈ। ਜਿਹਦੇ ਹਿਰਦੇ 'ਚ ਨਾਮ ਹੈ, ਮਾਨੋ ਇਹ 9 ਖਜ਼ਾਨਿਆਂ ਦੇ ਭੰਡਾਰ ਭਰੇ ਹੋਏ ਨੇ। ਸੰਤ ਹਿਰਦਾ ਭੰਡਾਰ, ਸੰਤ ਦਾ ਹਿਰਦਾ ਸਾਰੀਆਂ ਸ਼ਕਤੀਆਂ ਸਾਰੇ ਸ਼ੁਭ ਗੁਣਾਂ ਦਾ ਭੰਡਾਰਾ, ਕਿਉਂਕਿ ਉੱਥੇ ਨਾਮ ਟਿਕਿਆ ਆ। ਆਦਿ ਅੰਤ ਮੱਧ ਪ੍ਰਭ ਸੋਈ, ਜਦੋਂ ਸ੍ਰਿਸ਼ਟੀ ਰਚੀ ਉਦੋਂ ਵੀ, ਤੇ ਜਦੋਂ ਸ੍ਰਿਸ਼ਟੀ ਦਾ ਅੰਤ ਹੋਣਾ ਉਦੋਂ ਵੀ, ਤੇ ਮੱਧ ਹੁਣ ਜਿਹੜਾ ਵਿਚਲਾ ਸਮਾਂ ਹੈ, ਇਸ ਮੱਧਲੇ ਸਮੇਂ ਵਿੱਚ, ਵਿਚਲੇ ਸਮੇਂ ਵਿੱਚ ਵੀ ਉਹੀ ਪ੍ਰਭੂ ਵਰਤ ਰਿਹਾ ਹੈ। ਉਹ ਪਹਿਲਾਂ ਵੀ ਸੀ ਸ੍ਰਿਸ਼ਟੀ ਸਾਜਣ ਤੋਂ, ਹੁਣ ਵੀ ਜਦੋਂ ਸੰਸਾਰ ਚੱਲ ਰਿਹਾ ਇਹਦੇ ਵਿੱਚ ਵੀ, ਤੇ ਜਦੋਂ ਅੰਤ ਹੋ ਜਾਣਾ ਉਦੋਂ ਵੀ ਪ੍ਰਮਾਤਮਾ ਉਹੀ ਰਹੇਗਾ। ਦੂਜਾ ਲਵੈ ਨਾ ਲਾਈ ਜੀਓ, ਇਹ ਲਵੈ ਲਾਉਣਾ ਇਹ ਮਾਲਵੇ ਦੀ ਬੋਲੀ ਹੈ। ਲਵੇ ਨੇੜੇ ਨੂੰ ਕਹਿੰਦੇ ਨੇ, ਦੂਜਾ ਉਹਦੇ ਨੇੜੇ ਨਹੀਂ ਲਾਇਆ ਜਾ ਸਕਦਾ। ਮਤਲਬ ਦੂਜਾ ਹੋਰ ਕੋਈ ਵਾਹਿਗੁਰੂ ਦੀ ਬਰਾਬਰੀ ਨਹੀਂ ਕਰ ਸਕਦਾ, ਬਰਾਬਰ ਦਾ ਕੋਈ ਨਹੀਂ ਹੈ। ਕਰ ਕਿਰਪਾ ਮੇਰੇ ਦੀਨ ਦਇਆਲਾ, ਇਸ ਕਰਕੇ ਐਸੇ ਵਾਹਿਗੁਰੂ ਦੇ ਚਰਨਾਂ 'ਚ ਬੇਨਤੀ ਕਰਨੀ ਚਾਹੀਦੀ ਆ ਵੀ ਹੈ ਮੇਰੇ ਦੀਨ ਗਰੀਬਾਂ ਆਜਜ਼ਾਂ ਨਿਮਾਣਿਆਂ ਤੇ ਦਿਆਲੂ ਹੋਣ ਵਾਲੇ, ਦਇਆ ਕਰਨ ਵਾਲੇ ਦੀਨ ਦਇਆਲ ਮੇਰੇ ਵਾਹਿਗੁਰੂ, ਇੱਕ ਮੇਰੇ ਤੇ ਕਿਰਪਾ ਕਰ। ਕਿਆ ਕਿਰਪਾ ਮੰਗਦਾ ਜਗਿਆਸੂ, ਜਾਚਕ ਜਾਚੈ ਸਾਧ ਰਵਾਲਾ। ਇੱਥੇ ਵੀ ਹੁਣ ਵੇਖੋ ਜਾਂਚੈ ਪਾਠ ਨਹੀਂ ਕਰ ਦੇਣਾ, ਜਾਂਚਣਾ ਹੋਣਾ, ਕਿਸੇ ਚੀਜ਼ ਨੂੰ ਜੋਖਣਾ, ਅੰਦਾਜ਼ਾ ਲਾਉਣਾ। ਤੇ ਜਾਚਾ ਦਾ ਅਰਥ ਹੈ ਮੰਗਣਾ। ਜਾਚਕ ਮੰਗਤਾ ਤੇਰੇ ਸਾਧੂਆਂ ਦੀ ਚਰਨ ਧੂੜ ਮੰਗਦਾ ਹੈ, ਜਾਚਦਾ ਲੋਚਦਾ ਮੰਗਦਾ ਹੈ। ਤੇਰੇ ਜਿਹੜੇ ਸੰਤ ਨੇ ਨਾ, ਉਹਨਾਂ ਦੀ ਚਰਨ ਧੂੜ ਮਤਲਬ ਉਹਨਾਂ ਦਾ ਸੰਗ ਮੈਨੂੰ ਬਖਸ਼, ਉਹਨਾਂ ਦੇ ਚਰਨਾਂ 'ਚ ਰਹਿਣ ਦਾ ਸੁਭਾਗ ਬਖਸ਼। ਇਹ ਤੇਰੇ ਦਰ ਦਾ ਮੰਗਤਾ ਤੇ ਇਥੋਂ ਮੰਗਦਾ। ਦੇਹ ਦਾਨ ਨਾਨਕ ਜਨ ਮੰਗੈ, ਸਤਿਗੁਰੂ ਅਰਜਨ ਦੇਵ ਜੀ ਕਹਿੰਦੇ ਮੈਂ ਤੇਰਾ ਜਨ ਹਾਂ, ਪੈਦਾ ਕੀਤਾ ਤੇਰਾ ਸੇਵਕ, ਇਹ ਮੈਂ ਮੰਗਦਾ ਤੇਰੇ ਦਰ ਤੋਂ, ਮੈਨੂੰ ਦਾਨ ਬਖਸ਼। ਸਦਾ ਸਦਾ ਹਰ ਧਿਆਈ ਜੀਓ, ਤਾਂ ਕਰਕੇ ਸਾਧੂਆਂ ਦੀ ਚਰਨ ਧੂੜ ਚਾਹੀਦੀ ਹੈ ਭਈ ਉਹਨਾਂ ਦੀ ਸੋਭਤ ਵਿੱਚ ਮੈਂ ਸਦਾ ਸਦਾ ਤੇਰਾ ਹੀ ਧਿਆਨ ਧਰਾਂ, ਤੇਰਾ ਹੀ ਸਿਮਰਨ ਕਰਾਂ। ਮੈਂ ਤੇਰੇ ਦਰ ਤੋਂ ਇਹ ਵੀ ਦਾਨ ਮੰਗਦਾ ਹਾਂ ਕਿ ਸਦਾ ਸਦਾ ਲਈ ਤੈਨੂੰ ਧਿਆਵਾਂ, ਸਿਮਰਾਂ, ਅਰਾਧਾਂ। ਮਾਝ ਮਹੱਲਾ ਪੰਜਵਾ। ਮਾਝ ਰਾਗ ਵਿੱਚ ਗੁਰਦੇਵ ਪੰਚਮ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ ਬਚਨ ਫਰਮਾਉਂਦੇ ਹਨ, ਇੱਥੇ ਤੂੰ ਹੈ ਆਗੈ ਆਪੇ। ਇੱਥੇ ਸਮਾਤ ਲੋਕ ਤੇ, ਜਿਵੇਂ ਕਿ ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰੂ ਦੀਨ ਦਇਆ। ਇੱਥੇ ਜਿੱਥੇ ਅਸੀਂ ਹੋਣਾ ਮਾਹਤ ਲੋਕ ਤੇ, ਇੱਥੇ ਵੀ ਤੂੰ ਹੀ ਆ। ਤੇ ਅਗਾਂਹ ਆਉਣ ਵਾਲੇ ਸਮੇਂ 'ਚ ਵੀ, ਅਗਲੇ ਜਹਾਨ ਵਿੱਚ ਵੀ ਤੂੰ ਆਪ ਹੀ ਆਪ ਹੋਏਗਾ ਸਾਡਾ ਰਖਵਾਲਾ। ਇੱਥੇ ਵੀ ਤੂੰ ਹੈ, ਅੱਗੇ ਵੀ ਤੂੰ ਆਪ ਹੀ ਆ। ਜੀ ਜੰਤਰ ਸਭ ਤੇਰੇ ਥਾਪੇ, ਜੀ ਵੱਡੇ ਜੰਤ ਛੋਟੇ ਸਭ ਜਿੰਨੀ ਸ੍ਰਿਸ਼ਟੀ ਹੈ ਰਚਨਾ, ਸਭ ਤੇਰੇ ਥਾਪੇ ਬਣਾਏ ਹੋਏ ਨੇ। ਤੁਧ ਬਿਨ ਅਵਰ ਨਾ ਕੋਈ ਕਰਤੇ, ਹੇ ਕਰਤੇ ਅਕਾਲ ਪੁਰਖ ਜੀ, ਤੁਹਾਡੇ ਤੋਂ ਬਗੈਰ ਅਵਰ ਹੋਰ ਕੋਈ ਮੇਰਾ ਨਹੀਂ ਹੈ। ਮੈਂ ਧਰ ਓਟ ਤੁਮਾਰੀ ਜੀਓ, ਧਰ ਨਾਮ ਆਸਰੇ ਦਾ, ਓਟ ਟੇਕ, ਮੇਰਾ ਓਟ ਆਸਰਾ ਮਹਾਰਾਜ ਤੁਸੀਂ, ਮੈਨੂੰ ਤੁਹਾਡੀ ਹੀ ਧਰ ਟੇਕ ਹੈ, ਤੁਹਾਡੀ ਹੀ ਓਟ ਹੈ, ਤੁਹਾਡਾ ਹੀ ਆਸਰਾ ਸੱਚੇ ਪਾਤਸ਼ਾਹ। ਰਸਨਾ ਜਪ ਜਪ ਜੀਵੈ ਸੁਆਮੀ, ਹੁਣ ਰਸਨਾ ਜ਼ਬਾਨ ਜੋ ਹੈ ਸੁਆਮੀ ਅਕਾਲ ਪੁਰਖ ਨੂੰ ਜਪ ਜਪ ਕੇ ਇਹ ਜਿਉਂਦੀ ਹੈ। ਰਸਨਾ ਗਿੱਧੀ ਬੋਲਤ ਰਾਮ, ਹੁਣ ਰਸਨਾ ਨੂੰ ਰਸ ਆ ਗਿਆ ਵਾਹਿਗੁਰੂ ਦੇ ਨਾਮ ਦਾ, ਇਸ ਕਰਕੇ ਉਹਨੂੰ ਛੱਡਣਾ ਨਹੀਂ ਚਾਹੁੰਦੀ।
ਇਹਦਾ ਜੀਵਨ ਹੀ ਬਣ ਗਿਆ ਵਾਹਿਗੁਰੂ ਦਾ ਨਾਮ। ਪਾਰ ਬ੍ਰਹਮ ਪ੍ਰਭ ਅੰਤਰਜਾਮੀ, ਹੇ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਸ਼ੁੱਧ ਸਰੂਪ, ਪ੍ਰਭੂ ਰਖਿਅਕ ਅੰਤਰਜਾਮੀ, ਅੰਦਰ ਦੀਆਂ ਜਾਣਨ ਵਾਲੇ, ਜਿਨ ਸੇਵਿਆ ਤਿਨ ਹੀ ਸੁਖ ਪਾਇਆ। ਐਸੇ ਹੀ ਵਾਹਿਗੁਰੂ ਜੀ ਜਿਨ੍ਹਾਂ ਨੇ ਸੇਵਿਆ ਸਿਮਰਿਆ ਹੈ ਆਪ ਜੀ ਦੇ ਨਾਮ ਨੂੰ, ਉਹਨਾਂ ਨੇ ਹੀ ਆਤਮਿਕ ਸੁਖ ਪਾਇਆ ਹੈ। ਸੋ ਜਨਮ ਨਾ ਜੂਐ ਹਾਰੀ ਜੀਓ। ਉਹ ਆਪਣਾ ਮਨੁੱਖਾ ਜਨਮ ਵਿਸ਼ਿਆਂ ਵਿਕਾਰਾਂ ਦੇ ਜੂਏ 'ਚ ਨਹੀਂ ਹਾਰਦੇ। ਜਿਵੇਂ ਜੁਆਰੀਆ ਜੂਏ 'ਚ ਪੈਸਾ ਹਾਰ ਜਾਂਦਾ ਨਾ ਅਤੇ ਮੂੰਹ ਲਮਕਾਉਂਦਾ ਘਰ ਨੂੰ ਆਉਂਦਾ, ਇਸੇ ਤਰ੍ਹਾਂ ਅਸੀਂ ਆਏ ਇਸ ਮਾਤ ਲੋਕ 'ਤੇ ਇੱਥੇ ਕੁਝ ਵਿਸ਼ੇ ਵਿਕਾਰ ਨੇ ਜੋ ਜੂਆ ਹਨ। ਆਪਣੇ ਧਰਮ ਨੂੰ ਛੱਡ ਕੇ, ਇਮਾਨਦਾਰੀ ਨੂੰ ਛੱਡ ਕੇ, ਇਨਸਾਨੀਅਤ ਨੂੰ ਛੱਡ ਕੇ, ਚੰਗੇ ਕਰਮਾਂ ਨੂੰ ਛੱਡ ਕੇ, ਵਾਹਿਗੁਰੂ ਦਾ ਸਿਮਰਨ ਖਾਸ ਕਰਕੇ ਛੱਡ ਕੇ, ਬੇਮੁਖ ਹੋ ਕੇ ਜਿਹੜਾ ਵਿਕਾਰਾਂ ਵਿੱਚ ਗਲਤਾਨ ਹੋ ਕੇ ਮਰਨਾ, ਇਹ ਜੂਏ 'ਚ ਜਨਮ ਹਾਰਨਾ ਹੈ। ਮਨੁੱਖਾ ਜਨਮ ਤਾਂ ਬੜੀ ਦੁਰਲੱਭ ਵਸਤੂ ਹੈ। ਜਿਵੇਂ ਕੋਈ ਕੀਮਤੀ ਹੀਰੇ ਲਾਲ ਜਵਾਹਰਾਤ ਜੂਏ 'ਚ ਹਾਰਦਾ ਅਤੇ ਉਹਦੇ ਪੱਲੇ ਕੁਛ ਨਹੀਂ ਫਿਰ ਰਹਿੰਦਾ। ਇਸੇ ਪ੍ਰਕਾਰ ਹੀ ਜੀਵ ਨੇ ਸਮਝਿਆ ਵੀ ਸ਼ਾਇਦ ਇਹ ਵਿਕਾਰ ਮਾੜੇ ਕਰਮ ਜਿਹੜੇ ਇਹਨਾਂ ਨਾਲ ਮੈਂ ਬਾਜੀ ਜਿੱਤ ਲੈਣੀ ਅਤੇ ਮੈਂ ਬੜਾ ਸੁਖੈਨ ਜੀਵਨ ਗੁਜ਼ਾਰਨਾ, ਜਿਸ ਜੀਵਨ ਦਾ ਭਰੋਸਾ ਹੀ ਕੋਈ ਨਹੀਂ ਵੀ ਅਗਲਾ ਸਾਹ ਆਵੇਗਾ ਕਿ ਨਹੀਂ। ਇਹ ਸੀ ਦੁਰਲੱਭ ਵਸਤੂ ਮਨੁੱਖਾ ਜਨਮ ਆਪਣਾ ਅੱਗਾ ਸਵਾਰਨ ਵਾਸਤੇ, ਪਰ ਮਨੁੱਖ ਨੇ ਇਹਦੀ ਕਦਰ ਨਾ ਜਾਣੀ ਹੀਰੇ ਜਨਮ ਦੀ, ਅਤੇ ਇਹਨੂੰ ਕੌਡੀਆਂ ਦੇ ਭਾਅ ਵਿਸ਼ਿਆਂ ਵਿਕਾਰਾਂ 'ਚ ਹਾਰ ਦਿੱਤਾ ਜੂਏ 'ਚ। ਅਤੇ ਜਿਹੜਾ ਵਾਹਿਗੁਰੂ ਦਾ ਸਿਮਰਨ ਕਰਦਾ ਉਹਨੇ ਆਤਮਿਕ ਸੁਖ ਪਾਇਆ ਹੈ। ਉਹ ਫਿਰ ਇਹਨਾਂ ਵਿਕਾਰਾਂ ਦੇ ਜੂਏ ਵਿੱਚ ਆਪਣਾ ਮਨੁੱਖਾ ਜਨਮ ਨਹੀਂ ਹਾਰਦਾ ਜੀ। ਨਾਮ ਅਵਖਦ ਜਿਨ ਜਨ ਤੇਰਾ ਪਾਇਆ, ਜਿਹਨੇ ਨਾਮ ਰੂਪੀ ਰਸਾਇਣ ਅਵਖਦ ਦਵਾਈ ਗਜ਼ਾ ਜਿਨ੍ਹਾਂ ਤੇਰੇ ਜਨਾਂ ਨੇ ਇਹ ਪ੍ਰਾਪਤ ਕਰ ਲਈ ਹੈ, ਇਹ ਦਵਾਈ ਜਨਮ ਜਨਮ ਕਾ ਰੋਗ ਗਵਾਇਆ। ਉਹਨਾਂ ਨੇ ਆਪਣੇ ਜਨਮਾਂ ਜਨਮਾਂਤਰਾਂ ਦਾ ਜਿਹੜਾ ਰੋਗ ਸੀ ਹਉਮੈ ਦਾ, ਨਾਨਕ ਹਉਮੈ ਰੋਗ ਬੁਰੇ, ਹਉਮੈ ਦੀਰਘ ਰੋਗ ਹੈ ਦਾਰੂ ਭੀ ਇਸ ਮਾਹੇ। ਇਹ ਜਿਹੜਾ ਰੋਗ ਸੀ ਨਾ, ਪੱਕਾ ਰੋਗ, ਕੋੜ ਰੋਗ, ਜੜ੍ਹਾਂ ਵਾਲਾ ਰੋਗ, ਇਹ ਗਵਾ ਲਿਆ। ਹਰ ਕੀਰਤਨ ਗਾਵੋ ਦਿਨ ਰਾਤੀ, ਸਫਲ ਇਹ ਹੈ ਕਾਰੀ ਜੀਓ। ਸਤਿਗੁਰੂ ਸਾਨੂੰ ਉਪਦੇਸ਼ ਦੇ ਰਹੇ ਨੇ ਵੀ ਇਸ ਕਰਕੇ ਇਹ ਸਿੱਖੋ, ਹਰੀ ਪਰਮਾਤਮਾ ਦਾ ਕੀਰਤਨ ਹੀ ਦਿਨੇ ਰਾਤ ਗਾਇਆ ਕਰੋ। ਵਾਹਿਗੁਰੂ ਦਾ ਜਸ ਹੀ ਗਾਉਣਾ ਯੋਗ ਹੈ। ਸਫਲ ਇਹ ਹੈ ਕਾਰੀ ਜੀਓ। ਇਹ ਜਿਹੜੀ ਕਾਰ ਹੈ ਨਾ, ਕਾਰ ਵਿਹਾਰ, ਇਹੋ ਹੀ ਸਫਲਾ ਹੈ। ਮਨੁੱਖਾ ਜਨਮ ਤਾਂ ਮਿਲਿਆ ਹੀ ਇਸ ਵਾਸਤੇ। ਦ੍ਰਿਸ਼ਟ ਧਾਰ ਆਪਣਾ ਦਾਸ ਸਵਾਰਿਆ, ਜੋ ਵਾਹਿਗੁਰੂ ਦਾ ਦਾਸ ਬਣ ਗਿਆ, ਪਰਮਾਤਮਾ ਆਪਣੀ ਕਿਰਪਾ ਦ੍ਰਿਸ਼ਟੀ ਧਾਰ ਕੇ, ਭਾਵ ਕਿਰਪਾ ਕਰਕੇ, ਦ੍ਰਿਸ਼ਟੀ ਕਰਕੇ ਆਪਣੇ ਦਾਸ ਨੂੰ ਸ਼ੁਭ ਗੁਣਾਂ ਨਾਲ ਸਵਾਰ ਦਿੰਦੇ ਨੇ। ਘਟ ਘਟ ਅੰਤਰ ਪਾਰ ਬ੍ਰਹਮ ਨਮਸਕਾਰਿਆ, ਫਿਰ ਘਟ ਘਟ ਵਿੱਚ ਵਸਦਾ ਹੋਇਆ ਪਾਰ ਬ੍ਰਹਮ ਜਾਣ ਕੇ ਸਭ ਅੱਗੇ ਨਮਸਕਾਰਾਂ ਕੀਤੀਆਂ ਪਰਮਾਤਮਾ ਨੂੰ, ਯਾਨੀ ਸਭ ਦੇ ਵਿੱਚ ਵਰਤਦਾ। ਜਿਵੇਂ ਉਹ ਕਿਸੇ ਨੇ ਸਵਾਲ ਕੀਤਾ ਸੀ ਮੈਨੂੰ, ਕਾਰ ਸੇਵਾ ਵਾਲੇ ਬਾਬੇ ਕਹਿੰਦੇ ਨੇ ਵੀ ਭੋਜਨ ਪਾਣੀ ਲੰਗਰ ਸੇਵਾ ਕਰਦਿਆਂ ਕਹੋ ਵਾਹਿਗੁਰੂ, ਵਾਹਿਗੁਰੂ ਪ੍ਰਸ਼ਾਦਾ ਜੀ, ਵਾਹਿਗੁਰੂ ਦਾਲ। ਬੰਦਾ ਕਿਵੇਂ ਵਾਹਿਗੁਰੂ ਹੋ ਗਿਆ? ਮੈਂ ਕਿਹਾ ਵੀ ਬੰਦਾ ਤਾਂ ਵਾਹਿਗੁਰੂ ਨਹੀਂ, ਪਰ ਬੰਦੇ ਦੇ ਵਿੱਚ ਤਾਂ ਵਾਹਿਗੁਰੂ ਦੀ ਅੰਸ਼ ਹੈ ਨਾ, ਆਤਮਾ। ਇਸ ਕਰਕੇ ਉਸ ਵਾਹਿਗੁਰੂ ਨੂੰ ਮੁਖਾਤਬ ਹੋਣਾ ਅਤੇ ਬੰਦਾ ਯਾਨੀ ਸੁਣ ਲਵੇ ਵੀ ਇਹ ਪ੍ਰਸ਼ਾਦਿਆਂ ਵਾਲਾ ਆਇਆ ਵੀਰ, ਇਹ ਦਾਲ ਵਾਲਾ ਆਇਆ, ਸਬਜ਼ੀ ਵਾਲਾ ਆਇਆ। ਜੇ ਲੈਣਾ ਤਾਂ ਪਵਾ ਲਏ, ਨਹੀਂ ਤਾਂ ਹੱਥ ਜੋੜ ਦੇ ਵੀ ਨਹੀਂ ਲੋੜ ਜੀ। ਅਤੇ ਮਤਲਬ ਹੋਰ ਕਿਸੇ ਦਾ ਨਾਂ ਲੈਣਾ ਜਾਂ ਕੁਛ ਬੋਲਣਾ ਨਹੀਂ ਠੀਕ, ਵਾਹਿਗੁਰੂ ਵਾਹਿਗੁਰੂ ਬੋਲੋ। ਉਹ ਕਾਰ ਸੇਵਾ ਵਾਲੇ ਗੁਰਮੁਖਾਂ ਨੇ ਜਾਂ ਜਿੰਨੇ ਵੀ ਹੋਏ ਨੇ ਗੁਰਮੁਖ, ਉਹਨਾਂ ਨੇ ਇਸ ਕਰਕੇ ਬਿਰਤ ਪਾਈ ਵੀ ਵਾਹਿਗੁਰੂ ਵਾਹਿਗੁਰੂ ਬੋਲੋ। ਘਟ ਘਟ ਅੰਤਰ ਪਾਰ ਬ੍ਰਹਮ ਨਮਸਕਾਰਿਆ, ਘਟਾਂ ਘਟਾਂ 'ਚ ਵਸਦੇ ਪਾਰ ਬ੍ਰਹਮ ਨੂੰ ਨਾ ਨਮਸਕਾਰ ਕੀਤੀ ਹੈ। ਇਕਸ ਵਿਣ ਹੋਰ ਦੂਜਾ ਨਾਹੀਂ, ਇੱਕੋ ਇੱਕ ਪਰਮਾਤਮਾ ਹੈ, ਉਸ ਤੋਂ ਬਗੈਰ ਹੋਰ ਦੂਜਾ ਉਹਦੇ ਵਰਗਾ ਕੋਈ ਨਹੀਂ ਹੈ। ਬਾਬਾ ਨਾਨਕ ਇਹ ਮੱਤ ਸਾਰੀ ਜੀਓ। ਬਾਬਾ ਹੈ ਭਾਈ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਇਹ ਬਾਬਾ ਜੀ ਅਥਵਾ ਬਾਬਾ ਹੈ ਅਕਾਲ ਪੁਰਖ ਜੀ, ਇਹ ਮੱਤ ਜਿਹੜੀ ਹੈ ਨਾ, ਇਕਸ ਤੋਂ ਇੱਕ ਪਰਮਾਤਮਾ ਤੋਂ ਬਗੈਰ ਹੋਰ ਦੂਜਾ ਕੋਈ ਵੇਖਣਾ ਹੀ ਨਹੀਂ, ਕੋਈ ਹੈ ਹੀ ਨਹੀਂ, ਕਿਸੇ ਨੂੰ ਸਮਝਣਾ ਹੀ ਨਹੀਂ। ਇਹੀ ਮੱਤ ਅਕਲ ਬੁੱਧ ਸਾਰੀ ਮੈਨੇ ਸ੍ਰੇਸ਼ਟ ਹੈ ਜੀ, ਇਹੋ ਹੀ ਬੁੱਧ ਸ੍ਰੇਸ਼ਟ ਹੈ। ਮਾਝ ਮਹੱਲਾ ਪੰਜਵਾ। ਮਾਝ ਰਾਗ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਅਗਲਾ ਸ਼ਬਦ ਉਚਾਰਦੇ ਹਨ, ਮਨ ਤਨ ਰੱਤਾ ਰਾਮ ਪਿਆਰੇ। ਸਾਡਾ ਮਨ ਵੀ ਤੇ ਤਨ ਵੀ ਪਿਆਰੇ ਰਾਮ ਪਰਮਾਤਮਾ ਦੇ ਨਾਲ ਰੰਗਿਆ ਗਿਆ ਹੈ। ਸਰਬਸ ਦੀਜੈ ਆਪਣਾ ਵਾਰੇ, ਸਰਬਸ ਦਰ ਸਰਬੰਸ, ਜੋ ਕੁਛ ਆਪਣਾ ਹੈ ਸਭ ਕੁਝ ਹੀ ਵਾਰ ਦਈਏ ਵਾਹਿਗੁਰੂ ਦੇ ਉੱਪਰੋਂ।
ਆਠ ਪਹਿਰ ਗੋਬਿੰਦ ਗੁਣ ਗਾਈ, ਮਤਲਬ ਆਪਣਾ ਸਮਝਣਾ ਹੀ ਨਾ, ਸਭ ਕੁਝ ਵਾਹਿਗੁਰੂ ਦਾ ਸਮਝ ਕੇ ਅਰਪਣ ਕਰਨਾ। ਤਨ ਮਨ ਅਰਪੈ ਹੈ ਇਹ ਜਿਸ ਕਾ, ਜਿਹਦਾ ਇਹ ਹੈ ਉਹਦੇ ਅੱਗੇ ਅਰਪਣ ਕਰਨਾ, ਤੇ ਫਿਰ ਉਹਦੇ 'ਚ ਹੰਕਾਰ ਨਹੀਂ ਹੁੰਦਾ। ਜਿਵੇਂ ਕਿਸੇ ਰਾਜੇ ਮਹਾਰਾਜੇ ਦਾ ਬਾਗ ਹੋਵੇ ਲਵਾਇਆ ਹੋਇਆ, ਤੇ ਉੱਥੇ ਮਾਲੀ ਰੱਖੇ ਹੁੰਦੇ ਨੇ। ਹੁਣ ਉਹ ਹੈ ਤਾਂ ਤਨਖਾਹ ਤੇ ਮਾਲੀ, ਬਾਗ ਤਾਂ ਹੈ ਹੀ ਰਾਜੇ ਦਾ। ਉਹ ਆਇਆ ਹੈ, ਬਾਗ ਬੜਾ ਸੁੰਦਰ ਵੇਖਿਆ ਉਸਨੇ, ਪ੍ਰਸੰਨ ਹੋਇਆ, ਜਾਂ ਮਾਲੀ ਨੇ ਸੁੰਦਰ ਫੁੱਲ ਤੋੜ ਕੇ ਰਾਜੇ ਅੱਗੇ ਰੱਖੇ ਭੇਟਾ, ਤੇ ਉਹ ਖੁਸ਼ੀ 'ਚ ਆ ਕੇ ਉਹਦੇ 'ਤੇ ਪ੍ਰਸੰਨ ਹੋ ਕੇ ਉਹਦਾ ਰੋਜ਼ੀਨਾ, ਉਹਦਾ ਦਰਮਾਹਾ, ਉਹਦੀ ਤਨਖਾਹ ਵਧਾ ਸਕਦਾ, ਉੱਤੇ ਕੋਈ ਬਖਸ਼ਿਸ਼ ਕਰ ਸਕਦਾ। ਹੁਣ ਮਾਲੀ ਦਾ ਤਾਂ ਹੈ ਕੁਛ ਨਹੀਂ ਸੀ। ਇਸੇ ਪ੍ਰਕਾਰ ਹੀ ਜੋ ਕੁਝ ਵੀ ਸਾਡੇ ਪਾਸ ਹੈ ਤਾਂ ਪਹਿਲਾਂ ਹੀ ਵਾਹਿਗੁਰੂ ਦਾ। ਅਸੀਂ ਵਾਹਿਗੁਰੂ ਨੂੰ ਕੀ ਅਰਪਣ ਕਰਨਾ? ਕੁਛ ਵੀ ਨਹੀਂ। ਸਿਰਫ ਸਮਝ ਲੈਣਾ, ਮਨ 'ਚ ਧਾਰ ਲੈਣਾ ਕਿ ਸਭ ਕੁਝ ਵਾਹਿਗੁਰੂ ਦਾ ਹੈ। ਸਰਬੰਸ ਹੀ ਸਭ ਕੁਛ ਹੀ ਦੀਜਾ ਆਪਣਾ, ਆਪਣਾ ਜੋ ਬਣਾਇਆ ਇਹ ਵਾਰ ਦੇ ਆਪਣਾ ਨਾ ਸਮਝੇ, ਵਾਹਿਗੁਰੂ ਨੂੰ ਅਰਪਣ ਕਰੇ। ਆਠ ਪਹਿਰ ਗੋਬਿੰਦ ਗੁਣ ਗਾਈਐ, ਤੇ ਨਾਲ ਅੱਠੇ ਪਹਿਰ ਗੋਬਿੰਦ ਪਰਮੇਸ਼ਰ ਦੇ ਗੁਣਾਨਵਾਦ ਨੂੰ ਗਾਉਣਾ ਚਾਹੀਦਾ। ਉਹ ਪਤਿਤ ਪਾਵਨ ਹੈ, ਭਗਤ ਵਸ਼ਲ ਹੈ, ਦੀਨਾ ਬੰਧੂ ਹੈ, ਅੰਤਰਜਾਮੀ ਹੈ, ਉਹ ਬਖਸ਼ਿੰਦ ਹੈ, ਆਦਿਕ ਇਹ ਗੁਣ ਹਨ ਵਾਹਿਗੁਰੂ ਦੇ। ਇਸ ਤਰ੍ਹਾਂ ਇਹ ਗੁਰੂ ਕੀ ਬਾਣੀ ਦੁਆਰਾ ਅੱਠੇ ਪਹਿਰ ਕਹਿੰਦੇ ਗੋਬਿੰਦ ਪਰਮੇਸ਼ਰ ਦੇ ਗੁਣ ਗਾਉਣੇ ਚਾਹੀਦੇ ਹਨ। ਬਿਸਰਨਾ ਕੋਈ ਸਾਸਾ ਜੀਓ, ਤੇ ਇਹ ਵੀ ਬੇਨਤੀ ਕਰਨੀ ਚਾਹੀਦੀ ਹੈ ਕਿ ਹੇ ਵਾਹਿਗੁਰੂ ਜੀ, ਕੋਈ ਇੱਕ ਸਵਾਸ ਭਰ ਵੀ ਤੁਸੀਂ ਵਿਸਰੋ ਨਾ। ਸੋਈ ਸਾਜਨ ਮੀਤ ਪਿਆਰਾ, ਉਹੀ ਸੱਜਣ ਮਿੱਤਰ ਤੇ ਪਿਆਰਾ ਹੈ। ਲੋਕ ਪ੍ਰਲੋਕ ਦਾ ਸੱਜਣ ਹੈ, ਸਹਾਈ ਹੋਣ ਵਾਲਾ ਹੈ। ਇੱਥੇ ਇਸ ਦੁਨੀਆ ਵਿੱਚ ਹਮੇਸ਼ਾ ਨਾਲ ਰਹਿ ਕੇ ਸਹਾਇਤਾ ਕਰਨ ਵਾਲਾ ਮਿੱਤਰ ਹੈ। ਪਿਆਰਾ ਪਿਆਰਾ ਲੱਗਦਾ ਹੈ, ਜਿਸ ਨੂੰ ਪਿਆਰ ਕਰਨਾ ਯੋਗ ਹੈ। ਰਾਮ ਨਾਮ ਸਾਧ ਸੰਗ ਵਿਚਾਰਾ, ਐਸੇ ਰਮੇ ਹੋਏ ਰਾਮ ਦਾ ਨਾਮ ਸਾਧ ਸੰਗਤ ਵਿੱਚ ਵਿਚਾਰਿਆ ਜਾਂਦਾ ਹੈ। ਸਾਧੂ ਸੰਗ ਤਰੀਜੈ ਸਾਗਰ, ਸਾਧੂ ਗੁਰਮੁਖ ਜਨਾਂ ਦੀ ਸੰਗਤ ਵਿੱਚ ਵਸ ਕੇ ਹੀ ਸਾਗਰ ਸਮੁੰਦਰ ਸੰਸਾਰ ਤੋਂ ਤਰਿਆ ਜਾਂਦਾ ਹੈ। ਕੱਟੀਐ ਜਮ ਕੀ ਫਾਸਾ ਜੀਓ, ਇੰਜ ਹੀ ਜਮਾਂ ਦੀ ਫਾਹੀ ਕੱਟੀ ਜਾ ਸਕਦੀ ਹੈ। ਸਾਧ ਸੰਗਤ ਵਿੱਚ ਰਾਮ ਦੇ ਨਾਮ ਨੂੰ ਜਪਣਾ ਤੇ ਵਿਚਾਰਨਾ, ਸਾਧੂਆਂ ਦੀ ਸੰਗਤ ਵਿੱਚ ਹੀ ਰਹਿਣਾ, ਤਾਂ ਸਾਗਰ ਤਰਿਆ ਜਾਂਦਾ, ਤਾਂ ਜਮਾਂ ਦੀ ਫਾਹੀ ਕੱਟੀ ਜਾਂਦੀ। ਚਾਰ ਪਦਾਰਥ ਹਰ ਕੀ ਸੇਵਾ, ਹਰੀ ਪਰਮਾਤਮਾ ਦੀ ਸੇਵਾ ਭਗਤੀ ਸਿਮਰਨ ਹੀ ਚਾਰੇ ਪਦਾਰਥ ਦੇਣ ਵਾਲਾ। ਭਾਵ ਇਹ ਸਾਡੇ ਵਾਸਤੇ ਚਾਰੇ ਪਦਾਰਥ ਨੇ। ਦੂਜਾ ਅਰਥ ਕਿ ਇਹ ਵਾਹਿਗੁਰੂ ਦੇ ਸਿਮਰਨ ਭਜਨ ਦੁਆਰਾ ਹੋਰ ਕੁਛ ਕਰਨ ਦੀ ਲੋੜ ਨਹੀਂ, ਚਾਰੇ ਪਦਾਰਥ ਮਿਲ ਜਾਣਗੇ। ਚਾਰ ਪਦਾਰਥ ਮੁੱਖ ਕਿਹੜੇ ਮੰਨੇ ਨੇ? ਧਰਮ, ਅਰਥ, ਕਾਮ ਤੇ ਮੋਖ। ਧਰਮ ਦਾ ਅਰਥ ਹੈ ਧਰਮੀਆਂ ਵਾਲੇ ਗੁਣ ਆ ਜਾਣੇ, ਤੇ ਅਰਥ ਪਦਾਰਥ ਵੀ ਸਾਰੇ ਹੋਣੇ ਕੋਲ। ਕਈ ਵਾਰ ਤਾਂ ਕਿਹਾ ਜਾਂਦਾ ਫਲਾਣਾ ਬੜਾ ਧਰਮੀ ਪਰ ਗਰੀਬੀ ਨਾਲ ਘੁਲਦਾ ਪਿਆ। ਧਰਮੀਆਂ ਵਾਲੇ ਗੁਣ ਵੀ ਹੋਣੇ, ਤੇ ਅਰਥ ਪਦਾਰਥ ਵੀ ਸਾਰੇ ਹੋਣੇ, ਤੇ ਕਾਮਨਾ ਵੀ ਸਭ ਪੂਰਨ ਹੋਣੀਆਂ, ਤੇ ਅੰਤ ਨੂੰ ਮੁਕਤ ਪਦ ਵੀ ਮਿਲ ਜਾਣਾ, ਮੁਕਤੀ ਵੀ ਮਿਲ ਜਾਣੀ। ਉਂਝ ਪਦਾਰਥ ਹੋਰ ਵੀ ਨੇ। ਹਜ਼ੂਰ ਨੇ ਜਨਮ ਨੂੰ ਵੀ ਪਦਾਰਥ ਕਿਹਾ, ਜਨਮ ਪਦਾਰਥ ਦੁਬਦਾ ਖੋਵੈ। ਸੋ ਜਨਮ ਪਦਾਰਥ ਜੀਤ, ਨਾਮ ਧਿਆਨ ਸਾਜਨਾ, ਜਨਮ ਪਦਾਰਥ ਜੀਤ ਅਮੋਲਕ ਵਸਤੂਆਂ ਨੂੰ ਕਿਹਾ ਜਾਂਦਾ। ਗਿਆਨ ਪਦਾਰਥ, ਨਾਮ ਪਦਾਰਥ ਇਤਿਆਦਿ ਕੇ ਪਦਾਰਥ ਨੇ। ਸੋ ਇਸ ਪ੍ਰਕਾਰ ਕਹਿੰਦੇ ਇਹ ਸਾਰੇ ਪਦਾਰਥ ਮਿਲ ਜਾਂਦੇ ਹਨ ਵਾਹਿਗੁਰੂ ਪਰਮਾਤਮਾ ਦਾ ਸਿਮਰਨ ਕਰਨ ਦੇ ਨਾਲ। ਚਾਰ ਪਦਾਰਥ ਹਰ ਕੀ ਸੇਵਾ। ਪਾਰ ਜਾਤ ਜਪ ਅਲਖ ਭੇਵਾ, ਇੱਕ ਪਾਰ ਜਾਤ ਰੁੱਖ ਮੰਨਿਆ ਹੈ, ਇੱਕ ਕਪਲਾ ਗਊ ਕਾਮ ਧਿਨ ਗਊ ਮੰਨੀ ਹੈ। ਸੋ ਇਤਿਆਦਿਕ ਸੁਰਗ ਵਿੱਚ ਵਸਦੇ ਦਸੇ ਗ੍ਰੰਥਾਂ 'ਚ ਤਾਂ ਗੁਰੂ ਮਹਾਰਾਜ ਕਹਿੰਦੇ ਨੇ ਪਾਰ ਜਾਤ ਜਪ ਅਲਖ ਭੇਵਾ। ਅਲਖ ਜੋ ਲਖਿਆ ਨਹੀਂ ਜਾ ਸਕਦਾ ਵੀ ਕਿੱਡਾ ਕੁ ਵੱਡਾ, ਅਭੇਵਾ ਜਿਹਦਾ ਭੇਦ ਨਹੀਂ ਪਾਇਆ ਜਾਂਦਾ, ਐਸਾ ਜਿਹੜਾ ਅਲਖ ਤੇ ਅਭੇਵ ਪ੍ਰਮਾਤਮਾ, ਉਹਨੂੰ ਜਪ ਕੇ ਮੰਨੋ ਪਾਰ ਜਾਤ ਰੁੱਖ ਹੀ ਪ੍ਰਾਪਤ ਕਰ ਲਿਆ। ਵਾਹਿਗੁਰੂ ਨੂੰ ਜਪਣ ਵਿੱਚ ਹੀ ਸਭ ਕੁਛ ਹੈ। ਮਤਲਬ ਪਾਰਜਾਤ ਰੁੱਖ ਦੇ ਕੋਲੋਂ ਕਾਮਨਾ ਪੂਰੀ ਹੁੰਦੀ, ਜੋ ਚਾਹੋ ਮਿਲ ਜਾਂਦਾ। ਇਸੇ ਵਾਸਤੇ ਕਰਦੇ ਨੇ ਨਾ ਮੰਤਰਾਂ ਦਾ ਜਾਪ, ਵੀ ਪਾਰਜਾਤ ਰੁੱਖ ਮਿਲ ਜਾਏ, ਕਾਮ ਧਨ ਗਊ ਮਿਲ ਜਾਏ ਆਦਿਕ। ਮਹਾਰਾਜ ਕਹਿੰਦੇ ਨੇ ਵਾਹਿਗੁਰੂ ਅਲਖ ਭੇਵ ਨੂੰ ਜਪਣਾ ਹੈ, ਇਹਦੇ ਨਾਲ ਹੀ ਸਭ ਕੁਛ ਮਿਲਦਾ। ਕਾਮ ਕ੍ਰੋਧ ਕਿਲ ਬਿਖ ਗੁਰ ਕਾਟੇ, ਗੁਰੂ ਮਹਾਰਾਜ ਨੇ ਜਪਣ ਵਾਲਿਆਂ ਦੇ, ਸਿੱਖਾਂ ਸੇਵਕਾਂ ਦੇ, ਜੋ ਆਖੇ ਲੱਗਣ ਵਾਲੇ ਨੇ, ਉਹਨਾਂ ਦੇ ਕਾਮ ਤੇ ਕ੍ਰੋਧ ਤੇ ਬੱਜਰ ਪਾਪ ਸਾਰੇ ਕੱਟ ਦਿੱਤੇ। ਪੂਰਨ ਹੋਈ ਆਸਾ ਜੀਓ, ਉਹਨਾਂ ਦੀਆਂ ਸਾਰੀਆਂ ਆਸਾਵਾਂ ਇੱਛਾਵਾਂ ਪੂਰਨ ਹੋ ਗਈਆਂ, ਭਾਵ ਸਿਰੇ ਚੜ੍ਹ ਗਈਆਂ, ਸਾਰੀਆਂ ਆਸਾਂ ਮੁੱਕ ਗਈਆਂ।
ਮਿਲ ਵੀ ਜਾਂਦੀਆਂ, ਇੱਛਾ ਜੋ ਕੀਤੀ ਉਹ ਪਦਾਰਥ ਵੀ ਮਿਲ ਗਏ, ਤੇ ਮੁੱਕ ਵੀ ਜਾਂਦੀਆਂ ਨੇ, ਇੱਛਾ ਆਸਾ ਰਹਿੰਦੀ ਨਹੀਂ। ਪੂਰਨ ਭਾਗ ਭਏ ਜਿਸ ਪ੍ਰਾਣੀ, ਜਿਸ ਪ੍ਰਾਣਾਧਾਰੀ ਜੀਵ, ਜੋ ਸਵਾਸਾਂ ਦਾ ਪੁਤਲਾ ਇਹ ਜੀਵ ਹੈ, ਜਿਸ ਜੀਵ ਦੇ ਪੂਰਨ ਭਾਗ ਹੋਏ, ਮੁਕੰਮਲ ਭਾਗ ਹੋਏ, ਭਾਵ ਚੰਗੇ ਭਾਗ ਉਦੈ ਹੋਏ ਫਲ ਦੇਣ ਲਈ। ਉਹਨੂੰ ਕੀ ਮਿਲਿਆ? ਸਭ ਤੋਂ ਉੱਚੇ ਭਾਗ ਉਹਦੇ ਸਾਧ ਸੰਗ ਮਿਲੇ ਸਾਰੰਗ ਪਾਣੀ। ਸਾਧ ਸੰਗਤ ਵਿੱਚ ਉਹ ਵਸਿਆ ਤੇ ਸਾਧ ਸੰਗਤ ਵਸਦਿਆਂ ਕਾਮਯਾਬ ਹੋ ਗਿਆ ਬੰਦਗੀ ਕਰਕੇ। ਸਾਰੰਗ ਪਾਣੀ ਧਨਖ ਧਾਰੀ ਵਾਹਿਗੁਰੂ ਪਰਮਾਤਮਾ ਦਾ ਦਰਸ਼ਨ ਹੋ ਗਿਆ, ਮਿਲਾਪ ਹੋ ਗਿਆ। ਨਾਨਕ ਨਾਮ ਵਸਿਆ ਜਿਸ ਅੰਤਰ, ਹਜ਼ੂਰ ਕਹਿੰਦੇ ਨੇ ਜਿਸ ਦੇ ਹਿਰਦੇ 'ਚ, ਧੁਰ ਹਿਰਦੇ 'ਚ ਵਾਹਿਗੁਰੂ ਦਾ ਨਾਮ ਵਸ ਗਿਆ। ਪ੍ਰਵਾਨ ਗ੍ਰਸਤ ਉਦਾਸਾ ਜੀਓ, ਉਹ ਗ੍ਰਸਤ ਵਿੱਚ ਰਹਿੰਦਾ ਹੀ ਉਦਾਸੀ ਦੇ ਤੌਰ ਤੇ ਪ੍ਰਵਾਨ ਹੈ ਕਿ ਇਹ ਉਦਾਸ ਬੰਦਾ ਹੈ, ਉਦਾਸੀਨ ਹੈ। ਕਾਹੇ ਰੇ ਮਨ ਖੋਜਣ ਜਾਈ, ਜੰਗਲਾਂ ਜਾਣ ਦੀ ਕੀ ਲੋੜ? ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕਿਹਾ, ਰੇ ਮਨ ਐਸੋ ਕਰ ਸੰਨਿਆਸਾ। ਸੰਨਿਆਸਾ ਦਾ ਅਰਥ ਹੈ ਮੁਕੰਮਲ ਤਿਆਗ। ਹੇ ਮਨਾ ਐਸਾ ਸੰਨਿਆਸ ਧਾਰਨ ਕਰ, ਬਨ ਸੇ ਸਦਨ ਸਭੈ ਕਰ ਸਮਝੋ। ਜਿਹੜੇ ਘਰ 'ਚ ਵਸਦਾ ਨਾ, ਇਹਦੇ 'ਚ ਮੋਹ ਨਾ ਲਾ, ਇਹਨੂੰ ਬਣ ਜੰਗਲ ਹੀ ਸਮਝ ਲਾ, ਘਰ ਨੂੰ ਜੰਗਲ ਸਮਝ ਲਾ। ਮਨ ਹੀ ਮਾਹੇ ਉਦਾਸਾ, ਤੇ ਮਨ ਹੀ ਮਨ ਅੰਦਰ ਸੰਸਾਰ ਵੱਲੋਂ ਉਪਰਾਮ ਹੋ। ਇਹਨੂੰ ਸੱਚਾ ਮੰਨ ਕੇ ਚਿੱਤ ਨਾ ਜੋੜ। ਜਿਨੀ ਚੱਲਣ ਜਾਣਿਆ ਸੇ ਕਿਉਂ ਕਰਹਿ ਵਿਥਾਰ, ਚੱਲਣ ਸਾਰ ਨਾ ਜਾਣਨੀ ਕਾਜ ਸਵਾਰਨ ਹਾਰ। ਹੋ ਸਕਦਾ ਕੋਈ ਜੰਗਲ 'ਚ ਰਹਿੰਦਾ, ਉੱਥੇ ਵੀ ਇੱਛਾ ਰੱਖਦਾ ਵੀ ਚੇਲੇ ਚੇਲੀਆਂ ਮੇਰੇ ਕੋਲੋਂ ਮੱਥੇ ਮੈਨੂੰ ਟਿਕਣ, ਜਿਵੇਂ ਸਿੱਧ ਸੀ। ਉਹ ਰਿੱਧੀ ਸਿੱਧੀ ਕੋਲ ਆ ਗਈ ਤੇ ਉਹਦੇ ਚਮਕਾਰੇ ਚਲਕਾਰੇ ਲੋਕਾਂ ਨੂੰ ਵਿਖਾ ਕੇ ਮੱਥੇ ਟਿਕਾਉਣੇ ਚਾਹੁੰਦੇ ਸੀ। ਇਹ ਬੜਾ ਯਤਨ ਉਹਨਾਂ ਕੀਤਾ ਵੀ ਗੁਰੂ ਨਾਨਕ ਸਾਹਿਬ ਸਾਡੇ ਚੇਲਾ ਬਣ ਜਾਏ, ਗੁਰੂ ਨਾਨਕ ਸਾਹਿਬ ਸਾਡਾ ਚੇਲਾ ਬਣ ਜਾਏ। ਹੈ ਉਹਨਾਂ ਤੋਂ ਨੀਵੇਂ, ਇਹ ਮੰਨ ਲਿਆ ਵੀ ਸਤਿਗੁਰੂ ਬਹੁਤ ਉੱਚੇ ਨੇ, ਪਰ ਫਿਰ ਵੀ ਇੱਛਾ ਹੈ ਕਿ ਇਹ ਸਾਡਾ ਚੇਲਾ ਬਣੇ। ਇਸ ਤਰ੍ਹਾਂ, ਇਸ ਕਰਕੇ ਸਰੀਰਕ ਤਿਆਗ ਵਿਖਾਵਾ ਹੋ ਸਕਦਾ, ਪਰ ਅੰਦਰ ਤਿਆਗ ਜੇ ਹੋਏ ਤੇ ਉਹ ਸੱਚਾ ਤਿਆਗ ਹੈ, ਪਕੜ ਜਕੜ ਨਹੀਂ। ਸੋ ਇਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜਿਹਦੇ ਹਿਰਦੇ 'ਚ ਨਾਮ ਵਸ ਗਿਆ ਉਹ ਪ੍ਰਵਾਨ ਸਫਲਾ ਹੈ। ਭਾਵੇਂ ਉਹ ਗ੍ਰਸਤ ਵਿੱਚ ਰਹਿੰਦਾ, ਚਾਹੇ ਉਦਾਸੀ ਵੀ ਹੋਏ, ਵਿਅੰਗਮ ਵੀ ਹੋਏ। ਇਹ ਨਹੀਂ ਵੀ ਵਿਅੰਗਮ ਵਾਸਤੇ ਦਰਵਾਜ਼ੇ ਬੰਦ ਨੇ। ਜਿਹਦੇ ਹਿਰਦੇ 'ਚ ਨਾਮ ਵਸ ਗਿਆ ਉਹ ਚਾਹੇ ਉਦਾਸੀ ਹੈ ਸੰਸਾਰ ਵੱਲੋਂ, ਚਾਹੇ ਗ੍ਰਸਤੀ ਹੈ, ਗ੍ਰਸਤ ਵਿੱਚ ਰਹਿੰਦਾ, ਜਾਂ ਉਦਾਸ ਧਾਰ ਕੇ ਦੁਨੀਆ ਛੱਡ ਕੇ ਵਿਚਰਦਾ, ਪਰ ਹਿਰਦੇ 'ਚ ਨਾਮ ਵਸਿਆ ਹੋਵੇ, ਅੰਦਰ ਪਕੜ ਸੰਸਾਰ ਦੀ ਨਾ ਹੋਵੇ, ਤੇ ਉਹ ਪ੍ਰਵਾਨ ਹੈ ਵਾਹਿਗੁਰੂ ਦੇ ਦਰ 'ਤੇ। ਮਾਝ ਮਹੱਲਾ ਪੰਜਵਾਂ। ਪੰਚਮ ਗੁਰਦੇਵ ਸਤਿਗੁਰੂ ਜੀ ਅਗਲਾ ਸ਼ਬਦ ਉਚਾਰਦੇ ਹਨ, ਸਿਮਰਤ ਨਾਮ ਹਿਰਦੈ ਸੁਖ ਪਾਇਆ। ਵਾਹਿਗੁਰੂ ਜੀ ਦੇ ਨਾਮ ਨੂੰ ਸਿਮਰਦਿਆਂ ਹੋਇਆਂ ਹਿਰਦੇ ਦੇ ਅੰਦਰ ਆਤਮਿਕ ਸੁਖ ਪ੍ਰਾਪਤ ਕੀਤਾ ਹੈ। ਕਰ ਕਿਰਪਾ ਭਗਤੀ ਪ੍ਰਗਟਾਇਆ। ਪਰ ਕਿਹਨਾਂ ਦੀ ਬਦੌਲਤ, ਕਿਸ ਤਰ੍ਹਾਂ ਇਹ ਸਿਮਰਨ ਹੋਣ ਲੱਗਾ ਤੇ ਕਿਵੇਂ ਸੁਖ ਪਾਇਆ? ਕਹਿੰਦੇ ਭਗਤਾਂ ਦੀ ਸੰਗਤ। ਕਰ ਕਿਰਪਾ ਭਗਤੀ ਪ੍ਰਗਟਾਇਆ, ਭਗਤਾਂ ਨੇ ਪ੍ਰਗਟ ਕੀਤਾ, ਅਥਵਾ ਵਾਹਿਗੁਰੂ ਨੇ ਕਿਰਪਾ ਕਰਕੇ ਭਗਤਾਂ ਦੁਆਰਾ, ਤੇ ਦੂਜਾ ਭਗਤੀ ਭਗਤਾਂ ਦੇ ਹਿਰਦੇ ਅੰਦਰ ਇਹ ਪ੍ਰਗਟ ਕੀਤਾ ਆਪਣਾ ਨਾਮ, ਤੇ ਇਸ ਨਾਮ ਦੁਆਰਾ ਸੁਖ। ਸੰਤ ਸੰਗ ਮਿਲ ਹਰ ਜਪਿਆ। ਹੁਣ ਬਚਨ ਕਰ ਰਹੇ ਨੇ, ਸੰਤ ਜਨਾਂ ਦੀ ਸੰਗਤ ਵਿੱਚ ਮਿਲ ਕੇ ਵਾਹਿਗੁਰੂ ਨੂੰ ਅਸੀਂ ਜਪਿਆ ਹੈ। ਜਿਨ੍ਹਾਂ ਨੇ ਵੀ ਜਪਿਆ ਹੈ, ਬਿਨਸੇ ਆਲਸ ਰੋਗਾ ਜੀਓ, ਉਹਨਾਂ ਦੇ ਸਾਰੇ ਤਰ੍ਹਾਂ ਦੇ ਆਲਸ ਦੂਰ ਹੋ ਗਏ, ਸਭ ਤਰ੍ਹਾਂ ਦੇ ਰੋਗ ਵੀ ਮਿਟ ਗਏ ਹਨ ਜੀ। ਜਾ ਕੇ ਗ੍ਰਹਿ ਨਵ ਨਿਧ ਹਰ ਭਾਈ। ਹੇ ਭਾਈ, ਜਿਸ ਪ੍ਰਮਾਤਮਾ ਦੇ ਘਰ ਵਿੱਚ, ਹਰੀ ਪ੍ਰਮਾਤਮਾ ਦੇ ਘਰ ਵਿੱਚ 9 ਨਦੀਆਂ ਹਨ, ਜਾਂ ਜਿਸ ਭਾਈ ਦੇ ਘਰ ਅੰਦਰ 9 ਨਦੀਆਂ ਰੂਪ ਹਰੀ ਪ੍ਰਮਾਤਮਾ, ਹਿਰਦਾ ਘਰ ਆ ਨਾ, ਜਿਸ ਦੇ ਹਿਰਦੇ ਘਰ 'ਚ ਹਰੀ ਪ੍ਰਮਾਤਮਾ ਦਾ ਨਾਮ 9 ਨਦੀਆਂ ਰੂਪ ਵਿੱਚ ਪਾਇਆ ਗਿਆ, ਹਿਰਦੇ 'ਚ ਵਸ ਗਿਆ। ਤਿਸ ਮਿਲਿਆ ਜਿਸ ਪ੍ਰਭੂ ਕਮਾਏ। ਜਿਹਦੇ ਹਿਰਦੇ 'ਚ ਵਾਹਿਗੁਰੂ ਦਾ ਨਾਮ ਹੈ, ਉਹਦੇ ਹਿਰਦੇ 'ਚ 9 ਨਦੀਆਂ ਹੀ ਹਨ, 9 ਖਜ਼ਾਨੇ ਹਨ। ਤਿਸ ਮਿਲਿਆ ਜਿਸ ਪ੍ਰਭੂ ਕਮਾਈ। ਇਹ ਦਾਤ ਉਸ ਨੂੰ ਮਿਲੀ ਜਿਸ ਦੀ ਪੂਰਬਲੇ ਜਨਮਾਂ ਦੀ ਕਮਾਈ ਹੋਈ ਹੈ। ਪਿਛਲੇ ਜਨਮਾਂ ਜਿਹਨੇ ਰੱਬ ਦੀ ਭਗਤੀ ਵਾਲੇ ਕਰਮ ਸਾਧਨ ਕੀਤੇ ਹੋਏ ਨੇ, ਤੇ ਉਸ ਕਰਮਾਂ ਦੇ ਬਦੌਲਤ ਉਹਦੇ ਮਸਤਕ 'ਤੇ ਲੇਖ ਲਿਖਿਆ ਗਿਆ। ਪੂਰਬਲੀ ਕਮਾਈ ਕਰਕੇ ਉਸ ਨੂੰ ਇਹ ਦਾਤ ਮਿਲੀ। ਗਿਆਨ ਧਿਆਨ ਪੂਰਨ ਪਰਮੇਸ਼ਰ ਪ੍ਰਭ ਸਭਨਾ ਗੱਲਾਂ ਜੋਗਾ ਜੀਓ। ਪ੍ਰਭੂ ਪਰਮਾਤਮਾ ਸਾਰੀਆਂ ਗੱਲਾਂ, ਸ਼ਕਤੀਆਂ, ਦਾਤਾਂ ਦੇਣ ਦੇ ਯੋਗ ਹੈ, ਔਰ ਉਸੇ ਦਾ ਗਿਆਨ ਸਾਂਝ ਪਾਉਣੀ, ਉਸ ਦੇ ਨਾਲ ਜਾਣ ਪਛਾਣ ਹੋਣੀ, ਧਿਆਨ ਸੁਰਤ ਉਸ ਨਾਲ ਜੁੜਨੀ,
ਉਹ ਜਿਹੜਾ ਪੂਰਨ ਪਰਮੇਸ਼ਰ ਹੈ ਉਹਦੇ ਨਾਲ ਜੋੜਨਾ ਚਾਹੀਦਾ। ਉਸੇ ਦਾ ਗਿਆਨ, ਉਸੇ ਦਾ ਧਿਆਨ ਜੋ ਪੂਰਨ ਪਰਮੇਸ਼ਰ ਹੈ, ਜੋ ਪ੍ਰਭੂ ਸਾਰੀਆਂ ਗੱਲਾਂ ਦੇ ਯੋਗ ਹੈ। ਇਹ ਜਿਹਦੀ ਪੂਰਬਲੀ ਕਮਾਈ ਉਹਨੂੰ ਇਹ ਦਾਤ ਮਿਲੀ। ਖਿਨ ਮਹਿ ਥਾਪ ਉਥਾਪਨ ਹਾਰਾ, ਇੱਕ ਖਿਨ ਵਿੱਚ ਹੀ ਥਾਪਣ ਵਾਲਾ, ਬਣਾਉਣ ਵਾਲਾ ਤੇ ਥਾਪ ਕੇ ਉਥਾਪਣ ਵਾਲਾ, ਪੱਟਣ ਵਾਲਾ, ਨਾਸ ਕਰਨ ਵਾਲਾ ਵੀ ਆਪ ਹੀ ਹੈ। ਆਪ ਇਕੰਤੀ, ਆਪ ਪਸਾਰਾ। ਜਦੋਂ ਇਹ ਸੰਸਾਰ ਨਹੀਂ ਸੀ ਰਚਿਆ ਉਦੋਂ ਆਪ ਇਕੱਲਾ ਸੀ। ਏਕ ਹੈ ਅਨੇਕ ਹੈ ਫਿਰ ਏਕ ਹੈ, ਪਹਿਲਾਂ ਵੀ ਇੱਕ ਹੀ ਸੀ, ਹੁਣ ਅਨੇਕ ਰੂਪ ਧਾਰੇ ਹੋਏ ਨੇ ਸੰਸਾਰ, ਤੇ ਫਿਰ ਸੰਸਾਰ ਖਤਮ ਕਰਕੇ ਫਿਰ ਵੀ ਇਕੱਲਾ ਅਕਾਲ ਪੁਰਖ ਹੀ ਹੋਏਗਾ। ਹੁਣ ਵੀ ਇਕੱਲਾ ਹੀ ਹੈ। ਆਪ ਹੀ ਇਕੰਤੀ ਮਤਲਬ ਇਕੱਲਾ ਹੈ, ਨਿਰਲੇਪ ਵੀ ਹੈ ਸੰਸਾਰ ਤੋਂ ਹੁਣ ਵੀ, ਤੇ ਆਪ ਪਸਾਰਾ, ਆਪ ਹੀ ਪਸਾਰਾ ਰੂਪ ਬਣਿਆ ਹੋਇਆ, ਸਰਗੁਣ ਰੂਪ। ਲੇਪ ਨਹੀਂ ਜਗ ਜੀਵਨ ਦਾਤੇ, ਪਰ ਇਸ ਸੰਸਾਰ ਦੇ ਔਗੁਣਾਂ ਵਿਕਾਰਾਂ ਪਾਪਾਂ ਦਾ ਉਸ ਜਗਤ ਨੂੰ ਜੀਵਨ ਦੇਣ ਵਾਲੇ ਦਾਤੇ ਨੂੰ ਕੋਈ ਲੇਪ ਨਹੀਂ ਹੈ। ਉਹ ਜਿਹੜਾ ਜਗ ਨੂੰ ਜੀਵਨ ਦੇਣ ਵਾਲਾ ਨਾ ਦਾਤਾ ਅਕਾਲ ਪੁਰਖ, ਉਸ ਪਰਮਾਤਮਾ ਨੂੰ ਇਸ ਪਸਾਰੇ ਦਾ ਕੋਈ ਲੇਪ ਸ਼ੇਪ ਨਹੀਂ ਹੈ। ਉਹ ਲਿਬੜਦਾ ਨਹੀਂ ਪਾਪਾਂ ਵਿਕਾਰਾਂ 'ਚ। ਦਰਸ਼ਨ ਡਿੱਠੇ ਲਹਿਨ ਵਿਜੋਗਾ ਜੀਓ, ਹਾਂਜੀ ਐਸੇ ਵਾਹਿਗੁਰੂ ਦੇ ਦਰਸ਼ਨ ਡਿੱਠੇ ਵੇਖਣ ਦੇ ਨਾਲ, ਦਰਸ਼ਨ ਕਰਨ ਦੇ ਨਾਲ ਲਹਿ ਜਾਂਦੇ ਹਨ ਸਾਰੇ ਵਿਜੋਗ, ਦੁੱਖ ਝੋਰੇ ਤੇ ਵਿਜੋਗ ਵਿਛੋੜਾ, ਇਹ ਦੂਰ ਹੋ ਜਾਂਦਾ ਹੈ। ਅੰਚਲ ਲਾਏ ਸਭ ਸਿਸ਼ਟ ਤਰਾਈ, ਵਾਹਿਗੁਰੂ ਪਰਮਾਤਮਾ ਨੇ ਆਪਣੀ ਸ਼ਰਨ ਰੂਪੀ ਪੱਲੇ ਨਾਲ ਲਾ ਕੇ ਜਿੰਨੀ ਵੀ ਸ੍ਰਿਸ਼ਟੀ ਪੱਲੇ ਲੱਗੀ ਸਾਰੀ ਸ੍ਰਿਸ਼ਟੀ ਤਾਰ ਦਿੱਤੀ। ਆਪਣਾ ਨਾਮ ਆਪ ਜਪਾਈ, ਆਪਣਾ ਨਾਮ ਉਹਨੇ ਆਪ ਜਪਾਇਆ ਕਿਵੇਂ ਜੀ? ਗੁਰ ਬੋਹਿਥ ਪਾਇਆ ਕਿਰਪਾ ਦੇ, ਜਿਨ੍ਹਾਂ ਦੇ ਉੱਤੇ ਕਿਰਪਾ ਹੋਈ ਉਹਨਾਂ ਨੂੰ ਗੁਰੂ ਰੂਪੀ ਜਹਾਜ਼ ਪ੍ਰਾਪਤ ਹੋਇਆ। ਇਹੀ ਹੈ ਵਾਹਿਗੁਰੂ ਨੇ ਆਪਣੇ ਅੰਚਲ ਪੱਲੇ ਨਾਲ ਲਾਉਣਾ। ਗੁਰੂ ਮਹਾਰਾਜ ਦੇ ਅੰਚਲ ਪੱਲੇ ਨਾਲ ਲਾ ਕੇ ਸਾਰੀ ਸ੍ਰਿਸ਼ਟੀ ਤਾਰੀ ਹੈ। ਆਪਣਾ ਨਾਮ ਆਪ ਜਪਾਇਆ ਹੈ ਤੇ ਵਾਹਿਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਨੂੰ ਗੁਰੂ ਰੂਪੀ ਬੋਹਿਥ ਜਹਾਜ਼ ਮਿਲਿਆ ਹੈ। ਨਾਨਕ ਧੁਰ ਸੰਜੋਗਾ ਜੀਵੇ, ਧੁਰੋਂ ਹੀ ਸੰਜੋਗ ਸੀ, ਸੰਜੋਗ ਮਿਲਾਪ। ਇਹ ਧੁਰੋਂ ਪਰਮਾਤਮਾ ਵੱਲੋਂ ਹੀ ਸੰਜੋਗ ਮਿਲਾਪ ਦਾ ਲੇਖ ਲਿਖਿਆ ਹੋਇਆ ਸੀ, ਤਾਂ ਇਹ ਦਾਤ ਮਿਲੀ। ਮਾਝ ਮਹੱਲਾ ਪੰਜਵਾ। ਪੰਚਮ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ ਦਾ ਸ਼ਬਦ ਉਚਾਰਿਆ ਹੋਇਆ, ਸੋਈ ਕਰਨਾ ਜੇ ਆਪ ਕਰਾਏ। ਅਸੀਂ ਜੀਵਾਂ ਨੇ ਉਹ ਕੁਛ ਹੀ ਕਰਨਾ ਹੋਇਆ ਜੋ ਕੁਝ ਵਾਹਿਗੁਰੂ ਜੀ ਆਪ ਕਰਾਉਂਦੇ ਨੇ। ਜਿੱਥੇ ਰੱਖਿਆ ਸਾਹ ਭਲੀ ਜਾਏ, ਤੇ ਇਸ ਤਰ੍ਹਾਂ ਭਗਤ ਨੂੰ ਚਾਹੀਦਾ ਭਾਵਨਾ ਰੱਖਣੀ ਕਿ ਜਿੱਥੇ ਵਾਹਿਗੁਰੂ ਜੀ ਰੱਖਦੇ ਨੇ ਉਹੀ ਜਗ੍ਹਾ ਸਾਡੇ ਲਈ ਚੰਗੀ ਹੈ। ਇਹਨੂੰ ਕਹਿੰਦੇ ਨੇ ਭਾਣਾ ਮੰਨਣਾ। ਸੋਈ ਸਿਆਣਾ ਸੋ ਪਤਵੰਤਾ, ਹੁਕਮ ਲੱਗਿਆ ਜਿਸ ਮਿੱਠਾ ਜੀਓ। ਜਿਸ ਨੂੰ ਪ੍ਰਮਾਤਮਾ ਦਾ ਹੁਕਮ ਮਿੱਠਾ ਲੱਗਦਾ ਹੈ, ਰਜਾ ਦੇ ਉਲਟ ਫੁਰਨਾ ਨਹੀਂ ਫੁਰਦਾ। ਮੂੰਹ ਤੋਂ ਤਾਂ ਕੀ ਬੋਲਣਾ, ਭਗਤਾਂ ਨੂੰ ਫੁਰਨਾ ਵੀ ਨਹੀਂ ਫੁਰਦਾ। ਆਠ ਪਹਿਰ ਨਿਕਟ ਕਰ ਜਾਨਾ, ਪ੍ਰਭ ਕਾ ਕੀਆ ਮੀਠਾ ਮਾਨਾ। ਏਕ ਨਾਮ ਸੰਤਨ ਆਧਾਰ, ਹੋਏ ਰਹੇ ਸਭ ਕੀ ਪਗਸ਼ਾਰ। ਜਿਹੜਾ ਇੰਜ ਪ੍ਰਮਾਤਮਾ ਦੇ ਹੁਕਮ ਨੂੰ, ਭਾਣੇ ਨੂੰ ਮਿੱਠਾ ਕਰਕੇ ਮੰਨਦਾ ਹੈ, ਜਿਸ ਨੂੰ ਹੁਕਮ ਮਿੱਠਾ ਲੱਗਦਾ ਹੈ, ਸੋਈ ਸਿਆਣਾ, ਉਹੀ ਸਮਝਦਾਰ ਹੈ। ਸੋਈ ਸੋ ਪਤਵੰਤਾ, ਉਹੀ ਇੱਜ਼ਤਦਾਰ ਹੈ। ਉਹਦੀ ਰੱਬ ਦੇ ਦਰ ਤੇ ਇੱਜ਼ਤ ਹੋਣੀ। ਸਭ ਪਰੋਈ ਇਕਤ ਧਾਗਾ ਹੈ। ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਇੱਕ ਸੂਤਰ ਵਿੱਚ ਪਰੋਈ ਹੋਈ, ਇੱਕ ਧਾਗੇ 'ਚ ਪਰੋਈ ਹੋਈ ਹੈ। ਚੇਤਨ ਸੱਤਾ ਰੂਪੀ ਧਾਗੇ 'ਚ ਸਾਰੀ ਸ੍ਰਿਸ਼ਟੀ ਪਰੋਈ ਹੋਈ ਹੈ। ਜਿਸ ਲਾਏ ਲਏ ਸੋ ਚਰਣੀ ਲੱਗਾ। ਪਰ ਜਿਸ ਨੂੰ ਲਾ ਲੈਂਦਾ ਹੈ ਨਾ ਆਪ ਬਖਸ਼ਿਸ਼ ਕਰਕੇ, ਉਹੀ ਵਾਹਿਗੁਰੂ ਦੇ ਚਰਨਾਂ ਨਾਲ ਲੱਗਦਾ। ਸਵਾਸਾਂ ਦਾ ਸੂਤ ਵੀ ਹੈ ਸਾਡੇ ਅੰਦਰ, ਸਾਰੀ ਸ੍ਰਿਸ਼ਟੀ ਸਵਾਸਾਂ ਦੇ ਧਾਗੇ 'ਚ ਪਰੋਈ ਹੋਈ ਹੈ। ਚੇਤਨ ਸੱਤਾ ਵੀ ਸਭ ਦੇ ਅੰਦਰ ਹੈ। ਪਰ ਜਿਸ ਜੀਵ ਨੂੰ ਲਾ ਲੈਂਦਾ ਉਹੀ ਚਰਣੀ ਲੱਗਦਾ। ਊਂਦ ਕਵਲ ਜਿਸ ਹੋਏ ਪ੍ਰਗਾਸਾ, ਤਿਨ ਸਰਬ ਨਿਰੰਜਨ ਡੀਠਾ ਜੀਓ। ਊਂਦ ਮੈਨੇ ਊਂਦਾ ਪੁੱਠਾ, ਜਿਹੜਾ ਹਿਰਦਾ ਪੁੱਠਾ ਹੈ ਸੰਸਾਰ ਵੱਲ ਨੂੰ ਹੈ ਨਾ, ਵਾਹਿਗੁਰੂ ਵੱਲੋਂ ਮੁੜ ਕੇ ਸੰਸਾਰ ਵੱਲ ਹੋਇਆ ਹੋਇਆ, ਇਹ ਜਿਸ ਦਾ ਹਿਰਦਾ ਕਮਲ ਸਿੱਧਾ ਹੋ ਜਾਏ। ਊਂਦ ਕਵਲ ਜਿਸ ਹੋਏ ਪ੍ਰਗਾਸਾ, ਕਿਉਂਕਿ ਊਂਦਾ ਭਾਂਡਾ ਕਛ ਨਾ ਸਮਾਵੈ, ਸਿੱਧਾ ਅੰਮ੍ਰਿਤ ਪਰੈ ਨਿਹਾਰ। ਜਿਹੜਾ ਭਾਂਡਾ ਪੁੱਠਾ ਉਹਦੇ ਵਿੱਚ ਤੇ ਕੋਈ ਵਸਤੂ ਨਹੀਂ ਪਾ ਸਕਦੇ, ਨਾ ਦੁੱਧ ਨਾ ਪਾਣੀ ਨਾ ਘਿਓ, ਕੁਛ ਨਹੀਂ ਪੈਂਦਾ। ਜੋ ਭਾਂਡਾ ਸਿੱਧੇ ਮੂੰਹ ਵਾਲਾ ਉਹਦੇ ਵਿੱਚ ਵਸਤੂ ਪੈਂਦੀ ਹੈ। ਤੇ ਇਹ ਵੀ ਰੱਬ ਦੀ ਬਖਸ਼ਿਸ਼ ਹੈ ਕਿ ਮੂਧਾ ਭਾਂਡਾ, ਇਹ ਹਿਰਦਾ ਕਮਲ ਜੇ ਸਿੱਧਾ ਹੋ ਜਾਏ, ਜਿਸ ਦੇ ਅੰਦਰ ਪ੍ਰਕਾਸ਼ ਹੋ ਜਾਏ, ਕਮਲ ਖਿੜ ਜਾਏ ਜਿਸ ਦਾ, ਤਿਨ ਸਰਬ ਨਿਰੰਜਨ ਡੀਠਾ ਜੀਓ। ਉਹਨਾਂ ਗੁਰਮੁਖਾਂ ਨੇ ਜਾਂ ਉਸ ਗੁਰਮੁਖ ਨੇ ਸਰਬ ਨਿਰੰਜਨ, ਸਭ ਪਾਸੇ ਨਿਰੰਜਨ ਸ਼ੁੱਧ ਸਰੂਪ ਪਰਮਾਤਮਾ ਨੂੰ ਹੀ ਡੀਠਾ ਵੇਖਿਆ ਹੈ। ਤੇਰੀ ਮਹਿਮਾ ਤੂੰ ਹੈ ਜਾਣਾ।
ਤੁਹਾਡੀ ਮਹਿਮਾ ਨੂੰ ਮਹਾਰਾਜ ਤੁਸੀਂ ਆਪ ਹੀ ਪੂਰਨ ਤੌਰ ਤੇ ਜਾਣਦੇ ਹੋ। ਆਪਣਾ ਆਪ ਤੂੰ ਆਪ ਪਛਾਣ, ਆਪਣੇ ਆਪੇ ਨੂੰ ਮਹਾਰਾਜ ਤੁਸੀਂ ਆਪ ਖੁਦ ਹੀ ਪਛਾਣਦੇ ਹੋ। ਇਹ ਕਿੱਡਾ ਕੁ ਵੱਡਾ ਤੁਹਾਡਾ ਸਰੂਪ ਹੈ। ਹਉ ਬਲਿਹਾਰੀ ਸੰਤਨ ਤੇਰੇ ਜਨ ਕਾਮ ਕ੍ਰੋਧ ਲੋਭ ਪੀਠਾ ਜੀਓ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਜਿਨ੍ਹਾਂ ਤੇਰੇ ਸੰਤ ਜਨਾਂ ਨੇ ਕਾਮ ਕ੍ਰੋਧ ਲੋਭ ਆਦਿਕ ਵਿਕਾਰਾਂ ਨੂੰ ਪੀਸ ਦਿੱਤਾ ਹੈ, ਕਾਮ ਕ੍ਰੋਧ ਨੂੰ ਲੋਭ ਹੰਕਾਰ ਮਾਰ ਦਿੱਤੇ, ਖਤਮ ਨਾਸ ਕਰ ਦਿੱਤੇ ਨੇ, ਪੀਠਾ ਪੀਸਾ, ਉਹਨਾਂ ਸੰਤਾਂ ਤੋਂ ਮੈਂ ਬਲਿਹਾਰ ਕੁਰਬਾਨ ਜਾਂਦਾ। ਤੂੰ ਨਿਰਵੈਰ ਸੰਤ ਤੇਰੇ ਨਿਰਮਲ, ਤੂੰ ਆਪ ਖੁਦ ਨਿਰਵੈਰ ਸਰੂਪ ਹੈ, ਕਿਸੇ ਨਾਲ ਵੈਰ ਨਹੀਂ ਕਰਦਾ। ਤੇਰੇ ਸੰਤ ਵੀ ਬੜੇ ਨਿਰਮਲ ਉਜਲ ਤੇ ਪਵਿੱਤਰ ਹੋ ਗਏ ਹਨ। ਜਿਨ ਦੇਖੇ ਸਭ ਉਤਰ ਹੈ ਕਲਮਲ, ਉਹ ਏਡੇ ਪਵਿੱਤਰ ਨੇ, ਆਪ ਤੇ ਪਵਿੱਤਰ ਹੈ ਨਹੀਂ। ਜਿਨ੍ਹਾਂ ਦੇ ਦਰਸ਼ਨ ਕੀਤਿਆਂ ਹੀ ਸਾਰੇ ਕਲਮਲ ਕਲਾ ਕਲੇਸ਼ ਮਲ ਮੈਲ ਭੈੜੇ, ਜਿਹੜੀ ਮੈਲ ਚੰਬੜੀ ਪਾਪ, ਮਤਲਬ ਸਾਰੇ ਕਲਮਲ ਪਾਪ ਉਤਰ ਜਾਂਦੇ ਨੇ ਜਿਨ੍ਹਾਂ ਦੇ ਦਰਸ਼ਨ ਕੀਤੇ। ਆਵੈ ਸਾਹਿਬ ਚਿਤ ਤੇਰਿਆਂ ਭਗਤਾਂ ਡਿਠਿਆ, ਨਾਨਕ ਨਾਮ ਧਿਆਏ ਧਿਆਏ ਜੀਵੈ, ਬਿਨਸਿਆ ਭ੍ਰਮ ਭਉ ਧੀਠਾ ਜੀਓ। ਸਤਿਗੁਰੂ ਅਰਜਨ ਦੇਵ ਜੀ ਕਹਿੰਦੇ ਅਸੀਂ ਤਾਂ ਤੇਰੇ ਨਾਮ ਨੂੰ ਧਿਆ ਧਿਆ ਕੇ ਸਿਮਰ ਸਿਮਰ ਕੇ ਅਸੀਂ ਜਿਉਂਦੇ ਹੋਏ ਹਾਂ। ਤੇ ਹਿਰਦੇ ਅੰਦਰ ਜਿਹੜਾ ਭਰਮ ਸੀ, ਭ੍ਰਾਂਤੀ ਸੀ, ਭਟਕਣਾ ਸੀ ਤੇ ਭਉ ਡਰ ਸੀ ਤੇ ਧੀਠਾ ਅਮੋੜ ਸੁਭਾਅ ਸੀ, ਢੀਠ ਸੁਭਾਅ ਸੀ, ਇਹ ਬਿਨਸ ਗਿਆ ਹੈ। ਢੀਠਤਾ ਹੀ ਬਿਨਸ ਗਈ ਹੈ। ਮਾਝ ਮਹੱਲਾ ਪੰਜਵਾਂ। ਪੰਚਮ ਪਾਤਸ਼ਾਹ ਜੀ ਅਗਲਾ ਸ਼ਬਦ ਉਚਾਰਦੇ ਹਨ, ਝੂਠਾ ਮੰਗਣ ਜੇ ਕੋਈ ਮੰਗੈ। ਸੰਸਾਰ ਦਾ ਮੰਗਣਾ, ਜਿਹੜਾ ਪਦਾਰਥਾਂ ਦਾ ਝੂਠਾ ਮੰਗਣਾ, ਝੂਠੀਆਂ ਚੀਜ਼ਾਂ, ਜੋ ਵੀ ਪਦਾਰਥ ਹੈ ਝੂਠਾ ਹੈ। ਸੋ ਜੇਤੀ ਸਮਗਰੀ ਦੇਖੋ ਰੇ ਨਰ ਤੇਤੀ ਹੀ ਛੱਡ ਜਾਨੀ। ਜੇ ਕੋਈ ਝੂਠਾ ਮੰਗਣ ਮੰਗਦਾ ਹੈ ਤਾਂ ਤਿਸ ਕੋ ਮਰਤੇ ਘੜੀ ਨਾ ਲੱਗੈ, ਉਹਨੂੰ ਮਰਦਿਆਂ ਘੜੀ ਵੀ ਨਹੀਂ ਲੱਗਦੀ ਹੈ। ਪਾਰ ਬ੍ਰਹਮ ਜੋ ਸਦ ਹੀ ਸੇਵਾ, ਜਿਹੜਾ ਸਦਾ ਵਾਸਤੇ ਪਾਰ ਬ੍ਰਹਮ ਪਰਮਾਤਮਾ ਦਾ ਸਿਮਰਨ ਕਰਦਾ ਹੈ। ਸੋ ਗੁਰਮਿਲ ਨੇਚਲ ਕਹਿਣਾ, ਸੋ ਵਿਅਕਤੀ ਗੁਰੂ ਨੂੰ ਮਿਲ ਕੇ ਨੇਚਲ ਹੋ ਜਾਂਦਾ। ਇਹ ਉਹਦੇ ਵਾਸਤੇ ਕਹਿਣਾ ਫਬਦਾ ਹੈ। ਉਹ ਗੁਰੂ ਨੂੰ ਮਿਲ ਕੇ ਨੇਚਲ ਅਕਾਲ ਪੁਰਖ ਪਰਮਾਤਮਾ ਦਾ ਜਸ ਕਹਿੰਦਾ ਹੈ ਤੇ ਉਸੇ ਨੂੰ ਇਹ ਚੱਲ ਕਿਹਾ ਜਾ ਸਕਦਾ। ਉਹ ਹੀ ਨੇਚਲ ਹੋ ਗਿਆ ਹੈ ਜਿਸ ਨੇ ਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਸਿਮਰਨ ਕੀਤਾ ਹੈ। ਪ੍ਰੇਮ ਭਗਤ ਜਿਸ ਕੈ ਮਨ ਲਾਗੀ, ਪ੍ਰੇਮ ਦੇ ਸਹਿਤ ਭਗਤੀ ਕਰਨੀ ਜਿਹਦੇ ਮਨ ਨੂੰ ਚੰਗੀ ਲੱਗੀ ਹੈ। ਗੁਣ ਗਾਵੈ ਅਨ ਦਿਨ ਨਿਤ ਜਾਗੀ, ਰਾਤ ਦਿਨ ਉਹ ਜਾਗਦਾ ਹੈ, ਮਾਇਆ ਦੇ ਹੱਲਿਆਂ ਵੱਲੋਂ ਸੁਚੇਤ ਹੈ ਤੇ ਵਾਹਿਗੁਰੂ ਦੇ ਗੁਣਾਂ ਨੂੰ ਦਿਨੇ ਰਾਤ ਗਾਉਂਦਾ। ਸੌਣਾ ਜਿਹੜਾ ਅਸੀਂ ਕਹਿੰਦੇ ਹਾਂ ਨਾ, ਰਾਤ ਨੂੰ ਨੇਤਰ ਭਾਰੇ, ਪਲਕਾਂ ਭਾਰੀਆਂ ਹੋ ਗਈਆਂ ਤੇ ਸਰੀਰ ਥਕੇਵੇਂ ਕਰਕੇ ਬਸੁੱਧ ਜਾ ਹੋ ਗਿਆ ਤੇ ਉਹ ਸੌਣਾ, ਤੇ ਜਿਹੜੀਆਂ ਅੱਖਾਂ ਟੱਡੀਆਂ ਹੋਈਆਂ ਚੰਗੀ ਤਰ੍ਹਾਂ ਤੇ ਤੁਰੇ ਫਿਰਦੇ ਅਸੀਂ ਜਾਗਦੇ ਹਾਂ। ਨਹੀਂ ਨਹੀਂ, ਜਾਗਤ ਸੋਵਤ ਬਹੁ ਪ੍ਰਕਾਰ, ਗੁਰਮੁਖ ਜਾਗੈ ਸੋਈ ਸਾਰ। ਜਾਗਣਾ ਜਾਗਨ ਨੀਕਾ ਹਰ ਕੀਰਤਨ ਮੈਂ ਜਾਗਣਾ, ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸ਼ਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮਿੱਠਾ ਸਾਧ, ਮਨ ਸੋਇਆ ਮਾਇਆ ਬਿਸਮਾਦ। ਇਸ ਗ੍ਰਹਿ ਮੈਂ ਕੋਈ ਜਾਗਤ ਰਹਿ, ਸਾਬਤ ਵਸਤ ਉਹ ਆਪਣੀ ਲਹਿ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਉਹ ਰਾਤ ਦਿਨੇ ਮਨ ਨੂੰ ਜਾਗਦਾ ਹੈ, ਮਤਲਬ ਕਿ ਸੁਚੇਤ ਹੋ ਗਿਆ। ਹੁਣ ਵਿਕਾਰਾਂ ਦਾ, ਮਾਇਆ ਦਾ ਹੱਲਾ ਨਹੀਂ ਉੱਤੇ ਹੋ ਸਕਦਾ। ਜਿਹੜਾ ਸਚਿਤ ਪਹਿਰੇਦਾਰ ਹੈ ਉਹਦੇ ਘਰ ਨੂੰ ਕੋਈ ਨਹੀਂ ਲੁੱਟ ਸਕਦਾ। ਇਸ ਪ੍ਰਕਾਰ ਉਹ ਦਿਨੇ ਰਾਤ ਵਾਹਿਗੁਰੂ ਦੇ ਗੁਣ ਗਾਉਂਦਾ ਤੇ ਦਿਨੇ ਰਾਤ ਮਨ ਨੂੰ ਜਾਗਦਾ। ਬਾਂਹ ਪਕੜ ਤੇ ਸੁਆਮੀ ਮੇਲਾ, ਉਹਦੀ ਬਿਰਤੀ ਰੂਪੀ ਬਾਂਹ ਪਕੜ ਕੇ ਤਿਸ ਦੇ ਤਾਈਂ ਸੁਆਮੀ ਪਰਮਾਤਮਾ ਆਪਣੇ ਨਾਲ ਮੇਲ ਲੈਂਦਾ। ਬਖਸ਼ਿਸ਼ ਤਾਂ ਵਾਹਿਗੁਰੂ ਦੀ ਹੋਵੇਗੀ ਤੇ ਮਿਲਿਆ ਜਾ ਸਕਦਾ। ਜਿਸ ਕੈ ਮਸਤਕ ਲਹਿਣਾ, ਜਿਹਦੇ ਮਸਤਕ ਤੇ ਲਹਿਣਾ ਪ੍ਰਾਪਤ ਕਰਨਾ ਲਿਖਿਆ ਹੋਇਆ, ਜਿਹਦੇ ਮਸਤਕ ਤੇ ਇਹ ਲਹਿਣੇ ਦਾ ਲੇਖ ਪਿਆ ਹੋਇਆ ਵੀ ਇਹਨੇ ਦਾਤ ਪ੍ਰਾਪਤ ਕਰਨੀ ਹੈ। ਪੂਰਬਲੇ ਜਨਮਾਂ ਦੀ ਕਮਾਈ ਕਰਕੇ ਮਸਤਕ ਤੇ ਲੇਖ ਲਿਖਿਆ ਹੋਇਆ। ਚਰਨ ਕਮਲ ਭਗਤਾਂ ਮਨ ਉੱਠੇ, ਵਾਹਿਗੁਰੂ ਦੇ ਕਮਲ ਵਰਗੇ ਸੋਹਣੇ ਚਰਨ ਜਿਨ੍ਹਾਂ 'ਚ ਸ਼ੁਭ ਗੁਣਾਂ ਦੀ ਖੁਸ਼ਬੂ ਹੈ, ਜੋ ਨਿਰਲੇਪ ਹਨ ਸੰਸਾਰ ਤੋਂ, ਵਿਸ਼ਿਆਂ ਵਿਕਾਰਾਂ ਤੋਂ। ਐਸੇ ਸੋਹਣੇ ਚਰਨ ਭਗਤਾਂ ਦੇ ਮਨ ਵਿੱਚ ਵਸੇ ਨੇ। ਬਿਨ ਪਰਮੇਸ਼ਰ ਸਗਲੇ ਮੁੱਠੇ, ਤੇ ਬਿਨਾਂ ਪਰਮੇਸ਼ਰ ਦੇ ਚਰਨੀ ਲੱਗਣ ਤੋਂ ਸਾਰੇ ਸੰਸਾਰ ਦੇ ਜੀ ਮੁੱਠੇ ਲੁੱਟੇ ਗਏ ਨੇ, ਵਿਕਾਰਾਂ ਦੇ ਅੱਗੇ ਲੁੱਟੇ ਗਏ ਨੇ। ਵਿਕਾਰ ਲੁੱਟ ਕੇ ਲੈ ਗਏ ਸ਼ੁਭ ਗੁਣਾਂ ਦਾ ਧਨ। ਸੰਤ ਜਨਾ ਕੀ ਧੂੜ ਨਿਤ ਬਾਂਸ਼ਹ, ਨਾਮ ਸੱਚੇ ਕਾ ਗਹਿਣਾ।
ਜਿਨ੍ਹਾਂ ਭਗਤਾਂ ਦੇ ਮਨ 'ਚ ਵਾਹਿਗੁਰੂ ਦੇ ਕਮਲ ਸਰੀਖੇ ਚਰਨ ਵਸੇ ਨੇ, ਉਹਨਾਂ ਨੂੰ ਦਿਸ ਰਿਹਾ ਕਿ ਪਰਮੇਸ਼ਰ ਤੋਂ ਬਗੈਰ ਸਾਰੇ ਜੀਵ ਲੁੱਟੇ ਗਏ ਨੇ। ਤੇ ਇਸ ਕਰਕੇ ਸੰਤ ਜਨਾਂ ਕੀ ਧੂੜ ਨਿਤ ਬੰਸ਼ਾ ਹੈ। ਉਹ ਹਮੇਸ਼ਾ ਸੰਤ ਜਨਾਂ ਦੀ ਧੂੜ ਮੰਗਦੇ, ਲੋਚਦੇ, ਇੱਛਦੇ ਨੇ। ਨਾਮ ਸੱਚੇ ਕਾ ਗਹਿਣਾ, ਸੱਚੇ ਅਕਾਲ ਪੁਰਖ ਦਾ ਨਾਮ ਹੀ ਉਹਨਾਂ ਵਾਸਤੇ ਗਹਿਣਾ, ਸਜਾਵਟ ਦਾ ਵਸੀਲਾ। ਗਹਿਣਾ ਕੀ ਹੁੰਦਾ? ਸਾਨੂੰ ਸੁਭਾਏਮਨ ਕਰਨ ਵਾਸਤੇ। ਜਨ ਨਾਨਕ ਨਾਮ ਅੰਤ ਵਾਰ ਗਹਿਣਾ। ਅੰਦਰੋਂ ਤੇ ਅਸੀਂ ਸਾਫ ਸੁਥਰੇ ਸੁੰਦਰ ਬਣਦੇ ਨਹੀਂ, ਤੇ ਬਾਹਰੀ ਤੌਰ ਤੇ ਬੜੇ ਗਹਿਣੇ ਪਾ ਕੇ ਖੁਸ਼ ਹੁੰਦੇ ਹਾਂ, ਜਿਸ ਬਾਰੇ ਕਬੀਰ ਜੀ ਨੇ ਕਿਹਾ। ਕਬੀਰ ਜੀ ਕਹਿੰਦੇ ਨੇ, ਕਬੀਰ ਕੰਚਨ ਕੇ ਕੁੰਡਲ ਬਨੇ, ਉੱਪਰ ਲਾਲ ਜੜਾਓ, ਦਿਸਹਿ ਦਾਦੇ ਕਾਨ ਜਿਉ, ਜਨਮਨ ਨਾਹੀ ਨਾਓ। ਭਗਤ ਜੀ ਕਹਿੰਦੇ ਨੇ ਕਿ ਵਾਹਿਗੁਰੂ ਦਾ ਨਾਮ ਤਾਂ ਚਿੱਤ ਵਿੱਚ ਚੇਤੇ ਨਹੀਂ, ਤੇ ਸੋਨੇ ਦੇ ਕੁੰਡਲ ਬਣਾ ਬਣਾ ਕੇ ਉਹਨਾਂ ਤੇ ਲਾਲਾਂ ਦੇ ਜੜਾਓ ਜੜ ਜੜ ਕੇ ਕੰਨਾਂ 'ਚ ਲੋਕ ਪਾਉਂਦੇ ਨੇ। ਵਾਹਿਗੁਰੂ ਦਾ ਨਾਮ ਚਿੱਤ ਵਿੱਚ ਚੇਤੇ ਨਹੀਂ, ਭਾਵੇਂ ਬੜੇ ਸੋਹਣੇ ਸਰੀਰਾਂ ਵਾਲੇ ਹੋਣ ਤੇ ਬੜੇ ਸੁੰਦਰ ਗਹਿਣੇ ਗੱਟੇ ਪਾਏ ਹੋਣ, ਸਾਡੀ ਦ੍ਰਿਸ਼ਟੀ ਵਿੱਚ ਅਸਲੀਅਤ ਵਿੱਚ ਉਹ ਇੰਜ ਨੇ ਜਿਵੇਂ ਸੜਿਆ ਹੋਇਆ ਕਾਨਾ। ਕਾਨਾ ਨਾ ਜਿਹੜਾ ਸੜਿਆ ਹੋਇਆ ਹੋਵੇ, ਤੇ ਉਹ ਧੁੱਪ ਦੀ ਸ਼ਕੋਰ ਪੈਣ ਨਾਲ, ਧੁੱਪ ਦੀ ਚਮਕ ਨਾਲ ਚਮਕਦਾ ਬੜਾ। ਹੁਣ ਵਿੱਚੋਂ ਤੇ ਭੰਗਾਰ ਹੈ ਨਾ, ਉਹਦੇ ਖਾਲੀ ਹੈ, ਵਿੱਚ ਸਵਾਹ ਸਾਰੀ ਸੜ ਚੁੱਕਾ, ਤੇ ਬਾਹਰੋਂ ਚਮਕਦਾ। ਇਸ ਪ੍ਰਕਾਰ ਦੇ ਉਹ ਵਿਅਕਤੀ ਨੇ, ਬਾਹਰੋਂ ਗਹਿਣੇ ਬੜੇ ਪਾਏ ਹੋਏ। ਵਾਹਿਗੁਰੂ ਸੱਚੇ ਅਕਾਲ ਪੁਰਖ ਦਾ ਨਾਮ ਹੀ ਗਹਿਣਾ ਹੈ ਭਗਤਾਂ ਵਾਸਤੇ। ਵਾਹਿਗੁਰੂ ਦੇ ਚਰਨ ਸੰਤ ਭਗਤਾਂ ਦੀ ਧੂੜ ਲੋਚਦੇ ਨੇ, ਤੇ ਵਾਹਿਗੁਰੂ ਦੇ ਨਾਮ ਨੂੰ ਸੱਚਾ ਗਹਿਣਾ ਮਨਾਉਂਦੇ। ਊਠਤ ਬੈਠਤ ਹਰ ਹਰ ਗਾਈਐ। ਉੱਠਦਿਆਂ ਬਹਿੰਦਿਆਂ ਸਦਾ ਸਦਾ ਵਾਸਤੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ। ਊਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਸ਼੍ਰੀਮਾਨ ਸੰਤ ਅਤਰ ਸਿੰਘ ਮਸਤੂਆਣੇ ਵਾਲੇ ਜਦੋਂ ਹਜ਼ੂਰ ਸਾਹਿਬ ਗਏ ਹਨ, ਤਾਂ ਕੋਈ ਵੀ ਕਦਮ ਐਸਾ ਨਹੀਂ ਉਹਨਾਂ ਪੁੱਟਿਆ ਜਿਹੜਾ ਵਾਹਿਗੁਰੂ ਦੇ ਨਾਮ ਤੋਂ ਬਗੈਰ ਹੋਵੇ। ਹਰ ਕਦਮ ਕਦਮ ਨਾਲ ਵਾਹਿਗੁਰੂ ਦਾ ਭਜਨ ਕਰਕੇ ਉਹ ਹਜ਼ੂਰ ਸਾਹਿਬ ਪਹੁੰਚੇ ਸਨ, ਤੇ ਇਸ ਪ੍ਰਕਾਰ ਦੀ ਹੀ ਪ੍ਰੇਰਨਾ ਸਭ ਨੂੰ ਦਿੰਦੇ ਸਨ। ਊਠਤ ਬੈਠਤ ਹਰ ਹਰ ਗਾਈਏ। ਉੱਠਦਿਆਂ ਬਹਿੰਦਿਆਂ ਸਦਾ ਸਦਾ ਵਾਸਤੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਗਾਉਣਾ ਚਾਹੀਦਾ, ਨਾਮ ਜਪਣਾ ਚਾਹੀਦਾ। ਜਿਸ ਸਿਮਰਤ ਵਰ ਨੇਚਲ ਪਾਈ ਹੈ, ਜਿਸ ਵਾਹਿਗੁਰੂ ਦਾ ਸਿਮਰਨ ਕਰਨ ਦੇ ਨਾਲ ਨੇਚਲ ਪਦਵੀ ਰੂਪੀ ਵਰ ਪ੍ਰਾਪਤ ਕੀਤਾ ਜਾਂਦਾ, ਜਾਂ ਨੇਚਲ ਅਚਲ ਵਰ ਹੈ ਜੋ ਵਾਹਿਗੁਰੂ ਪਰਮਾਤਮਾ ਲਾੜਾ, ਉਸ ਨੂੰ ਪ੍ਰਾਪਤ ਕਰ ਲਈਦਾ। ਨਾਨਕ ਕਉ ਪ੍ਰਭ ਹੋਏ ਦਇਆਲਾ, ਤੇਰਾ ਕੀਤਾ ਸਹਿਣਾ। ਸਤਿਗੁਰੂ ਕਹਿੰਦੇ ਨੇ ਕਿ ਮੇਰੇ ਉੱਤੇ ਪ੍ਰਭੂ ਪਰਮਾਤਮਾ ਜੀ ਦਿਆਲੂ ਕਿਰਪਾਲੂ ਹੋਏ ਨੇ, ਤੇ ਇਸ ਕਰਕੇ ਇਹ ਵਾਹਿਗੁਰੂ ਜੀ ਤੁਸੀਂ ਦਿਆਲੂ ਹੋਏ ਤਾਂ ਤੁਹਾਡਾ ਕੀਤਾ ਸਹਿਣਾ ਮੈਂ ਝੱਲਣਾ ਹੈ। ਦੁੱਖ ਦਿਓ ਸੁੱਖ ਦਿਓ, ਸਭ ਕੁਝ ਜੋ ਤੁਹਾਡਾ ਕੀਤਾ ਹੋ ਰਿਹਾ ਹੈ ਉਸ ਨੂੰ ਸਹਾਰਨਾ, ਸਹਿਣਾ, ਇਹੀ ਤੁਹਾਡੀ ਪ੍ਰਾਪਤੀ ਦਾ ਮਾਰਗ ਹੈ, ਤੁਹਾਡੀ ਪ੍ਰਸੰਨਤਾ ਦਾ ਮਾਰਗ ਹੈ। ਸੋ ਇਸ ਪ੍ਰਕਾਰ ਇਹ ਪਰਮ ਪਵਿੱਤਰ ਉਪਦੇਸ਼ ਸਤਿਗੁਰੂ ਅਰਜਨ ਦੇਵ ਮਹਾਰਾਜ ਦੀ ਪਾਕ ਰਸਨਾ ਤੋਂ ਉਚਾਰਿਆ ਹੋਇਆ ਵਿਚਾਰਿਆ ਗਿਆ ਹੈ। ਗੁਰੂ ਮਹਾਰਾਜ ਬਖਸ਼ਿਸ਼ ਕਰਨ, ਇਹ ਉਪਦੇਸ਼ ਸਾਡੇ ਹਿਰਦਿਆਂ 'ਚ ਵਸੇ। ਇਸ ਤੋਂ ਅੱਗੇ ਮਾਝ ਰਾਗ ਦੀਆਂ ਅਸ਼ਟਪਦੀਆਂ ਆਰੰਭ ਹੋਣਗੀਆਂ। ਦੇਹੋ ਸੱਜਣ ਸੀਸੜੀਆਂ ਜੋ ਹੋਵੇ ਸਾਹਿਬ ਸਿਮਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।